ਹਿੰਸਾ ਦੀ ਸਮਾਪਤੀ, ਜਿਸ 'ਤੇ ਹੁਣੇ ਅਸੀਂ ਵਿਚਾਰ ਕੀਤਾ, ਦਾ ਮਤਲਬ ਇਹ ਨਹੀਂ ਕਿ ਮਨ ਆਪਣੇ ਅੰਦਰ ਸ਼ਾਂਤ ਹੋ ਗਿਆ ਹੈ, ਤੇ ਇਸ ਕਰਕੇ ਆਪਣੇ ਸਾਰੇ ਰਿਸ਼ਤਿਆਂ ਵਿੱਚ ਵੀ। ਮਨੁੱਖੀ ਰਿਸ਼ਤੇ ਬਿੰਬਾਂ ਦੀ ਪ੍ਰਕਿਰਿਆ 'ਤੇ ਆਧਾਰਿਤ ਹੁੰਦੇ ਹਨ। ਸਵੈ ਬਚਾਵ ਦੇ ਤੌਰ ਤਰੀਕਿਆਂ 'ਤੇ ਆਪਣੇ ਰਿਸ਼ਤਿਆਂ ਵਿੱਚ ਅਸੀਂ ਸਾਰੇ ਹੀ ਇੱਕ ਦੂਜੇ ਦੀ ਖਿਆਲੀ ਤਸਵੀਰ ਜਾਂ ਪ੍ਰਤਿਮਾ ਬਣਾ ਲੈਂਦੇ ਹਾਂ। ਇਸ ਲਈ ਰਿਸ਼ਤਾ ਦੋ ਬਿੰਬਾਂ ਦੇ ਵਿੱਚ ਹੁੰਦਾ ਹੈ, ਨਾ ਕਿ ਅਸਲ ਮਨੁੱਖਾਂ ਵਿੱਚ। ਪਤਨੀ ਆਪਣੇ ਮਨ ਵਿੱਚ ਆਪਣੇ ਪਤੀ ਦਾ ਖਿਆਲੀ ਬਿੰਬ ਬਣਾ ਲੈਂਦੀ ਹੈ, ਭਾਵੇਂ ਇਹ ਸੋਚ ਸਮਝ ਕੇ ਨਹੀਂ ਹੁੰਦਾ। ਇਸੇ ਤਰ੍ਹਾਂ ਪਤੀ ਨੇ ਵੀ ਆਪਣੇ ਮਨ ਵਿੱਚ ਉਸ ਦਾ ਇੱਕ ਖਿਆਲੀ ਬਿੰਬ ਬਣਾਇਆ ਹੁੰਦਾ ਹੈ। ਅਸੀਂ ਆਪਣੇ ਬਾਰੇ, ਆਪਣੇ ਦੇਸ਼ ਬਾਰੇ ਵੀ ਬਿੰਬ ਬਣਾਉਂਦੇ ਰਹਿੰਦੇ ਹਾਂ ਅਤੇ ਉਹਨਾਂ ਵਿੱਚ ਨਿੱਤ ਨਵੇਂ ਬਿੰਬ ਜੋੜ ਕੇ ਉਹਨਾਂ ਨੂੰ ਹੋਰ ਮਜ਼ਬੂਤ ਕਰਦੇ ਰਹਿੰਦੇ ਹਾਂ। ਜਿਸ ਨੂੰ ਅਸੀਂ ਮਨੁੱਖੀ ਰਿਸ਼ਤੇ ਕਹਿੰਦੇ ਹਾਂ, ਉਹ ਅਸਲ ਵਿੱਚ ਇਹਨਾਂ ਬਿੰਬਾਂ ਦੇ ਹੀ ਰਿਸ਼ਤੇ ਹਨ। ਜਦ ਬਿੰਬ ਬਣਨ ਲੱਗਦੇ ਹਨ ਤਾਂ ਆਦਮੀਆਂ ਵਿਚਲਾ ਅਸਲ ਰਿਸ਼ਤਾ ਪੂਰੀ ਤਰ੍ਹਾਂ ਖਤਮ ਹੋ ਜਾਂਦਾ ਹੈ। ਬਿੰਬਾਂ 'ਤੇ ਆਧਾਰਿਤ ਜੋ ਰਿਸ਼ਤੇ ਹਨ, ਉਹਨਾਂ ਨਾਲ ਆਦਮੀ ਦੇ ਆਪਸੀ ਰਿਸ਼ਤਿਆਂ ਵਿੱਚ ਸ਼ਾਂਤੀ ਨਹੀਂ ਆ ਸਕਦੀ, ਕਿਉਂਕਿ ਬਿੰਬ ਤਾਂ ਕੋਰੀ ਕਲਪਨਾ ਹਨ, ਪਰ ਆਦਮੀ ਹਵਾ 'ਚ ਹੀ ਤਾਂ ਨਹੀਂ ਜੀ ਸਕਦਾ। ਫਿਰ ਵੀ ਅਸੀਂ ਉਹ ਹੀ ਕਰੀ ਜਾ ਰਹੇ ਹਾਂ। ਧਾਰਨਾਵਾਂ, ਸਿਧਾਂਤਾਂ, ਪ੍ਰਤੀਕਾਂ ਤੇ ਬਿੰਬਾਂ ਵਿੱਚ ਹੀ ਜੀ ਰਹੇ ਹਾਂ, ਜਿਨ੍ਹਾਂ ਨੂੰ ਅਸੀਂ ਆਪਣੇ ਤੇ ਦੂਸਰਿਆਂ ਬਾਰੇ ਬਣਾਇਆ ਹੋਇਆ ਹੈ ਤੇ ਜਿਨ੍ਹਾਂ ਦਾ ਅਸਲੀਅਤ ਨਾਲ ਕੋਈ ਲੈਣਾ ਦੇਣਾ ਨਹੀਂ। ਸਾਡੇ ਸਾਰੇ ਰਿਸ਼ਤੇ, ਚਾਹੇ ਉਹ ਲੋਕਾਂ ਨਾਲ ਹੋਣ, ਧਾਰਨਾਵਾਂ ਨਾਲ ਹੋਣ ਜਾਂ ਜਾਇਦਾਦ ਨਾਲ ਹੋਣ, ਉਹ ਬਿੰਬਾਂ 'ਤੇ ਹੀ ਆਧਾਰਿਤ ਹੁੰਦੇ ਹਨ। ਇਸ ਕਰਕੇ ਹਮੇਸ਼ਾ ਟਕਰਾਅ ਬਣਿਆ ਰਹਿੰਦਾ ਹੈ। ਫਿਰ ਆਪਣੇ ਅੰਦਰ ਤੇ ਬਾਹਰ ਦੂਜਿਆਂ ਨਾਲ ਸ਼ਾਂਤੀ 'ਚ ਜਿਉਣਾ ਕਿਵੇਂ ਸੰਭਵ ਹੈ? ਆਖਰ ਜੀਵਨ ਦਾ ਤੇ ਮਤਲਬ ਹੀ ਆਪਣੇ ਰਿਸ਼ਤਿਆਂ ਦਾ ਇੱਕ ਬਹਾਵ ਹੈ, ਨਹੀਂ ਤਾਂ ਕੋਈ ਜੀਵਨ ਹੈ ਹੀ ਨਹੀਂ। ਪਰ ਜੇ ਜੀਵਨ ਕੋਰੀਆਂ ਕਲਪਨਾਵਾਂ, ਆਜ਼ਾਦੀਆਂ, ਮਾਨਤਾਵਾਂ 'ਤੇ ਆਧਾਰਿਤ ਹੋਵੇ ਤਾਂ ਇਹੋ ਜਿਹੀ ਹਵਾਈ ਜ਼ਿੰਦਗੀ ਲਾਜ਼ਮੀ ਤੌਰ 'ਤੇ ਅਜਿਹੇ ਰਿਸ਼ਤੇ ਹੀ ਪੈਦਾ ਕਰੇਗੀ ਜੋ ਜੰਗ ਦਾ ਮੈਦਾਨ ਬਣ ਗਏ ਹਨ। ਤਾਂ ਕਿ ਆਦਮੀ ਲਈ ਇਹ ਸੰਭਵ ਹੈ ਕਿ ਉਹ ਅੰਦਰੋਂ ਪੂਰੀ ਤਰ੍ਹਾਂ ਵਿਵਸਥਿਤ ਜੀਵਨ ਜੀ ਸਕੇ, ਬਿਨਾਂ ਕਿਸੇ ਦਬਾਅ ਦੇ, ਬਿਨਾਂ ਕਿਸੇ ਰੀਸ ਦੇ, ਬਿਨਾਂ ਦਮਨ ਤੇ ਜ਼ੋਰ ਜ਼ਬਰਦਸਤੀ ਤੋਂ। ਕੀ ਉਹ ਆਪਣੇ ਅੰਦਰ ਇੱਕ ਅਜਿਹੀ ਵਿਵਸਥਾ ਲਿਆ ਸਕਦਾ ਹੈ ਜੋ ਵਿਚਾਰਾਂ, ਧਾਰਨਾਵਾਂ ਤੋਂ ਮੁਕਤ ਇੱਕ ਜਿਉਂਦਾ ਜਾਗਦਾ ਗੁਣ ਹੋਵੇ, ਇੱਕ ਅੰਦਰਲੀ ਸ਼ਾਂਤੀ ਜੋ ਕਦੀ ਵੀ ਭੰਗ ਨਹੀਂ ਹੁੰਦੀ, ਅਤੇ ਅਜਿਹਾ ਕਿਸੇ ਅਨੋਖੇ ਰਹੱਸਮਈ ਕਲਪਨਾ ਲੋਕ ਵਿੱਚ ਨਹੀਂ, ਸਗੋਂ ਘਰ ਦੇ ਦਫ਼ਤਰ ਦੀ ਰੋਜ਼ਾਨਾ ਜ਼ਿੰਦਗੀ 'ਚ? ਮੇਰਾ ਵਿਚਾਰ ਵਿੱਚ ਇਸ ਪ੍ਰਸ਼ਨ ਦੀ ਛਾਣਬੀਨ ਬਹੁਤ ਹੀ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ, ਕਿਉਂਕਿ ਸਾਡੀ ਚੇਤਨਾ ਵਿੱਚ ਇੱਕ ਵੀ ਕੋਨਾ ਅਜਿਹਾ ਨਹੀਂ ਜੋ ਦਵੰਦ ਤੇ ਸੰਘਰਸ਼ ਤੋਂ ਖਾਲੀ ਹੋਵੇ। ਸਾਡੇ ਸਾਰੇ ਸੰਬੰਧਾਂ ਵਿੱਚ, ਚਾਹੇ ਉਹ ਸਭ ਤੋਂ ਨਜ਼ਦੀਕੀ ਹੋਣ ਜਾਂ ਗੁਆਂਢੀਆਂ ਨਾਲ ਜਾਂ ਫਿਰ ਸਮਾਜ ਨਾਲ, ਇਹ ਸੰਘਰਸ਼ ਹਮੇਸ਼ਾ ਮੌਜੂਦ ਰਹਿੰਦਾ ਹੈ। ਸੰਘਰਸ਼ ਜਾਨੀ ਆਪਸੀ ਵੰਡ, ਵਿਰੋਧ, ਅਲਗਾਵ ਤੇ ਦਵੈਤ ਦੀ ਹਾਲਤ। ਅਸੀਂ ਆਪਣੇ ਤੇ ਸਮਾਜ ਦਾ ਨਿਰੀਖਣ ਕਰਦੇ ਹੋਏ ਮਹਿਸੂਸ ਕਰਦੇ ਹਾਂ ਕਿ ਸਾਡੇ ਵਜੂਦ ਦੇ ਸਾਰੇ ਧਰਾਤਲ ਤੇ ਇਹ ਸੰਘਰਸ਼ ਮੌਜੂਦ ਹੈ, ਛੋਟਾ ਹੋਵੇ ਜਾਂ ਵੱਡਾ, ਜੋ ਸਤਹੀ ਪ੍ਰਤੀਕਿਰਿਆਵਾਂ ਜਾਂ ਖਤਰਨਾਕ ਨਤੀਜਿਆਂ ਵੱਲ ਲੈ ਜਾਂਦਾ ਹੈ। ਆਦਮੀ ਨੇ ਸੰਘਰਸ਼ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਇੱਕ ਸੁਭਾਵਿਕ ਅੰਗ ਵਾਂਗ ਸਵੀਕਾਰ ਕਰ ਲਿਆ ਹੈ। ਉਸ ਨੇ ਹੋੜ, ਈਰਖਾ, ਲੜਾਕੂਪਨ, ਲੋਭ ਤੇ ਜਮਾਖੋਰੀ ਨੂੰ ਜੀਵਨ ਵਿੱਚ ਇੱਕ ਸਹਿਜ ਢੰਗ ਨਾਲ ਸਵੀਕਾਰ ਕਰ ਲਿਆ ਹੈ। ਜਦ ਅਸੀਂ ਢੰਗ ਨਾਲ ਜਿਉਣਾ ਸਵੀਕਾਰ ਲੈਂਦੇ ਹਾਂ ਤਾਂ ਅਸੀਂ ਸਮਾਜ ਦੇ ਢਾਂਚੇ ਨੂੰ ਵੀ ਇੰਨ-ਵਿੰਨ ਸਵੀਕਾਰ ਕਰ ਲੈਂਦੇ ਹਾਂ ਤੇ ਉਸੇ ਮਾਣ ਸਨਮਾਨ ਦੇ ਦਾਇਰੇ ਵਿੱਚ ਜਿਉਂਦੇ ਹਾਂ। ਜ਼ਿਆਦਾਤਰ ਲੋਕ ਐਸੇ ਮੋਹ ਜਾਲ ਵਿੱਚ ਉਲਝ ਗਏ ਹਨ ਕਿਉਂਕਿ ਉਹ ਵੱਧ ਤੋਂ ਵੱਧ ਰਸੂਖਦਾਰ ਹੋਣਾ ਚਾਹੁੰਦੇ ਹਨ। ਜਦੋਂ ਅਸੀਂ ਆਪਣੇ ਅੰਦਰ ਝਾਕਦੇ ਹਾਂ, ਭਾਵ ਕਿਵੇਂ ਅਸੀਂ ਸੋਚਦੇ ਹਾਂ, ਮਹਿਸੂਸ ਕਰਦੇ ਹਾਂ ਅਤੇ ਰੋਜ਼ਾਨਾ ਜੀਵਨ ਵਿੱਚ ਕਿਵੇਂ ਵਿਚਰਦੇ ਹਾਂ, ਤਾਂ ਅਸੀਂ ਦੇਖਦੇ ਹਾਂ ਕਿ ਜਿੰਨਾ ਚਿਰ ਅਸੀਂ ਸਮਾਜ ਦੇ ਢਾਂਚੇ ਅਨੁਸਾਰ ਚੱਲਦੇ ਰਹਾਂਗੇ, ਉਨਾ ਚਿਰ ਸਾਡਾ ਜੀਵਨ ਜੰਗ ਦਾ ਮੈਦਾਨ ਬਣਿਆ ਰਹੇਗਾ।
ਪਰ ਜੇ ਅਸੀਂ ਇਸ ਨੂੰ ਸਵੀਕਾਰ ਨਹੀਂ ਕਰਦੇ ਅਤੇ ਕੋਈ ਵੀ ਧਾਰਮਿਕ ਆਦਮੀ ਅਜਿਹੇ ਸਮਾਜ ਨੂੰ ਸਵੀਕਾਰ ਨਹੀਂ ਸਕਦਾ, ਤਾਂ ਅਸੀਂ ਇਸ ਸਮਾਜ ਦੇ ਮਨੋਵਿਗਿਆਨਿਕ ਢਾਂਚੇ ਤੋਂ ਪੂਰੀ ਤਰ੍ਹਾਂ ਆਜ਼ਾਦ ਹੋ ਜਾਵਾਂਗੇ। ਸਾਡੇ ਚੋਂ ਜ਼ਿਆਦਾਤਰ ਲੋਕੀ ਸਮਾਜ ਵਸਤਾਂ ਦੇ ਧਨੀ ਹਨ, ਜੋ ਸਮਾਜ ਨੇ ਸਾਡੇ ਅੰਦਰ ਪੈਦਾ ਕੀਤਾ ਹੈ ਤੇ ਜੋ ਅਸੀਂ ਖੁਦ ਆਪਣੇ ਅੰਦਰ ਸਿਰਜਿਆ ਹੈ। ਉਹ ਹੈ ਲੋਭ, ਈਰਖਾ, ਕ੍ਰੋਧ, ਘਿਰਣਾ, ਚਿੰਤਾ, ਜਲਨ ਅਤੇ ਇਸ ਸਭ ਨਾਲ ਤਾਂ ਅਸੀਂ ਭਰੇ ਪਏ ਹਾਂ। ਸੰਸਾਰ ਦੇ ਅਨੇਕ ਧਰਮਾਂ ਨੇ ਗਰੀਬੀ ਦਾ ਉਪਦੇਸ਼ ਦਿੱਤਾ ਹੈ। ਸਾਧੂ ਸੰਨਿਆਸੀ ਇੱਕੋ ਚੋਗਾ ਪਾਉਂਦੇ ਹਨ, ਨਾ ਬਦਲ ਲੈਂਦੇ ਹਨ, ਸਿਰ ਮੁੰਡਵਾ ਲੈਂਦੇ ਹਨ। ਗਰੀਬ ਤੇ ਬ੍ਰਹਮਚਾਰੀ ਰਹਿਣ ਦੀ ਸਹੁੰ ਖਾਂਦੇ ਹਨ ਤੇ ਮੱਠ 'ਚ ਜਾ ਬਹਿੰਦੇ ਹਨ। ਪੂਰਬੀ ਦੇਸ਼ਾਂ ਵਿੱਚ ਅਜਿਹੇ ਲੋਕਾਂ ਦੀ ਭਰਮਾਰ ਹੈ ਜੋ ਇੱਕ ਲੰਗੋਟੀ, ਇੱਕ ਚਾਦਰ, ਇੱਕ ਚੋਗਾ ਪਾ ਕੇ ਦਿਨ 'ਚ ਇੱਕੋ ਵਾਰ ਖਾ ਕੇ ਗੁਜ਼ਾਰਾ ਕਰਦੇ ਹਨ ਅਤੇ ਗਰੀਬੀ ਦੀ ਇੱਥੇ ਬਹੁਤ ਪੂਜਾ ਹੁੰਦੀ ਹੈ। ਪਰ ਅਜਿਹੇ ਲੋਕ ਗਰੀਬੀ ਦਾ ਕੇਵਲ ਢੋਂਗ ਕਰਦੇ ਹਨ। ਅੰਦਰੋਂ ਮਨੋਵਿਗਿਆਨਿਕ ਤਲ 'ਤੇ ਅਤੇ ਸਮਾਜਿਕ ਵਸਤੂਆਂ ਦੇ ਉਹ ਫੇਰ ਦੇ ਧਨੀ ਹੁੰਦੇ ਹਨ, ਕਿਉਂਕਿ ਅਜੇ ਵੀ ਉਹ ਪ੍ਰਤਿਸ਼ਠਾ ਤੇ ਪਦਵੀ ਪਾਉਣ ਲਈ ਹੀ ਭਟਕ ਰਹੇ ਹਨ। ਤਾਂ ਹੀ ਉਹ ਇਸ ਧਰਮ ਜਾਂ ਉਸ ਧਰਮ ਜਾਂ ਇਸ ਪੰਥ ਜਾਂ ਉਸ ਪੰਥ ਵਿੱਚ ਚਲੇ ਜਾਂਦੇ ਹਨ। ਅਜੇ ਵੀ ਉਹ ਸੰਸਕ੍ਰਿਤੀ ਤੇ ਪਰੰਪਰਾ ਦੀਆਂ ਵੰਡੀਆਂ ਵਿੱਚ ਜਿਉਂਦੇ ਹਨ। ਇਹ ਗਰੀਬੀ ਤਾਂ ਨਾ ਹੋਈ, ਗਰੀਬ ਤਾਂ ਸਮਾਜ ਤੋਂ ਮੁਸ਼ਕਲ ਆਜ਼ਾਦ ਹੋਣਾ ਹੈ। ਕੱਪੜੇ ਭਾਵੇਂ ਥੋੜ੍ਹੇ ਵੱਧ ਹੋਣ, ਖਾਣਾ ਭਾਵੇਂ 2-3 ਵਾਰੀ ਖਾਓ, ਹੇ ਰੱਬਾ ਇਸ ਦੀ ਕਿਸ ਨੂੰ ਪਰਵਾਹ ਹੈ। ਪਰ ਬਦਕਿਸਮਤੀ ਨਾਲ ਲੋਕ ਦਿਖਾਵੇ 'ਚ ਹੀ ਫਸੇ ਹਨ। ਜਦ ਮਨ ਸਮਾਜ ਤੋਂ ਮੁਕਤ ਹੋ ਜਾਂਦਾ ਹੈ ਤਾਂ ਗਰੀਬੀ ਇੱਕ ਅਦਭੁਤ ਤੇ ਅਪੂਰਵ ਸੁੰਦਰਤਾ ਦੀ ਚੀਜ਼ ਬਣ ਜਾਂਦੀ ਹੈ। ਆਦਮੀ ਨੂੰ ਆਪਣੇ ਅੰਦਰੋਂ ਜ਼ਰੂਰ ਗਰੀਬ ਹੋਣਾ ਚਾਹੀਦਾ ਹੈ, ਕਿਉਂਕਿ ਫਿਰ ਕਿਸੇ ਚੀਜ਼ ਲਈ ਨਾ ਦੌੜ ਧੁੱਪ ਹੁੰਦੀ ਹੈ, ਨਾ ਇੱਛਾ, ਨਾ ਕੋਈ ਮੰਗ, ਕੁਝ ਵੀ ਨਹੀਂ। ਤੇ ਕੇਵਲ ਇਹੀ ਆਂਤਰਿਕ ਗਰੀਬੀ ਜੀਵਨ ਦੇ ਸੱਚ ਦਾ ਦਰਸ਼ਨ ਕਰ ਸਕਦੀ ਹੈ, ਜਿੱਥੇ ਕੋਈ ਸੰਘਰਸ਼ ਨਹੀਂ ਹੁੰਦਾ। ਅਜਿਹਾ ਜੀਵਨ ਇੱਕ ਧਰਮ ਅਸੀਸ ਹੈ ਜੋ ਕਿਸੇ ਮੰਦਰ ਅੰਦਰ ਜਾਂ ਗਿਰਜਾਘਰ 'ਚੋਂ ਨਹੀਂ ਮਿਲ ਸਕਦਾ। ਆਪਣੇ ਆਪ ਨੂੰ ਸਮਾਜ ਦੇ ਮਾਨਸਿਕ ਢਾਂਚੇ ਤੋਂ ਯਾਨੀ ਸੰਘਰਸ਼ ਦੇ ਮੁੱਲ ਤੋਂ ਮੁਕਤ ਕਰਨਾ ਕਿਵੇਂ ਸੰਭਵ ਹੈ? ਸੰਘਰਸ਼ ਦੀਆਂ ਟਹਿਣੀਆਂ ਨੂੰ ਛਾਂਗਣਾ ਮੁਸ਼ਕਲ ਨਹੀਂ ਹੈ, ਪਰ ਅਸੀਂ ਤਾਂ ਆਪਣੇ ਆਪ ਤੋਂ ਇਹ ਪੁੱਛ ਰਹੇ ਹਾਂ ਕਿ ਕੀ ਆਪਣੇ ਅੰਦਰ ਤੇ ਬਾਹਰ ਇੱਕ ਪਰਮ ਸ਼ਾਂਤ ਸਥਿਰ ਦਸ਼ਾ 'ਚ ਜਿਉਣਾ ਸੰਭਵ ਹੈ? ਇਸ ਦਾ ਇਹ ਅਰਥ ਨਹੀਂ ਕਿ ਅਸੀਂ ਨਿਕੰਮੇ ਤੇ ਜੜ ਹੋ ਕੇ ਜਿਉਣ ਲੱਗਾਂਗੇ, ਬਲਕਿ ਇਸ ਦੇ ਉਲਟ ਅਤੀ ਗਤੀਸ਼ੀਲ ਤੇ ਜਿਉਂਦੇ ਜਾਗਦੇ ਹੋ ਕੇ ਜੀਵਾਂਗੇ, ਊਰਜਾ ਨਾਲ ਭਰੇ। ਕਿਸੇ ਸਮੱਸਿਆ ਨੂੰ ਸਮਝਣ ਲਈ ਤੇ ਉਸ ਤੋਂ ਉੱਪਰ ਉੱਠਣ ਲਈ ਸਾਨੂੰ ਪੁਰਜੋਸ਼ ਅਤੇ ਨਿਰੰਤਰ ਬੌਧਿਕ ਤੇ ਭੌਤਿਕ ਊਰਜਾ ਦੀ ਭਰਵੀਂ ਲੋੜ ਹੈ। ਜੇ ਕਿਸੇ ਮੰਤਵ ਮਾਨਸਿਕ ਉਤੇਜਨਾ ਜਾਂ ਨਸ਼ੇ ਤੋਂ ਪ੍ਰੇਰਿਤ ਨਾ ਹੋਵੇ। ਜੇ ਅਸੀਂ ਕਿਸੇ ਉਤੇਜਨਾ 'ਤੇ ਨਿਰਭਰ ਰਹਿੰਦੇ ਹਾਂ ਤਾਂ ਉਹੀ ਉਤੇਜਨਾ ਸਾਡੇ ਮਨ ਨੂੰ ਜੜ ਤੇ ਅਸੰਵੇਦਨਸ਼ੀਲ ਬਣਾ ਦਿੰਦੀ ਹੈ। ਨਸ਼ਿਆਂ ਦੀ ਵਰਤੋਂ ਨਾਲ ਵਿਅਕਤੀ ਤੌਰ 'ਤੇ ਭਾਵੇਂ ਚੀਜ਼ਾਂ ਨੂੰ ਸਾਫ਼-ਸਾਫ਼ ਦੇਖਣ ਦੀ ਊਰਜਾ ਮਿਲ ਜਾਏ, ਪਰ ਬਾਅਦ ਵਿੱਚ ਫਿਰ ਉਸੇ ਹਾਲਤ ਵਿੱਚ ਆ ਜਾਂਦੇ ਹਾਂ ਜਿਸ ਕਰਕੇ ਨਸ਼ੇ 'ਤੇ ਜ਼ਿਆਦਾ ਤੋਂ ਜ਼ਿਆਦਾ ਨਿਰਭਰ ਕਰਨ ਲੱਗ ਜਾਂਦੇ ਹਾਂ। ਇਸ ਕਰਕੇ ਉਤੇਜਨਾ ਚਾਹੇ ਜਿੱਦਾਂ ਦੀ ਵੀ ਹੋਵੇ, ਮੰਦਰ ਦੀ ਹੋਵੇ ਜਾਂ ਸ਼ਰਾਬ ਜਾਂ ਨਸ਼ੇ ਦੇ ਜਾਂ ਲਿਖੇ ਪੜ੍ਹੇ ਸ਼ਬਦਾਂ ਦੀ, ਉਹ ਨਿਰਭਰਤਾ ਹੀ ਪੈਦਾ ਕਰੇਗੀ। ਇਸ ਨਿਰਭਰਤਾ ਦੇ ਕਾਰਨ ਹੀ ਅਸੀਂ ਸਾਫ਼ ਤੇ ਸਪਸ਼ਟ ਨਹੀਂ ਦੇਖ ਸਕਦੇ ਤੇ ਜਿਉਂਦੀ ਜਾਗਦੀ ਊਰਜਾ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਜਾਂਦੇ ਹਾਂ। ਬਦਕਿਸਮਤੀ ਨਾਲ ਅਸੀਂ ਸਭ ਮਾਨਸਿਕ ਤੌਰ 'ਤੇ ਕਿਸੇ ਨਾ ਕਿਸੇ ਚੀਜ਼ 'ਤੇ ਨਿਰਭਰ ਹਾਂ। ਅਸੀਂ ਨਿਰਭਰ ਕਿਉਂ ਹੁੰਦੇ ਹਾਂ? ਨਿਰਭਰ ਹੋਣ ਦੀ ਇਹ ਤੀਵਰ ਇੱਛਾ ਕਿਉਂ ਹੈ? ਇਸ ਇੰਤਜ਼ਾਰ ਵਿੱਚ ਨਾ ਰਹੋ ਕਿ ਮੈਂ ਤੁਹਾਨੂੰ ਤੁਹਾਡੀ ਨਿਰਭਰਤਾ ਦੇ ਕਾਰਨ ਦੱਸਾਂਗਾ, ਕਿਉਂਕਿ ਇਸ ਯਾਤਰਾ ਵਿੱਚ ਤੁਸੀਂ ਤੇ ਮੈਂ ਇਕੱਲੇ ਹਾਂ। ਜੇ ਇਸ
ਖੋਜਬੀਨ ਵਿੱਚ ਅਸੀਂ ਪੂਰੀ ਤਾਕਤ ਨਾਲ ਜੁਟ ਜਾਈਏ ਤਾਂ ਜ਼ਰੂਰ ਅਸੀਂ ਕੁਝ ਲੱਭ ਸਕਾਂਗੇ ਤੇ ਉਹ ਖੋਜ ਤੁਹਾਡੇ ਆਪਣੀ ਹੋਵੇਗੀ ਜੋ ਤੁਹਾਨੂੰ ਜੀਵਨ ਊਰਜਾ ਨਾਲ ਭਰ ਦੇਵੇਗੀ। ਮੈਂ ਆਪਣੇ ਲਈ ਖੋਜ ਲੈਂਦਾ ਹਾਂ ਕਿ ਮੈਂ ਕਿਸ ਚੀਜ਼ 'ਤੇ ਨਿਰਭਰ ਹਾਂ। ਮੰਨ ਲਓ ਕਿ ਸਰੋਤਿਆਂ ਤੋਂ ਮੈਨੂੰ ਇੱਕ ਉਤੇਜਨਾ ਜਿਹੀ ਮਿਲਦੀ ਹੈ। ਸਰੋਤਿਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਨ ਨਾਲ ਮੈਨੂੰ ਇੱਕ ਤਰ੍ਹਾਂ ਦੀ ਸ਼ਕਤੀ ਮਿਲਦੀ ਹੈ। ਇਸ ਕਰਕੇ ਮੈਂ ਉਹਨਾਂ 'ਤੇ ਨਿਰਭਰ ਹਾਂ ਜੋ ਮੇਰੇ ਨਾਲ ਸਹਿਮਤ ਜਾਂ ਅਸਹਿਮਤ ਹਨ। ਅਸਲ ਵਿੱਚ ਜਿਨ੍ਹਾਂ ਦੀ ਅਸਹਿਮਤੀ ਜਿੰਨੀ ਜ਼ਿਆਦਾ ਹੋਵੇਗੀ ਉਨੀ ਹੀ ਜਾਨ ਉਹ ਮੇਰੇ ਅੰਦਰ ਫੂਕਦੇ ਹਨ। ਜਦ ਉਹ ਸਹਿਮਤੀ ਵਿੱਚ ਸਿਰ ਹਿਲਾਉਂਦੇ ਹਨ ਤਾਂ ਕੁਝ ਮਜ਼ਾ ਨਹੀਂ ਆਉਂਦਾ, ਬਿਲਕੁਲ ਖਾਲੀ ਤੇ ਛਿਛਲਾ ਜਿਹਾ ਲੱਗਦਾ ਹੈ। ਇਸ ਤਰ੍ਹਾਂ ਮੈਂ ਸੱਚ ਦਾ ਪਤਾ ਲਾ ਲੈਂਦਾ ਹਾਂ ਕਿ ਲੋਕਾਂ ਦੀ ਇਹ ਭੀੜ ਮੇਰੀ ਜ਼ਰੂਰਤ ਬਣ ਗਈ ਹੈ, ਕਿਉਂਕਿ ਉਸ ਨੂੰ ਸੰਬੋਧਨ ਕਰਨਾ ਮੇਰੇ ਲਈ ਰੋਮਾਂਚ ਤੇ ਉਤੇਜਨਾ ਦੀ ਗੱਲ ਹੈ। ਪਰ ਆਖਰ ਮੈਂ ਕਿਉਂ ਉਹਨਾਂ 'ਤੇ ਨਿਰਭਰ ਹਾਂ? ਕਿਉਂਕਿ ਮੈਂ ਆਪਣੇ ਆਪ ਵਿੱਚ ਖਾਲੀ ਤੇ ਛਿਛਲਾ ਤੇ ਉਥਲਾ ਹਾਂ। ਮੇਰੇ ਅੰਦਰ ਕੁਝ ਨਹੀਂ ਹੈ। ਮੇਰੇ ਅੰਦਰ ਕੋਈ ਵੀ ਅਜਿਹਾ ਸਰੋਤ ਨਹੀਂ ਹੈ ਜੋ ਸਦਾ ਭਰਿਆ, ਭਰਪੂਰ ਤੇ ਸਦਾ ਬਹਾਰ ਹੋਵੇ। ਉਸ ਦੀ ਅਣਹੋਂਦ 'ਚ ਮੈਨੂੰ ਬਾਹਰ ਦੀ ਕਿਸੇ ਚੀਜ਼ 'ਤੇ ਨਿਰਭਰ ਹੋਣਾ ਪੈਂਦਾ ਹੈ। ਇੰਝ ਅਸੀਂ ਆਪਣੀ ਨਿਰਭਰਤਾ ਦਾ ਕਾਰਨ ਲੱਭ ਲੈਂਦੇ ਹਾਂ। ਪਰ ਕੀ ਕਾਰਨ ਦੀ ਖੋਜ ਮੈਨੂੰ ਆਜ਼ਾਦ ਕਰ ਦੇਵੇਗੀ? ਕਾਰਨ ਦਾ ਪਤਾ ਕਰਨਾ ਤਾਂ ਕੇਵਲ ਬੌਧਿਕ ਕਿਰਿਆ ਹੈ। ਸਾਫ਼ ਹੈ ਕਿ ਇਹ ਮਨ ਨੂੰ ਉਸ ਦੀ ਨਿਰਭਰਤਾ ਤੋਂ ਮੁਕਤ ਨਹੀਂ ਕਰ ਸਕਦੀ। ਕਿਸੇ ਧਾਰਨਾ ਦੀ ਕੇਵਲ ਬੌਧਿਕ ਮਨਜ਼ੂਰੀ ਜਾਂ ਕਿਸੇ ਵਿਚਾਰਧਾਰਾ ਨਾਲ ਭਾਵਨਾਤਮਕ ਸਹਿਮਤੀ ਉਤੇਜਨਾ ਦੇਣ ਵਾਲੀਆਂ ਵਸਤਾਂ 'ਤੇ ਸਾਡੀ ਨਿਰਭਰਤਾ ਨੂੰ ਖਤਮ ਨਹੀਂ ਕਰ ਸਕਦੀ। ਮਨ ਨੂੰ ਉਤੇਜਨਾਵਾਂ ਤੋਂ ਛੁਟਕਾਰਾ ਨਹੀਂ ਦਿਵਾਉਂਦੀ। ਜਿਹੜੀ ਗੱਲ ਮਨ ਨੂੰ ਨਿਰਭਰਤਾ ਤੋਂ ਛੁਟਕਾਰਾ ਦਿਵਾ ਸਕਦੀ ਹੈ ਉਹ ਹੈ ਉਤੇਜਨਾ ਤੇ ਨਿਰਭਰਤਾ ਦੇ ਸਰੂਪ ਅਤੇ ਇਸ ਦੇ ਪੂਰੇ ਢਾਂਚੇ ਨੂੰ ਸਾਫ਼-ਸਾਫ਼ ਦੇਖਣਾ ਤੇ ਨਾਲ ਹੀ ਇਹ ਬੋਧ ਹੋਣਾ ਕਿ ਇਹ ਨਿਰਭਰਤਾ ਕਿਸ ਤਰ੍ਹਾਂ ਮਨ ਨੂੰ ਮੁੜ ਤੇ ਜੜ ਬਣਾ ਦਿੰਦੀ ਹੈ। ਇਸ ਪੂਰੇ ਦੇ ਪੂਰੇ ਤੱਥ ਨੂੰ ਦੇਖਣਾ ਹੀ ਮਨ ਨੂੰ ਮੁਕਤ ਕਰ ਦਿੰਦਾ ਹੈ। ਇਸ ਲਈ ਮੈਨੂੰ ਇਹ ਪਤਾ ਲਾਉਣਾ ਪਵੇਗਾ ਕਿ ਸਮੁੱਚਤਾ 'ਚ ਦੇਖਣ ਦਾ ਕੀ ਅਰਥ ਹੈ। ਜਿੰਨਾ ਚਿਰ ਮੈਂ ਜੀਵਨ ਨੂੰ ਕਿਸੇ ਖਾਸ ਨੁਕਤੇ ਨਜ਼ਰ ਤੋਂ ਜਾਂ ਕਿਸੇ ਖਾਸ ਅਨੁਭਵ ਦੇ ਨੁਕਤੇ ਤੋਂ ਦੇਖਦਾ ਹਾਂ ਜਾਂ ਜੀਵਨ 'ਚ ਇਕੱਠੇ ਕੀਤੇ ਖਾਸ ਗਿਆਨ ਤੋਂ ਜੋ ਕਿ ਮੇਰੀ ਪਿੱਠ ਭੂਮੀ ਹੈ, ਜੋ ਮੈਂ ਹੈ ਤੋਂ ਦੇਖ ਰਿਹਾ ਹਾਂ ਤੇ ਉਨਾ ਚਿਰ ਮੈਂ ਸਮੁੱਚ ਨੂੰ ਨਹੀਂ ਦੇਖ ਸਕਦਾ। ਮੈਂ ਆਪਣੀ ਨਿਰਭਰਤਾ ਦੇ ਕਾਰਨ ਨੂੰ ਵਿਸ਼ਲੇਸ਼ਣ ਰਾਹੀਂ ਬੌਧਿਕ ਤੌਰ 'ਤੇ ਜਾਂ ਗੱਲੀ ਬਾਤੀ ਹੀ ਲੱਭਿਆ ਹੈ, ਪਰ ਵਿਚਾਰ ਕਿਉਂਕਿ ਟੁਕੜਿਆਂ 'ਚ ਹੀ ਕੰਮ ਕਰਦਾ ਹੈ, ਇਸ ਕਰਕੇ ਉਸ ਦੀ ਸਾਰੀ ਖੋਜਬੀਨ ਅੱਧੀ ਅਧੂਰੀ ਹੈ। ਸੋ ਜੇ ਵਿਚਾਰ ਲੱਤ ਨਾ ਅੜਾਉਣ ਤਾਂ ਹੀ ਮੈਂ ਕਿਸੇ ਚੀਜ਼ ਨੂੰ ਸਮੁੱਚਤਾ 'ਚ ਦੇਖ ਸਕਦਾ ਹਾਂ। ਇਸ ਲਈ ਮੈਂ ਹੁਣ ਆਪਣੀ ਨਿਰਭਰਤਾ ਦੇ ਤੱਥ ਨੂੰ, ਉਸ ਦੇ ਵਜੂਦ ਤੇ ਅਸਲੀਅਤ ਨੂੰ ਸਿੱਧਾ ਦੇਖਦਾ ਹਾਂ, ਬਿਨਾਂ ਕਿਸੇ ਪਸੰਦ ਨਾਲ ਦੇਖਦੇ ਹੋਏ। ਮੇਰੇ ਅੰਦਰ ਅਜਿਹਾ ਭਾਵ ਨਹੀਂ ਹੈ ਕਿ ਇਸ ਨਿਰਭਰਤਾ ਤੋਂ ਮੇਰਾ ਖਹਿੜਾ ਛੁੱਟੇ ਜਾਂ ਨਿਰਭਰਤਾ ਦੇ ਕਾਰਨ ਤੋਂ ਮੈਂ ਮੁਕਤ ਹੋ ਜਾਵਾਂ। ਮੈਂ ਕੇਵਲ ਇਸ ਦਾ ਨਿਰੀਖਣ ਕਰ ਰਿਹਾ ਹਾਂ। ਜਦ ਅਜਿਹਾ ਨਿਰੀਖਣ ਹੁੰਦਾ ਹੈ ਤਾਂ ਮੈਂ ਪੂਰੀ ਤਸਵੀਰ ਨੂੰ ਦੇਖਦਾ ਹਾਂ, ਉਸ ਦੇ ਕਿਸੇ ਇੱਕ ਹਿੱਸੇ ਨੂੰ ਨਹੀਂ। ਜਦ ਮਨ ਪੂਰੀ ਤਸਵੀਰ ਨੂੰ ਦੇਖ ਲੈਂਦਾ ਹੈ ਤਾਂ ਉਹ ਸਹਿਜੇ ਹੀ ਮੁਕਤ ਹੋ ਜਾਂਦਾ ਹੈ। ਇਸ ਤਰ੍ਹਾਂ ਮੈਂ ਸਮਝ ਲਿਆ ਹੈ ਕਿ ਜਿੱਥੇ ਵੀ ਬਿਖਰਾਵ ਹੁੰਦਾ ਹੈ ਤਾਂ ਊਰਜਾ ਬਰਬਾਦ ਹੁੰਦੀ ਹੈ। ਇਸ ਤਰ੍ਹਾਂ ਮੈਂ ਊਰਜਾ ਦੀ ਬਰਬਾਦੀ ਦੇ ਮੂਲ ਕਾਰਨ ਨੂੰ ਹੀ ਫੜ ਲੈਂਦਾ ਹਾਂ। ਤੁਸੀਂ ਸ਼ਾਇਦ ਇਹ ਸੋਚੋ ਕਿ ਨਕਲ ਕਰਨ ਨਾਲ, ਕੋਈ ਸਤਾ ਸਵੀਕਾਰ ਕਰਨ ਨਾਲ, ਸਾਧ ਸੰਤ, ਗੁਰ, ਵਿਧੀ ਵਿਧਾਨ, ਕਰਮ ਕਾਂਡ, ਕਿਸੇ ਪਾਰਟੀ ਜਾਂ ਵਿਚਾਰਧਾਰਾ 'ਤੇ ਨਿਰਭਰ ਹੋਣ ਨਾਲ ਊਰਜਾ ਬਰਬਾਦ ਨਹੀਂ ਹੁੰਦੀ। ਪਰ ਕੋਈ ਵੀ ਵਿਚਾਰਧਾਰਾ, ਚਾਹੇ ਚੰਗੀ ਹੋਵੇ ਜਾਂ ਮਾੜੀ, ਪਵਿੱਤਰ ਹੋਵੇ ਜਾਂ ਅਪਵਿੱਤਰ, ਉਸ ਨੂੰ ਸਵੀਕਾਰ ਕਰਨਾ ਜਾਂ ਉਸ ਅਨੁਸਾਰ ਚੱਲਣਾ ਇੱਕ ਖੰਡਿਤ ਗਤੀਵਿਧੀ ਹੈ।
ਜੋ ਟਕਰਾਵ ਖੜੀ ਕਰਦੀ ਹੈ। ਇਹ ਟਕਰਾਵ ਉਦੋਂ ਤੱਕ ਲਾਜ਼ਮੀ ਹਨ ਜਦੋਂ ਤੱਕ ਜੋ ਹੈ ਤੇ ਜੋ ਹੋਣਾ ਚਾਹੀਦਾ ਹੈ ਵਿੱਚ ਪਾੜਾ ਬਣਿਆ ਹੋਇਆ ਹੈ, ਤੇ ਹਰ ਟਕਰਾਵ ਊਰਜਾ ਦੀ ਬਰਬਾਦੀ ਹੈ। ਜੇ ਤੁਸੀਂ ਆਪਣੇ ਆਪ ਤੋਂ ਇਹ ਪੁੱਛਦੇ ਹੋ ਇਸ ਸੰਘਰਸ਼ ਤੋਂ ਕਿਵੇਂ ਮੁਕਤ ਹੋਇਆ ਜਾ ਸਕਦਾ ਹੈ, ਤੇ ਤੁਸੀਂ ਦੂਸਰੀ ਸਮੱਸਿਆ ਪੈਦਾ ਕਰ ਲੈਂਦੇ ਹੋ ਤੇ ਸੰਘਰਸ਼ ਵਿੱਚ ਹੋਰ ਵਾਧਾ ਕਰ ਲੈਂਦੇ ਹੋ। ਜੇ ਤੁਸੀਂ ਸੰਘਰਸ਼ ਨੂੰ ਇੱਕ ਤੱਥ ਦੇ ਰੂਪ ਵਿੱਚ ਕੇਵਲ ਦੇਖ ਰਹੇ ਹੋ, ਪ੍ਰਤੱਖ ਤੇ ਸਪਸ਼ਟ ਰੂਪ ਵਿੱਚ, ਜਿਵੇਂ ਕਿ ਤੁਸੀਂ ਕਿਸੇ ਠੋਸ ਚੀਜ਼ ਨੂੰ ਦੇਖਦੇ ਹੋ, ਜਾਂ ਤੁਸੀਂ ਜ਼ਰੂਰ ਹੀ ਜੀਵਨ ਦੀ ਉਸ ਸੱਚਾਈ ਨੂੰ ਸਮਝ ਜਾਓਗੇ ਜਿਸ ਵਿੱਚ ਕੋਈ ਸੰਘਰਸ਼ ਨਹੀਂ ਹੈ। ਅਸੀਂ ਇਸ ਨੂੰ ਦੂਜੀ ਤਰ੍ਹਾਂ ਵੀ ਸਮਝ ਸਕਦੇ ਹਾਂ। ਅਸੀਂ ਜੋ ਹੁਣ ਹਾਂ ਉਸ ਦੀ ਤੁਲਨਾ ਸਦਾ ਉਸ ਨਾਲ ਕਰਦੇ ਹਾਂ ਜੋ ਕੁਝ ਅਸੀਂ ਹੋਣਾ ਚਾਹੁੰਦੇ ਹਾਂ, ਤੇ ਜੋ ਹੋਣਾ ਚਾਹੁੰਦੇ ਹਾਂ ਉਸ ਦਾ ਹੀ ਪਰਛਾਵਾਂ ਹੈ। ਜੋ ਅਸੀਂ ਸੋਚਦੇ ਹਾਂ ਕਿ ਸਾਨੂੰ ਹੋਣਾ ਚਾਹੀਦਾ ਹੈ, ਪਰ ਜਿੱਥੇ ਵੀ ਤੁਲਨਾ ਹੋਵੇਗੀ ਕਿਸੇ ਆਦਮੀ ਜਾਂ ਚੀਜ਼ ਨਾਲ ਹੀ ਨਹੀਂ, ਸਗੋਂ ਤੁਹਾਡੇ ਆਪਣੇ ਕੱਲ੍ਹ ਨਾਲ ਵੀ ਉੱਥੇ ਵਿਰੋਧ ਹੀ ਹੋਵੇਗਾ। ਇਸ ਤਰ੍ਹਾਂ ਜੋ ਹੈ ਤੇ ਜੋ ਸੀ ਦੇ ਵਿੱਚ ਇੱਕ ਸੰਘਰਸ਼ ਪੈਦਾ ਹੁੰਦਾ ਹੈ, ਪਰ ਜਦ ਤੁਲਨਾ ਬਿਲਕੁਲ ਹੀ ਨਹੀਂ ਹੁੰਦੀ ਤਾਂ ਜੋ ਹੈ ਉਹੀ ਬਚਦਾ ਹੈ, ਤੇ ਜੋ ਹੈ ਉਸ ਨਾਲ ਜਿਉਣ ਦਾ ਅਰਥ ਹੈ ਸ਼ਾਂਤ ਹੋ ਜਾਣਾ। ਫਿਰ ਤੁਸੀਂ ਆਪਣਾ ਪੂਰਾ ਤੇ ਨਿਰਵਿਘਨ ਧਿਆਨ ਉਹਨਾਂ ਵੱਲ ਦੇ ਸਕਦੇ ਹੋ ਜੋ ਤੁਹਾਡੇ ਅੰਦਰ ਹੈ। ਨਿਰਾਸ਼ਾ, ਕਰੂਰਤਾ, ਡਰ, ਚਿੰਤਾ, ਇਕੱਲਾਪਨ, ਉਹਨਾਂ ਦੇ ਨਾਲ ਤੁਸੀਂ ਪੂਰਾ ਜੀ ਸਕਦੇ ਹੋ। ਫਿਰ ਕੋਈ ਵਿਰੋਧ ਨਹੀਂ ਰਹਿ ਜਾਂਦਾ, ਨਾ ਕੋਈ ਦਵੰਦ, ਨਾ ਕੋਈ ਟਕਰਾਵ। ਪਰ ਹਰ ਵਕਤ ਅਸੀਂ ਆਪਣੀ ਤੁਲਨਾ ਉਹਨਾਂ ਨਾਲ ਕਰਦੇ ਹਾਂ ਜੋ ਸਾਡੇ ਤੋਂ ਜ਼ਿਆਦਾ ਅਮੀਰ, ਜ਼ਿਆਦਾ ਤੇਜ਼ਤਰਾਰ, ਵੱਧ ਪ੍ਰਸਿੱਧ, ਵੱਧ ਸਿਆਣੇ, ਵੱਧ ਸਨੇਹੀ, ਜ਼ਿਆਦਾ ਉਹ ਹਨ। ਇਹ ਜ਼ਿਆਦਾ ਸਾਡੇ ਜੀਵਨ ਵਿੱਚ ਬਹੁਤ ਖਾਸ ਭੂਮਿਕਾ ਨਿਭਾਉਂਦਾ ਹੈ। ਹਮੇਸ਼ਾ ਕਿਸੇ ਚੀਜ਼ ਜਾਂ ਆਦਮੀ ਨਾਲ ਆਪਣੀ ਤੁਲਨਾ ਕਰਨਾ ਸੰਘਰਸ਼ ਦਾ ਮੁੱਖ ਕਾਰਨ ਹੈ। ਸਾਡੇ ਅੰਦਰ ਇਹ ਤੁਲਨਾ ਕਿਉਂ ਨਹੀਂ ਹੁੰਦੀ ਹੈ? ਤੁਸੀਂ ਕਿਸੇ ਦੂਸਰੇ ਨਾਲ ਆਪਣੀ ਤੁਲਨਾ ਕਿਉਂ ਕਰਦੇ ਹੋ? ਇਹ ਤੁਲਨਾ ਬਚਪਨ ਤੋਂ ਹੀ ਸਿਖਾਈ ਜਾਂਦੀ ਹੈ। ਹਰ ਸਕੂਲ ਵਿੱਚ ਆੜਾ ਵਿਦਿਆਰਥੀ ਤੁਲਨਾ ਤੇ ਬੀ ਵਿਦਿਆਰਥੀ ਨਾਲ ਕੀਤੀ ਜਾਂਦੀ ਹੈ। ਵਿਚਾਰਾਂ A B ਬਣਨ ਦੇ ਚੱਕਰ ਵਿੱਚ ਆਪਣਾ ਸਤਿਆਨਾਸ਼ ਕਰ ਲੈਂਦਾ ਹੈ। ਜਦ ਤੁਸੀਂ ਤੁਲਨਾ ਬਿਲਕੁਲ ਨਹੀਂ ਕਰਦੇ, ਪਰ ਜਦ ਤੁਹਾਡੇ ਸਾਹਮਣੇ ਕੋਈ ਆਦਰਸ਼ ਨਹੀਂ ਹੁੰਦਾ, ਕੋਈ ਵਿਕਲਪ ਨਹੀਂ ਹੁੰਦਾ, ਦਵੈਤ ਦੀ ਹਾਲਤ ਨਹੀਂ ਹੁੰਦੀ, ਅਰਥਾਤ ਜੋ ਹੋ ਉਸ ਤੋਂ ਵੱਖ ਕੁਝ ਵੀ ਹੋਣ ਲਈ ਸੰਘਰਸ਼ ਨਹੀਂ ਕਰਦੇ, ਤਾਂ ਤੁਹਾਡੇ ਮਨ ਦੀ ਉਦੋਂ ਕੀ ਅਵਸਥਾ ਹੁੰਦੀ ਹੈ? ਉਦੋਂ ਤੁਹਾਡਾ ਮਨ ਤੱਥ ਦੀ ਅਸਲੀਅਤ ਦੇ ਨਾਲ ਜਿਉਂਦਾ ਹੈ, ਤੱਥ ਦੇ ਉਲਟ ਦੀ ਖੋਜ ਨਹੀਂ ਕਰਦਾ। ਫਿਰ ਤੁਹਾਡਾ ਮਨ ਬਹੁਤ ਸਮਝਦਾਰ ਤੇ ਸੰਵੇਦਨਸ਼ੀਲ ਹੋ ਜਾਂਦਾ ਹੈ। ਇਹ ਪ੍ਰਚੰਡ ਜੋਸ਼ ਨਾਲ ਭਰ ਜਾਂਦਾ ਹੈ, ਕਿਉਂਕਿ ਪਹਿਲਾਂ ਕੋਸ਼ਿਸ਼ ਵਿੱਚ ਲੱਗੇ ਰਹਿਣ ਦੇ ਕਾਰਨ ਉਸ ਦੀ ਸਾਰੀ ਊਰਜਾ ਨਸ਼ਟ ਹੋ ਜਾਂਦੀ ਸੀ, ਤੇ ਜੀਵਨ ਊਰਜਾ ਦੇ ਬਿਨਾਂ ਤੁਸੀਂ ਕੁਝ ਨਹੀਂ ਕਰ ਸਕਦੇ। ਜੇ ਤੁਸੀਂ ਦੂਸਰੇ ਨਾਲ ਤੁਲਨਾ ਨਾ ਕਰੋ ਤਾਂ ਤੁਸੀਂ ਹੋਵੋਗੇ ਜੋ ਤੁਸੀਂ ਹੋ। ਤੁਲਨਾ ਨਾਲ ਤੁਸੀਂ ਆਸ਼ਾ ਕਰਦੇ ਹੋ ਕਿ ਤੁਸੀਂ ਤਰੱਕੀ ਕਰੋਗੇ, ਵਿਕਸਿਤ ਹੋਵੋਗੇ, ਜ਼ਿਆਦਾ ਬੁੱਧੀਮਾਨ ਤੇ ਸੁੰਦਰ ਹੋਵੋਗੇ, ਪਰ ਕੀ ਇਹ ਸੱਚ ਹੈ? ਤੱਥ ਉਹੀ ਹੈ ਜੋ ਤੁਸੀਂ ਹੋ। ਤੁਲਨਾ ਨਾਲ ਤੁਸੀਂ ਕੇਵਲ ਤੱਥ ਨੂੰ ਖੰਡ ਕਰ ਰਹੇ ਹੋ, ਜੋ ਊਰਜਾ ਦੀ ਬਰਬਾਦੀ ਹੈ। ਅਸਲ ਵਿੱਚ ਜੋ ਕੁਝ ਹੈ ਉਸ ਨੂੰ ਜੇ ਤੁਸੀਂ ਬਿਨਾਂ ਕਿਸੇ ਤੁਲਨਾ ਦੇ ਦੇਖੋ ਤਾਂ ਤੁਹਾਡੇ ਵਿੱਚ ਦੇਖਣ ਦੀ ਪ੍ਰਚੰਡ ਊਰਜਾ ਆ ਜਾਂਦੀ ਹੈ। ਜੇ ਤੁਸੀਂ ਆਪਣੇ ਆਪ ਨੂੰ ਬਿਨਾਂ ਕਿਸੇ ਤੁਲਨਾ ਦੇ ਦੇਖ ਪਾਵੋ ਤਾਂ ਤੁਸੀਂ ਤੁਲਨਾ ਦੇ ਪਾਰ ਚਲੇ ਜਾਂਦੇ ਹੋ। ਇਸ ਦਾ ਅਰਥ ਇਹ ਨਹੀਂ ਕਿ ਮਨ ਸੰਤੁਸ਼ਟ ਹੋ ਕੇ ਨਿਰਜੀਵ ਹੋ ਜਾਂਦਾ ਹੈ। ਇਸ ਤਰ੍ਹਾਂ ਅਸੀਂ ਉਸ ਦੀ ਗਹਿਰਾਈ 'ਚ ਝਾਕ ਲੈਂਦੇ ਹਾਂ ਕਿ ਮਨ ਕਿਸ ਤਰ੍ਹਾਂ ਆਪਣੀ ਊਰਜਾ ਨੂੰ ਨਸ਼ਟ ਕਰਦਾ ਹੈ, ਜੇ ਜੀਵਨ ਨੂੰ ਸਮਝਣ ਲਈ ਬੇਹੱਦ ਜ਼ਰੂਰੀ ਹੈ। ਮੇਰਾ ਮਕਸਦ ਇਹ ਜਾਣਨਾ ਨਹੀਂ ਕਿ ਮੇਰਾ ਟਕਰਾਅ ਕਿਸ ਨਾਲ ਹੈ,
ਮੇਰੀ ਦਿਲਚਸਪੀ ਹੋਂਦ ਦੇ ਸਤਹੀ ਟਕਰਾਵਾਂ 'ਚ ਨਹੀਂ ਹੈ। ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਸੰਘਰਸ਼ ਮੌਜੂਦ ਹੀ ਕਿਉਂ ਹੈ। ਜਦ ਮੈਂ ਇਹ ਸਵਾਲ ਖੁਦ ਨੂੰ ਕਰਦਾ ਹਾਂ ਤਾਂ ਮਾਮਲੇ ਦੀ ਜੜ ਮੇਰੀ ਪਕੜ ਵਿੱਚ ਆ ਜਾਂਦੀ ਹੈ, ਜਿਸ ਦਾ ਸਤਹੀ ਤੇ ਬਾਹਰਲੀ ਟਕਰਾਵਾਂ ਤੇ ਉਹਨਾਂ ਦੇ ਹੱਲ ਤੋਂ ਕੁਝ ਲੈਣਾ ਦੇਣਾ ਨਹੀਂ ਹੈ। ਜਦ ਮੈਂ ਮਸਲੇ ਦੀ ਜੜ ਫੜ ਲੈਂਦਾ ਹਾਂ ਤਾਂ ਮੈਂ ਸਪਸ਼ਟ ਦੇਖਦਾ ਹਾਂ, ਜੋ ਸ਼ਾਇਦ ਤੁਸੀਂ ਵੀ ਦੇਖ ਸਕੋ, ਕਿ ਇੱਛਾ ਦਾ ਸਰੂਪ ਤੇ ਅਜਿਹਾ ਹੈ ਕਿ ਜੇ ਉਸ ਨੂੰ ਠੀਕ ਠਾਕ ਨਾ ਸਮਝਿਆ ਜਾਵੇ ਤੇ ਉਹ ਸੰਘਰਸ਼ ਹੀ ਪੈਦਾ ਕਰੇਗੀ। ਇੱਛਾ ਦਾ ਅਰਥ ਅੰਤਰ ਵਿਰੋਧ। ਇੱਛਾ ਦਾ ਸੁਭਾਅ ਹੀ ਇਸ ਤਰ੍ਹਾਂ ਦਾ ਹੈ ਕਿ ਹੁਣੇ ਮੈਂ ਇਹ ਚਾਹੁੰਦਾ ਹਾਂ ਤੇ ਹੁਣੇ ਹੀ ਉਸ ਦੇ ਉਲਟ ਦੀ ਖਾਹਿਸ਼ ਕਰਨ ਲੱਗਦਾ ਹਾਂ। ਇਸ ਦਾ ਇਹ ਅਰਥ ਨਹੀਂ ਕਿ ਮੈਨੂੰ ਆਪਣੀਆਂ ਇੱਛਾਵਾਂ ਖਤਮ ਕਰ ਦੇਣੀਆਂ ਚਾਹੀਦੀਆਂ ਹਨ, ਦਬਾ ਦੇਣੀਆਂ ਚਾਹੀਦੀਆਂ ਹਨ, ਉਹਨਾਂ ਨੂੰ ਕਾਬੂ ਕਰਨ ਦੀ ਜਾਂ ਕਿਸੇ ਖਾਸ ਪਾਸੇ ਮੋੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਵਿਰੋਧ ਚੀਜ਼ਾਂ 'ਚ ਨਹੀਂ ਹੈ, ਸਗੋਂ ਇੱਛਾ ਦਾ ਸਵਰੂਪ ਹੀ ਅੰਤਰ ਵਿਰੋਧੀ ਹੈ। ਇਸ ਤੋਂ ਪਹਿਲਾਂ ਕਿ ਮੈਂ ਸੰਘਰਸ਼ ਨੂੰ ਸਮਝਾਂ, ਮੈਨੂੰ ਇੱਛਾ ਦੇ ਸਵਰੂਪ ਨੂੰ ਠੀਕ ਠਾਕ ਸਮਝਣਾ ਪਏਗਾ। ਅਸੀਂ ਆਪਣੇ ਅੰਦਰ ਅੰਤਰ ਵਿਰੋਧ ਦੀ ਹਾਲਤ ਵਿੱਚ ਹੁੰਦੇ ਹਾਂ ਅਤੇ ਅੰਤਰ ਵਿਰੋਧ ਦੀ ਇਸ ਹਾਲਤ ਇੱਛਾ ਦੇ ਕਾਰਨ ਹੀ ਪੈਦਾ ਹੁੰਦੀ ਹੈ। ਇੱਛਾ ਦਾ ਅਰਥ ਹੈ ਸੁੱਖ ਦੇ ਮਗਰ ਤੇ ਦੁੱਖ ਤੋਂ ਦੂਰ ਭੱਜਣਾ, ਜਿਸ ਦੀ ਚਰਚਾ ਅਸੀਂ ਪਹਿਲਾਂ ਹੀ ਕਰ ਚੁੱਕੇ ਹਾਂ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇੱਛਾ ਹੀ ਸਾਰੀ ਵਿਰੋਧ ਦੀ ਜੜ ਹੈ। ਇਹ ਚਾਹੀਦਾ ਹੈ ਅਤੇ ਇਹ ਨਹੀਂ ਚਾਹੀਦਾ, ਅਰਥਾਤ ਦਵੈਤ ਦੀ ਇੱਕ ਪ੍ਰਕਿਰਿਆ। ਸ਼ਾਇਦ ਤੁਸੀਂ ਦੇਖਿਆ ਹੋਵੇਗਾ, ਜਿਸ ਚੀਜ਼ ਤੋਂ ਸੁੱਖ ਮਿਲਦਾ ਹੈ ਉਸ ਦੀ ਨਕਲ ਉਸ ਨੂੰ ਕਰਨ ਲਈ ਕੋਸ਼ਿਸ਼ ਨਹੀਂ ਕਰਨੀ ਪੈਂਦੀ, ਪਰ ਜਲਦੀ ਹੀ ਉਹ ਸੁੱਖ ਦੁੱਖ ਨੂੰ ਵੀ ਸੱਦ ਲੈਂਦਾ ਹੈ। ਫਿਰ ਉਸ ਦੁੱਖ ਤੋਂ ਬਚਣ ਲਈ ਸੰਘਰਸ਼ ਕਰਨਾ ਪੈਂਦਾ ਹੈ, ਜੋ ਕਿ ਊਰਜਾ ਦੀ ਬਰਬਾਦੀ ਹੀ ਹੈ। ਤੇ ਇਹ ਦਵੈਤ ਸਾਡੇ ਵਿੱਚ ਹੈ ਹੀ ਕਿਉਂ? ਬੇਸ਼ੱਕ ਕੁਦਰਤ ਵਿੱਚ ਤਾਂ ਦਵੈਤ ਹੈ ਹੀ, ਪੁਰਸ਼ ਤੇ ਨਾਰੀ, ਪ੍ਰਕਾਸ਼ ਤੇ ਅੰਧਕਾਰ, ਰਾਤ ਤੇ ਦਿਨ, ਧੁੱਪ ਤੇ ਛਾਂ, ਪਰ ਸਾਡੇ ਅੰਦਰ ਮਾਨਸਿਕ ਤੌਰ ਤੇ ਦਵੈਤ ਕਿਉਂ ਹੈ? ਕਿਰਪਾ ਕਰਕੇ ਮੇਰੇ ਨਾਲ ਇਸ ਤੇ ਵਿਚਾਰ ਕਰੋ। ਮੇਰੇ ਕੋਲੋਂ ਜਵਾਬ ਦੀ ਉਡੀਕ ਨਾ ਕਰੋ, ਆਪਣੇ ਦਿਮਾਗ ਤੇ ਜ਼ੋਰ ਪਾਓ। ਮੇਰੇ ਸ਼ਬਦ ਤਾਂ ਕੇਵਲ ਇੱਕ ਆਈਨਾ ਹਨ, ਜਿਸ ਵਿੱਚੋਂ ਤੁਸੀਂ ਆਪਣੇ ਆਪ ਨੂੰ ਦੇਖ ਸਕਦੇ ਹੋ। ਸਵਾਲ ਇਹ ਹੈ ਕਿ ਮਾਨਸਿਕ ਦਵੈਤ ਸਾਡੇ ਅੰਦਰ ਕਿਉਂ ਹੈ? ਕੀ ਇਹ ਇਸ ਲਈ ਹੈ ਜੋ ਹੈ ਅਤੇ ਜੋ ਹੋਣਾ ਚਾਹੀਦਾ ਹੈ ਵਿੱਚ ਹਮੇਸ਼ਾ ਤੁਲਨਾ ਕਰਨਾ ਸਾਨੂੰ ਬਚਪਨ ਤੋਂ ਹੀ ਸਿਖਾਇਆ ਗਿਆ ਹੈ? ਕੀ ਠੀਕ ਹੈ, ਕੀ ਗਲਤ ਹੈ, ਕੀ ਚੰਗਾ ਹੈ, ਕੀ ਬੁਰਾ ਹੈ, ਕੀ ਨੈਤਿਕ, ਕੀ ਅਨੈਤਿਕ ਹੈ? ਇਹ ਸੰਸਕਾਰ ਸਾਡੇ ਤੇ ਥੋਪ ਦਿੱਤੇ ਗਏ ਹਨ। ਕਿ ਇਹ ਦਵੈਤ ਦੇ ਨਿਰਮਾਣ ਦੇ ਪਿੱਛੇ ਸਾਡਾ ਇਹ ਵਿਸ਼ਵਾਸ ਹੈ ਕਿ ਹਿੰਸਾ, ਈਰਖਾ, ਦਵੇਸ਼ ਆਦਿ ਦੇ ਉਲਟ ਸੋਚਣ ਵਾਲੇ ਸਾਨੂੰ ਉਹਨਾਂ ਤੋਂ ਮੁਕਤ ਹੋਣ 'ਚ ਮਦਦ ਮਿਲੇਗੀ? ਕਿ ਇਸ ਤਰ੍ਹਾਂ ਜੋ ਹੈ ਉਸ ਤੋਂ ਉਲਟ ਜਾਂ ਇਸਤੇਮਾਲ ਕੀ ਅਸੀਂ ਉਸ ਤੋਂ ਮੁਕਤ ਹੋਣ ਲਈ ਕਰਦੇ ਹਾਂ, ਜਾਂ ਕਿ ਇਹ ਸੱਚਾਈ ਤੋਂ ਭੱਜਣ ਵਾਲੀ ਗੱਲ ਹੈ? ਕੀ ਤੁਸੀਂ ਵਿਪਰੀਤ ਜਾਂ ਇਸਤੇਮਾਲ ਅਸਲੀਅਤ ਤੋਂ ਬਚਣ ਲਈ ਕਰਦੇ ਹੋ, ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਅਸਲੀਅਤ ਨਾਲ ਕਿਵੇਂ ਨਜਿੱਠਿਆ ਜਾਵੇ, ਜਾਂ ਹਜ਼ਾਰਾਂ ਸਾਲਾਂ ਦੀ ਇੱਕ ਪਰੰਪਰਾ ਤੇ ਪ੍ਰਚਾਰ ਨੇ ਤੁਹਾਨੂੰ ਇਹ ਸਿਖਾਇਆ ਹੈ ਕਿ ਜੋ ਹੈ ਉਸ ਦੇ ਉਲਟ ਇੱਕ ਵਿਕਲਪ, ਇੱਕ ਆਦਰਸ਼ ਖੜਾ ਕਰੋ ਤਾਂ ਕਿ ਵਰਤਮਾਨ ਦਾ ਤੁਸੀਂ ਮੁਕਾਬਲਾ ਕਰ ਸਕੋ, ਤੇ ਤੁਸੀਂ ਸੋਚਦੇ ਹੋ ਕਿ ਇਸ ਆਦਰਸ਼ ਦੀ ਸਹਾਇਤਾ ਨਾਲ ਜੋ ਹੈ ਉਸ ਤੇ ਤੁਸੀਂ ਛੁਟਕਾਰਾ ਪਾ ਲਵੋਗੇ। ਪਰ ਇਹ ਬਿਲਕੁਲ ਅਸੰਭਵ ਹੈ। ਤੁਸੀਂ ਜ਼ਿੰਦਗੀ ਪਰ ਅਹਿੰਸਾ ਦਾ ਉਪਦੇਸ਼ ਦਿੰਦੇ ਰਹੇ, ਪਰ ਹਰ ਵੇਲੇ ਤੁਸੀਂ ਹਿੰਸਾ ਦਾ ਹੀ ਬੀਜ ਬੀਜਦੇ ਰਹੋਗੇ। ਤੁਹਾਨੂੰ ਕਿੱਦਾਂ ਦਾ ਹੋਣਾ ਚਾਹੀਦਾ ਹੈ, ਤੁਹਾਡੇ ਕਾਰ ਵਿਹਾਰ ਕਿੱਦਾਂ ਦੇ ਹੋਣੇ ਚਾਹੀਦੇ ਹਨ, ਇਸ ਦੀ ਇੱਕ ਧਾਰਨਾ ਤੁਹਾਡੇ ਕੋਲ ਹੈ, ਪਰ ਅਸਲ ਵਿੱਚ ਤੁਹਾਡੇ ਕਾਰ ਵਿਹਾਰ ਉਸ ਤੋਂ ਵੱਖਰੇ ਹੀ ਹੁੰਦੇ ਹਨ। ਇਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਸਿਧਾਂਤ, ਆਦਰਸ਼, ਧਾਰਮਿਕ ਯਕੀਨ, ਇਹ ਸਭ ਚੀਜ਼ਾਂ ਅਡੰਬਰ ਤੇ ਬੇਈਮਾਨੀ ਭਰੇ ਜੀਵਨ ਵੱਲ ਲੈ ਜਾਂਦੀਆਂ ਹਨ। ਆਦਰਸ਼ਾਂ ਦੇ ਕਾਰਨ ਹੀ ਜੋ ਹੈ ਉਸ ਦਾ ਉਲਟ ਬਣਦਾ ਹੈ। ਇਸ ਲਈ ਜੇ ਤੁਸੀਂ ਜਾਣਦੇ ਹੋ ਕਿ ਜੋ ਹੈ
ਉਸ ਨਾਲ ਕਿਵੇਂ ਜਿਉਣਾ ਹੈ, ਤਾਂ ਵਿਪਰੀਤ ਦੀ ਕੋਈ ਲੋੜ ਹੀ ਨਹੀਂ। ਆਪਣੇ ਆਦਰਸ਼ ਵਾਂਗ ਜਾਂ ਕਿਸੇ ਹੋਰ ਵਾਂਗ ਬਣਨ ਦੀ ਕੋਸ਼ਿਸ਼ ਕਰਨਾ ਅੰਤਰ ਵਿਰੋਧ ਸੰਘਰਸ਼ ਤੇ ਆਜ਼ਾਦੀ ਦੇ ਮੁੱਖ ਕਾਰਨਾਂ 'ਚੋਂ ਇੱਕ ਹੈ। ਇੱਕ ਉਲਝਿਆ ਮਨ ਚਾਹੇ ਜੋ ਵੀ ਕਰੇ ਉਹ ਉਲਝਿਆ ਹੀ ਰਹੇਗਾ। ਇਸ ਉਲਝਣ ਭਰੇ ਮਨ 'ਚੋਂ ਜੋ ਵੀ ਨਿਕਲੇਗਾ ਹੋਰ ਵਧੇਰੇ ਉਲਝਣ ਵੱਲ ਹੀ ਲੈ ਜਾਏਗਾ। ਮੈਂ ਇਸ ਨੂੰ ਬਿਲਕੁਲ ਸਾਫ਼ ਤੇ ਸਪਸ਼ਟ ਦੇਖ ਰਿਹਾ ਹਾਂ, ਉਵੇਂ ਹੀ ਜਿਵੇਂ ਮੈਂ ਸਰੀਰਕ ਖਤਰੇ ਨੂੰ ਤੁਰੰਤ ਦੇਖ ਲੈਂਦਾ ਹਾਂ। ਫਿਰ ਕੀ ਹੁੰਦਾ ਹੈ, ਮੈਂ ਉਲਝਣਾਂ ਦੇ ਜਾਲ 'ਚ ਫਸ ਕੇ ਕੁਝ ਕਰਨਾ ਬੰਦ ਕਰ ਦਿੰਦਾ ਹਾਂ। ਇਸ ਲਈ ਇਹ ਕਰਮ ਹੀ ਪਰਮ ਕਰਮ ਬਣ ਜਾਂਦਾ ਹੈ। ਪਾਠ 8ਵਾਂ। ਨਾ ਦਮਨ ਦੇ ਤਸੀਹੇ ਸਹਿ ਕੇ ਅਤੇ ਨਾ ਹੀ ਵਿਧੀ ਵਿਧਾਨ ਦੇ ਸਖਤ ਅਨੁਸ਼ਾਸਨ ਨਾਲ ਅੱਜ ਤੱਕ ਕੋਈ ਸੱਚ ਤੱਕ ਪਹੁੰਚਿਆ ਹੈ। ਸੱਚ ਤੱਕ ਪਹੁੰਚਣ ਲਈ ਮਨ ਪੂਰੀ ਤਰ੍ਹਾਂ ਆਜ਼ਾਦ ਹੋਣਾ ਚਾਹੀਦਾ ਹੈ। ਉਸ ਵਿੱਚ ਵਿਗਾੜ ਨਾ ਦੇ ਨਿਸ਼ਾਨ ਵੀ ਨਹੀਂ ਹੋਣਾ ਚਾਹੀਦਾ। ਪਰ ਪਹਿਲਾਂ ਅਸੀਂ ਆਪਣੇ ਆਪ ਨੂੰ ਪੁੱਛ ਤਾਂ ਲਈਏ ਕਿ ਕੀ ਅਸੀਂ ਆਜ਼ਾਦ ਹੋਣਾ ਵੀ ਚਾਹੁੰਦੇ ਹਾਂ। ਜਦ ਅਸੀਂ ਮੁਕਤੀ ਦੀ ਗੱਲ ਕਰਦੇ ਹਾਂ ਤਾਂ ਕੀ ਅਸੀਂ ਸੰਪੂਰਨ ਮੁਕਤੀ ਦੀ ਗੱਲ ਕਰਦੇ ਹਾਂ, ਜਾਂ ਕੀ ਸਾਡਾ ਮਤਲਬ ਕਿਸੇ ਅਸੁਖਾਵੀਂ ਤਕਲੀਫਦੇਹ ਜਾਂ ਨਾਪਸੰਦ ਚੀਜ਼ ਤੋਂ ਮੁਕਤੀ ਦਾ ਹੀ ਹੁੰਦਾ ਹੈ। ਅਸੀਂ ਮੁਸੀਬਤਾਂ, ਭੈੜੀਆਂ ਯਾਦਾਂ ਦੇ ਦਰਦ ਤੋਂ ਭਰੇ ਤਜਰਬਿਆਂ ਤੋਂ ਤਾਂ ਮੁਕਤ ਹੋਣਾ ਚਾਹੁੰਦੇ ਹਾਂ, ਪਰ ਸੁੱਖ ਦੇਣ ਵਾਲੇ ਸੰਬੰਧਾਂ, ਸਿਧਾਂਤਾਂ ਅਤੇ ਵਿਚਾਰਧਾਰਾਵਾਂ ਨੂੰ ਸਾਂਭ ਰੱਖਦੇ ਹਾਂ। ਇੱਕ ਨੂੰ ਫੜ ਕੇ ਦੂਜੇ ਤੋਂ ਮੁਕਤ ਕਿਵੇਂ ਹੋ ਸਕਦੇ ਹਾਂ? ਇਹ ਸੰਭਵ ਹੈ ਜਿਵੇਂ ਕਿ ਅਸੀਂ ਦੇਖਿਆ ਹੈ ਕਿ ਸੁੱਖ ਨੂੰ ਦੁੱਖ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਸਾਡੇ 'ਚੋਂ ਹਰ ਇੱਕ ਨੂੰ ਇਹ ਨਿਰਣਾ ਕਰਨਾ ਪਵੇਗਾ ਕਿ ਅਸੀਂ ਪੂਰੀ ਤਰ੍ਹਾਂ ਮੁਕਤ ਹੋਣਾ ਚਾਹੁੰਦੇ ਹਾਂ ਜਾਂ ਨਹੀਂ। ਜੇ ਅਸੀਂ ਪੂਰਨ ਮੁਕਤੀ ਚਾਹੁੰਦੇ ਹਾਂ ਤਾਂ ਸਾਨੂੰ ਮੁਕਤੀ ਦੇ ਸਰੂਪ ਤੇ ਸਵਾਦ ਨੂੰ ਸਮਝਣਾ ਪਏਗਾ। ਕੀ ਮੁਕਤੀ ਦਾ ਇੰਨਾ ਹੀ ਅਰਥ ਹੈ ਕਿ ਤੁਸੀਂ ਕਿਸੇ ਚੀਜ਼ ਤੋਂ ਮੁਕਤ ਹੋ ਜਾਓ, ਕਿਸੇ ਚਿੰਤਾ, ਫਿਕਰ, ਪੀੜ ਤੋਂ ਮੁਕਤ ਹੋ ਜਾਓ, ਜਾਂ ਮੁਕਤੀ ਆਪਣੇ ਆਪ ਵਿੱਚ ਇੱਕ ਬਿਲਕੁਲ ਵੱਖਰੀ ਚੀਜ਼ ਹੈ? ਮੰਨ ਲਓ ਤੁਸੀਂ ਈਰਖਾ ਤੇ ਜਲਨ ਤੋਂ ਮੁਕਤ ਵੀ ਹੋ ਜਾਂਦੇ ਹੋ, ਪਰ ਕੀ ਇਹ ਪ੍ਰਕਿਰਿਆ ਹੀ ਨਹੀਂ ਜੋ ਕਿ ਮੁਕਤੀ ਦਾ ਹਰਗਿਜ਼ ਹੀ ਨਹੀਂ? ਤੁਸੀਂ ਕਿਸੇ ਧਾਰਮਿਕ ਵਿਸ਼ਵਾਸ ਜਾਂ ਮਤ ਦੇ ਵਿਸ਼ਲੇਸ਼ਣ ਨਾਲ ਜਾਂ ਇਸ ਨੂੰ ਪੂਰੀ ਤਰ੍ਹਾਂ ਠੁਕਰਾ ਕੇ ਇਸ ਤੋਂ ਆਸਾਨੀ ਨਾਲ ਮੁਕਤ ਹੋ ਸਕਦੇ ਹੋ, ਪਰ ਉਸ ਤੋਂ ਮੁਕਤੀ ਦੇ ਤੁਹਾਡੇ ਮਕਸਦ ਦੀ ਪ੍ਰਕਿਰਿਆ ਵੀ ਹੋਵੇਗੀ। ਹੋ ਸਕਦਾ ਹੈ ਕਿ ਤੁਸੀਂ ਉਸ ਮਤ ਤੋਂ ਤਾਂ ਹੀ ਮੁਕਤ ਹੋਣਾ ਚਾਹੁੰਦੇ ਹੋਵੋ ਕਿਉਂਕਿ ਉਹ ਹੁਣ ਸੁਵਿਧਾ ਤੇ ਫੈਸ਼ਨ ਦੀ ਗੱਲ ਨਹੀਂ ਰਹੀ। ਇਸ ਤਰ੍ਹਾਂ ਤੁਸੀਂ ਕੌਮ ਪ੍ਰਸਤੀ ਤੋਂ ਵੀ ਮੁਕਤ ਹੋ ਸਕਦੇ ਹੋ ਕਿਉਂਕਿ ਹੁਣ ਤੁਸੀਂ ਅੰਤਰਰਾਸ਼ਟਰੀਅਤਾ ਵਿੱਚ ਵਿਸ਼ਵਾਸ ਕਰਦੇ ਹੋ, ਜਾਂ ਇਸ ਲਈ ਕਿ ਹੁਣ ਤੁਸੀਂ ਮਹਿਸੂਸ ਕਰਦੇ ਹੋ ਕਿ ਕੌਮ ਪ੍ਰਸਤੀ ਦੀ ਮੂਰਖਤਾ ਪੂਰਨ ਧਾਰਨਾ ਨਾਲ ਚਿਪਕੇ ਰਹਿਣਾ, ਝੰਡੇ, ਨਾਅਰੇ ਤੇ ਹੋਰ ਇਹੋ ਜਿਹੀਆਂ ਫਜ਼ੂਲ ਗੱਲਾਂ ਨਾਲ ਆਰਥਿਕ ਤੌਰ ਤੇ ਜ਼ਰੂਰੀ ਨਹੀਂ ਰਿਹਾ। ਤੁਸੀਂ ਆਸਾਨੀ ਨਾਲ ਉਸ ਨੂੰ ਲਾਂਭੇ ਕਰ ਸਕਦੇ ਹੋ, ਜਾਂ ਤੁਸੀਂ ਕਿਸੇ ਅਧਿਆਤਮਕ ਆਗੂ ਜਾਂ ਰਾਜਨੇਤਾ ਦੇ ਵਿਰੋਧ ਪ੍ਰਕਿਰਿਆ ਕਰ ਸਕਦੇ ਹੋ ਜਿਸ ਨੇ ਤੁਹਾਨੂੰ ਅਨੁਸ਼ਾਸਨ ਜਾਂ ਵਿਦਰੋਹ ਦੇ ਬਦਲੇ 'ਚ ਮੁਕਤੀ ਦਾ ਵਾਅਦਾ ਕੀਤਾ ਸੀ। ਪਰ ਅਜਿਹੇ ਤਰਕਪੂਰਨ ਤੇ ਬੁੱਧੀਮਤਾਪੂਰਨ ਫੈਸਲਿਆਂ ਦਾ ਮੁਕਤੀ ਨਾਲ ਕੀ ਲੈਣਾ ਦੇਣਾ ਹੈ? ਜੇ ਤੁਸੀਂ ਕਹਿੰਦੇ ਹੋ ਕਿ ਕਿਸੇ ਖਾਸ ਚੀਜ਼ ਤੋਂ ਤੁਸੀਂ ਮੁਕਤ ਹੋ ਗਏ ਹੋ, ਤਾਂ ਉਸ ਖਾਸ ਚੀਜ਼ ਤੋਂ ਮੁਕਤ ਹੋਣਾ ਇੱਕ ਪ੍ਰਕਿਰਿਆ ਹੈ ਜਿਸ ਨਾਲ ਇੱਕ ਹੋਰ ਪ੍ਰਕਿਰਿਆ ਪੈਦਾ ਹੋਵੇਗੀ ਤੇ ਬਾਅਦ ਵਿੱਚ ਵਿਧੀ ਵਿਧਾਨ ਬਣ ਕੇ ਤੁਹਾਡੇ ਤੇ ਭਾਰੂ ਹੋ ਜਾਏਗੀ। ਇਸ ਤਰ੍ਹਾਂ ਤੁਸੀਂ ਪ੍ਰਕਿਰਿਆਵਾਂ ਦੀ ਜੰਜੀਰ ਵਿੱਚ ਜਕੜੇ ਜਾਓਗੇ ਤੇ ਹਰ ਪ੍ਰਕਿਰਿਆ ਨੂੰ ਤੁਸੀਂ ਮੁਕਤੀ ਦਾ ਪ੍ਰਤੀਕ ਸਮਝੋਗੇ। ਪਰ ਇਹ ਮੁਕਤੀ ਨਹੀਂ ਹੈ, ਇਹ ਥੋੜ੍ਹੀ ਬਹੁਤੀ ਤਬਦੀਲੀ ਨਾਲ ਅਤੀਤ ਹੀ ਹੈ ਜਿਸ ਨਾਲ ਤੁਹਾਡਾ ਮਨ ਚਿਪਕਿਆ ਹੋਇਆ ਹੈ। ਅੱਜ ਦਾ ਨੌਜਵਾਨ ਸਮਾਜ ਦੇ ਵਿਰੁੱਧ ਵਿਦਰੋਹ ਵਿੱਚ ਖੜਾ ਹੈ। ਇਹ ਆਪਣੇ ਆਪ ਵਿੱਚ ਇੱਕ ਚੰਗੀ ਗੱਲ ਹੈ, ਪਰ ਵਿਦਰੋਹ ਮੁਕਤੀ ਨਹੀਂ ਹੈ
ਕਿਉਂਕਿ ਜਦ ਤੁਸੀਂ ਵਿਦਰੋਹ ਕਰਦੇ ਹੋ ਤਾਂ ਇੱਕ ਪ੍ਰਕਿਰਿਆ ਹੈ। ਇਹ ਪ੍ਰਕਿਰਿਆ ਆਪਣੇ ਇੱਕ ਵੱਖਰਾ ਢਾਂਚਾ ਖੜਾ ਕਰ ਲੈਂਦੀ ਹੈ, ਜਿਸ ਵਿੱਚ ਤੁਸੀਂ ਉਲਝ ਜਾਓਗੇ। ਹਾਲਾਂਕਿ ਤੁਸੀਂ ਸੋਚਦੇ ਹੋ ਕਿ ਇਹ ਨਵੀਂ ਚੀਜ਼ ਹੈ, ਪਰ ਇਸ ਵਿੱਚ ਨਵਾਂ ਕੁਝ ਨਹੀਂ। ਇਹ ਇੱਕ ਵੱਖਰੇ ਸਾਂਚੇ ਵਿੱਚ ਟਲੀ ਪੁਰਾਣੀ ਚੀਜ਼ ਹੀ ਹੈ। ਕੋਈ ਵੀ ਸਮਾਜਿਕ ਜਾਂ ਰਾਜਨੀਤਿਕ ਵਿਦਰੋਹ ਮੁੜ ਪੁਰਾਣੀ ਬਰਜੂਆ ਮਾਨਸਿਕਤਾ ਵੱਲ ਹੀ ਪਰਤ ਜਾਏਗਾ। ਆਜ਼ਾਦੀ ਤਾਂ ਹੀ ਹੁੰਦੀ ਹੈ ਜਦੋਂ ਤੁਸੀਂ ਦੇਖਣ ਸਾਰ ਹੀ ਐਕਟ ਕਰਦੇ ਹੋ। ਇਹ ਬਗਾਵਤ ਨਾਲ ਤੇ ਬਿਲਕੁਲ ਨਹੀਂ ਹੁੰਦਾ। ਅਸਲ ਵਿੱਚ ਦੇਖਣਾ ਹੀ ਕਰਨਾ ਹੈ, ਅਤੇ ਇਹ ਕਿਰਿਆ ਤਤક્ષਣ ਹੁੰਦੀ ਹੈ। ਜਦੋਂ ਤੁਸੀਂ ਕਿਸੇ ਖਤਰੇ ਨੂੰ ਦੇਖਦੇ ਹੋ, ਉਦੋਂ ਕਿਸੇ ਸੋਚ ਵਿਚਾਰ, ਵਾਦ ਵਿਵਾਦ ਤੇ ਹਿਚਕਚਾਹਟ ਦੀ ਗੁੰਜਾਇਸ਼ ਨਹੀਂ ਹੁੰਦੀ। ਖਤਰਾ ਖੁਦ ਕਿਰਿਆ ਨੂੰ ਮਜ਼ਬੂਤ ਕਰ ਦਿੰਦਾ ਹੈ। ਇਸ ਲਈ ਦੇਖਣ ਦਾ ਅਰਥ ਹੈ ਕਰਨਾ ਤੇ ਮੁਕਤ ਹੋਣਾ। ਆਜ਼ਾਦੀ ਦੀ ਇੱਕ ਅਵਸਥਾ ਹੈ। ਇਹ ਕਿਸੇ ਚੀਜ਼ ਤੋਂ ਮੁਕਤ ਨਹੀਂ, ਸਗੋਂ ਮੁਕਤੀ ਦਾ ਅਹਿਸਾਸ ਹੈ। ਆਜ਼ਾਦੀ ਦਾ ਭਾਵ ਹੈ ਸਵਾਲ ਉਠਾਉਣ ਦੀ, ਕਿੰਤੂ ਕਰਨ ਦੀ ਆਜ਼ਾਦੀ। ਇਸ ਲਈ ਇਹ ਇੰਨੀ ਤੀਬਰ, ਸਕ੍ਰਿਆ ਤੇ ਪ੍ਰਬਲ ਹੁੰਦੀ ਹੈ ਕਿ ਹਰ ਤਰ੍ਹਾਂ ਦੀ ਨਿਰਭਰਤਾ, ਦਾਸਤਾ, ਅਸੁਲ ਪ੍ਰਸਤੀ ਤੇ ਭਾਣਾ ਮੰਨਣਾ ਦੀ ਭਾਵਨਾ ਨੂੰ ਉਖਾੜ ਸੁੱਟਦੀ ਹੈ। ਅਜਿਹੀ ਮੁਕਤੀ ਦਾ ਅਰਥ ਹੈ ਨਿਰੋਲ ਇਕੱਲਤਾ। ਸਾਡਾ ਮਨ ਤਾਂ ਅਜਿਹੀ ਸੰਸਕ੍ਰਿਤੀ ਵਿੱਚ ਵਿਕਸਿਤ ਹੋਇਆ ਹੈ ਜੋ ਪੂਰੀ ਤਰ੍ਹਾਂ ਆਪਣੇ ਆਲੇ ਦੁਆਲੇ ਤੇ ਆਪਣੀਆਂ ਪ੍ਰਵਿਰਤੀਆਂ ਤੇ ਟਿਕੀ ਹੈ। ਕੀ ਅਜਿਹਾ ਮਨ ਕਦੇ ਵੀ ਅਜਿਹੀ ਮੁਕਤੀ ਹਾਸਲ ਕਰ ਸਕਦਾ ਹੈ ਜੋ ਪੂਰੀ ਤਰ੍ਹਾਂ ਇਕੱਲਾ ਕਰ ਦਿੰਦੀ ਹੈ? ਉੱਥੇ ਨਾ ਕੋਈ ਪਰੰਪਰਾ ਹੈ ਤੇ ਨਾ ਕੋਈ ਸੱਤਾ ਤੇ ਨਾ ਕਿਸੇ ਦੀ ਲੀਡਰੀ ਹੈ। ਇੱਕ ਇਕਾਂਤ ਮਨ ਦੀ ਅੰਦਰੂਨੀ ਅਵਸਥਾ ਹੈ ਜੋ ਕਿਸੇ ਬਾਹਰੀ ਉਤੇਜਨਾ ਅਤੇ ਕਿਸੇ ਵਿਦਵਤਾ ਤੇ ਨਹੀਂ ਟਿਕੀ, ਅਤੇ ਜੋ ਨਾ ਕਿਸੇ ਅਨੁਭਵ ਦਾ ਨਤੀਜਾ ਹੈ, ਨਾ ਕਿਸੇ ਸਿੱਟੇ ਦਾ परिणाम। ਸਾਡੇ ਚੋਂ ਜ਼ਿਆਦਾਤਰ ਲੋਕ ਅੰਦਰੋਂ ਕਦੀ ਇਕੱਲੇ ਨਹੀਂ ਹੁੰਦੇ। ਇਕਾਂਤ 'ਚ ਹੋਣਾ ਤੇ ਇਕਲਾਪੇ ਵਿੱਚ ਅੰਤਰ ਹੈ। ਇਕਾਂਤ ਦਾ ਅਰਥ ਹੈ ਅਖੰਡਤਾ, ਜਦਕਿ ਇਕਲਾਪੇ ਦਾ ਭਾਵ ਹੈ ਖੁਦ ਨੂੰ ਅਲੱਗ ਕਰ ਲੈਣਾ। ਸਾਨੂੰ ਸਭ ਨੂੰ ਪਤਾ ਹੈ ਕਿ ਇਸ ਇਕਲਾਪੇ ਦਾ ਅਰਥ ਕੀ ਹੈ। ਆਪਣੇ ਚਾਰੇ ਪਾਸੇ ਕੰਧ ਖੜੀ ਕਰ ਲੈਣੀ ਤਾਂ ਕਿ ਕਿਸੇ ਪਾਸਿਓਂ ਮਾਰ ਨਾ ਸਹਿਣੀ ਪਵੇ, ਅਤੇ ਆਪਣੇ ਅੰਦਰ ਬੰਦ ਹੋ ਕੇ ਜਿਉਣਾ ਜਾਂ ਵੈਰਾਗ ਤੇ ਸੰਨਿਆਸੀ ਸਾਧਨ ਦੀ ਕੋਸ਼ਿਸ਼ ਕਰਨਾ। ਜਿਸ ਦੇ ਆਪਣੇ ਦੁੱਖ ਦਰਦ ਹਨ, ਜਾਂ ਆਪਣੇ ਹੀ ਮਨ ਦੀ ਬੁਣੀ ਵਿਚਾਰਧਾਰਾ ਦੇ ਸੁਪਨ ਜਾਲ ਵਿੱਚ ਜਿਉਣਾ। ਇਸ ਸਭ ਤੋਂ ਅਲੱਗ ਇਕਾਂਤ ਇੱਕ ਬਿਲਕੁਲ ਹੀ ਵੱਖਰੀ ਅਵਸਥਾ ਹੈ। ਤੁਸੀਂ ਇਕੱਲੇ ਕਦੇ ਨਹੀਂ ਹੁੰਦੇ, ਕਿਉਂਕਿ ਤੁਸੀਂ ਯਾਦਾਂ ਦੇ ਸੰਸਕਾਰਾਂ ਦੇ ਬੀਤੇ ਹੋਏ ਕੱਲ ਦੇ ਸ਼ੋਰਗੁਲ ਨਾਲ ਭਰੇ ਹੋਏ ਹੋ। ਤੁਹਾਡੇ ਮਨ ਉਸ ਕੂੜੇ ਕਚਰੇ ਤੋਂ ਕਦੀ ਖਾਲੀ ਨਹੀਂ ਹੁੰਦਾ ਜਿਸ ਨੂੰ ਤੁਸੀਂ ਬੜੇ ਯਤਨ ਨਾਲ ਇਕੱਠਾ ਕੀਤਾ ਹੈ। ਇਕੱਲੇ ਹੋਣ ਲਈ ਤੁਹਾਨੂੰ ਅਤੀਤ ਵੱਲ ਮਰ ਜਾਣਾ ਪਵੇਗਾ। ਇਸ ਤਰ੍ਹਾਂ ਜਦੋਂ ਤੁਸੀਂ ਇਕੱਲੇ ਹੁੰਦੇ ਹੋ, ਬਿਲਕੁਲ ਇਕੱਲੇ, ਅਰਥਾਤ ਜਦੋਂ ਤੁਸੀਂ ਕਿਸੇ ਪਰਿਵਾਰ, ਕਿਸੇ ਸੰਸਕ੍ਰਿਤੀ, ਕਿਸੇ ਦੇਸ਼, ਕਿਸੇ ਖਾਸ ਮਹਾਂਦੀਪ ਦੇ ਨਹੀਂ ਹੁੰਦੇ, ਇੱਕ ਅਣਜਾਣ ਤੇ ਅਜਨਬੀ ਹੋਣ ਦਾ ਅਹਿਸਾਸ ਰਹਿ ਜਾਂਦਾ ਹੈ। ਇਸ ਢੰਗ ਨਾਲ ਜੋ ਆਦਮੀ ਪੂਰੀ ਤਰ੍ਹਾਂ ਇਕੱਲਾ ਹੈ, ਉਹ ਬਿਲਕੁਲ ਮਾਸੂਮ ਹੈ, ਅਤੇ ਇਹ ਮਾਸੂਮੀਅਤ ਮਨ ਨੂੰ ਦੁੱਖ ਸੰਤਾਪ ਤੋਂ ਮੁਕਤ ਕਰਦੀ ਹੈ। ਹਜ਼ਾਰਾਂ ਲੋਕਾਂ ਨੇ ਜੋ ਕਿਹਾ ਹੈ ਤੇ ਆਪਣੀਆਂ ਬਦਕਿਸਮਤ ਯਾਦਾਂ ਦਾ ਭਾਰ ਅਸੀਂ ਲਈ ਫਿਰਦੇ ਹਾਂ। ਇਹ ਸਭ ਕੁਝ ਨੂੰ ਵਗਾ ਮਾਰਨ ਦਾ ਮਤਲਬ ਹੈ ਇਕੱਲੇ ਹੋਣਾ। ਉਹ ਮਨ ਜੋ ਇਕੱਲਾ ਹੈ ਉਹ ਨਾ ਸਿਰਫ ਮਾਸੂਮ ਹੈ, ਸਗੋਂ ਜਵਾਨ ਵੀ ਹੈ। ਉਮਰ ਦੇ ਤਕਾਜ਼ੇ ਤੋਂ ਬੇਪਰਵਾਹ ਜੀਵਨ ਨਾਲ ਭਰਿਆ ਮਾਸੂਮ ਉਮਰ ਭਾਵੇਂ ਜੋ ਮਰਜ਼ੀ ਹੋਵੇ, ਅਤੇ ਕੇਵਲ ਅਜਿਹਾ ਮਨ ਸੱਚ ਨੂੰ ਦੇਖ ਸਕਦਾ ਹੈ ਜਿਸ ਨੂੰ ਸ਼ਬਦਾਂ ਵਿੱਚ ਨਹੀਂ ਬੰਨ੍ਹਿਆ ਜਾ ਸਕਦਾ। ਇਸ ਇਕਾਂਤ ਦੀ ਅਵਸਥਾ ਵਿੱਚ ਤੁਹਾਨੂੰ ਇਹ ਸਮਝ ਆਉਣੀ ਸ਼ੁਰੂ ਹੁੰਦੀ ਹੈ ਕਿ ਤੁਸੀਂ ਜਿੱਦਾਂ ਦੇ ਵੀ ਹੋ, ਉਸ ਨਾਲ ਜਿਉਣਾ ਕਿੰਨਾ ਜ਼ਰੂਰੀ ਹੈ, ਨਾ ਕਿ ਉਸ ਨਾਲ ਜਿੱਦਾਂ ਦੇ ਤੁਸੀਂ ਸੀ, ਜਾਂ ਫਿਰ ਜੋ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਹੋਣਾ ਚਾਹੀਦਾ ਹੈ।
ਹੁਣ ਤੁਸੀਂ ਆਪਣੇ ਆਪ ਤੋਂ ਪੁੱਛੋ ਕਿ ਕੀ ਤੁਸੀਂ ਕਿਸੇ ਡਰ ਤੋਂ, ਕਾਂਬੇ ਤੋਂ, ਝੂਠੀ ਹਲੀਮੀ ਤੋਂ, ਸੰਕੋਚ ਤੋਂ, ਵਿਰੋਧ ਤੇ ਸਮਰਥਨ ਤੋਂ ਬਿਨਾਂ ਆਪਣੇ ਆਪ ਨੂੰ ਦੇਖ ਸਕਦੇ ਹੋ? ਦੇਖੋ ਤਾਂ ਸਹੀ ਕਿ ਜੋ ਅਸਲ ਵਿੱਚ ਤੁਸੀਂ ਹੋ, ਬਸ ਉਸਦੇ ਨਾਲ ਤੁਸੀਂ ਜੀ ਸਕਦੇ ਹੋ। ਜਦ ਤੁਸੀਂ ਕਿਸੇ ਚੀਜ਼ ਨਾਲ ਇੱਕਮਿਕ ਹੋ ਕੇ ਜਿਉਂਦੇ ਹੋ ਤਾਂ ਸਹੀ ਅਰਥਾਂ ਵਿੱਚ ਤੁਸੀਂ ਉਸ ਨੂੰ ਸਮਝਣਾ ਸ਼ੁਰੂ ਕਰ ਦਿੰਦੇ ਹੋ। ਪਰ ਜਦ ਤੁਸੀਂ ਉਸ ਦੇ ਆਦੀ ਹੋ ਜਾਂਦੇ ਹੋ, ਜਿਵੇਂ ਆਪਣੀ ਚਿੰਤਾ, ਈਰਖਾ ਵਗੈਰਾ ਤੇ ਆਦੀ ਹੋ ਜਾਂਦੇ ਹੋ, ਤਾਂ ਉਸ ਨਾਲ ਰਿਸ਼ਤਾ ਟੁੱਟ ਜਾਂਦਾ ਹੈ। ਜੇ ਤੁਸੀਂ ਕਿਸੇ ਦਰਿਆ ਕੰਢੇ ਰਹਿਣਾ ਸ਼ੁਰੂ ਕਰਦੇ ਹੋ, ਕੁਝ ਦਿਨ ਮਗਰੋਂ ਤੁਹਾਨੂੰ ਪਾਣੀ ਦੀ ਆਵਾਜ਼ ਸੁਣਨੀ ਬੰਦ ਹੋ ਜਾਂਦੀ ਹੈ। ਤੁਹਾਡੇ ਕਮਰੇ ਵਿੱਚ ਜੇ ਕੋਈ ਤਸਵੀਰ ਹੈ ਜਿਸ ਨੂੰ ਤੁਸੀਂ ਹਰ ਰੋਜ਼ ਦੇਖਦੇ ਹੋ, ਇੱਕ ਹਫ਼ਤੇ ਬਾਅਦ ਉਹ ਵਿਸਰ ਜਾਂਦੀ ਹੈ। ਪਹਾੜਾਂ, ਵਾਦੀਆਂ, ਦਰਖਤਾਂ, ਤੁਹਾਡੇ ਪਰਿਵਾਰ, ਪਤੀ ਪਤਨੀ, ਸਭ ਨਾਲ ਇਹੋ ਹੁੰਦਾ ਹੈ। ਪਰ ਈਰਖਾ, ਜਲਨ ਜਾਂ ਚਿੰਤਾ ਦੇ ਨਾਲ ਜਿਉਣ ਲਈ ਤੁਹਾਨੂੰ ਉਹਨਾਂ ਦੇ ਆਦੀ ਹੋਣ ਤੋਂ ਜਾਂ ਉਹਨਾਂ ਨੂੰ ਸਵੀਕਾਰ ਕਰ ਲੈਣ ਤੋਂ ਬਚਣਾ ਪਏਗਾ। ਤੁਹਾਨੂੰ ਇਹਨਾਂ ਦੀ ਪਰਵਾਹ ਕਰਨੀ ਪਵੇਗੀ, ਨਵੇਂ ਲਾਏ ਬੂਟੇ ਵਾਂਗ ਜਿਸ ਨੂੰ ਤੁਸੀਂ ਧੁੱਪ ਤੇ ਹਨੇਰੀ ਤੋਂ ਬਚਾਉਂਦੇ ਹੋ। ਬਿਨਾਂ ਨਿੰਦਿਆ ਜਾਂ ਸਮਰਥਨ ਤੋਂ ਉਹਨਾਂ ਦਾ ਧਿਆਨ ਰੱਖਣਾ ਪਏਗਾ। ਫਿਰ ਤੁਸੀਂ ਉਹਨਾਂ ਵੱਲ ਪ੍ਰੇਮ ਪੂਰਵਕ ਹੋਣ ਲੱਗਦੇ ਹੋ। ਜਦ ਤੁਸੀਂ ਉਹਨਾਂ ਦਾ ਧਿਆਨ ਰੱਖਣ ਲੱਗਦੇ ਹੋ ਤਾਂ ਤੁਹਾਡਾ ਉਹਨਾਂ ਨਾਲ ਪਿਆਰ ਵਾਲਾ ਨਾਜ਼ੁਕ ਰਿਸ਼ਤਾ ਹੋ ਜਾਂਦਾ ਹੈ। ਮੇਰਾ ਮਤਲਬ ਇਹ ਨਹੀਂ ਕਿ ਚਿੰਤਾ ਜਾਂ ਈਰਖਾਲੂ ਹੋਣ ਨੂੰ ਤੁਸੀਂ ਪਿਆਰ ਕਰਨ ਲੱਗਦੇ ਹੋ, ਜਿਵੇਂ ਕਿ ਬਹੁਤੇ ਲੋਕ ਕਰਦੇ ਹਨ। ਸਗੋਂ ਕਹਿਣ ਦਾ ਭਾਵ ਹੈ ਕਿ ਇਹ ਹੈ ਕਿ ਤੁਸੀਂ ਉਹਨਾਂ ਨੂੰ ਗੌਰ ਨਾਲ ਦੇਖਦੇ ਹੋ, ਕਿਉਂਕਿ ਤੁਸੀਂ ਉਹਨਾਂ ਨੂੰ ਸਮਝਣਾ ਚਾਹੁੰਦੇ ਹੋ। ਕੀ ਤੁਸੀਂ ਉਸ ਨਾਲ ਜਿਉ ਸਕਦੇ ਹਾਂ ਜੋ ਅਸੀਂ ਹਾਂ, ਚੰਗੀ ਤਰ੍ਹਾਂ ਜਾਣਦੇ ਹੋਏ ਕਿ ਅਸੀਂ ਮੁੜ ਈਰਖਾਲੂ, ਡਰੇ ਹੋਏ ਹਾਂ? ਸਾਡੇ ਦਿਲਾਂ ਵਿੱਚ ਪਿਆਰ ਦਾ ਸਿਰਫ ਭੁਲੇਖਾ ਹੈ, ਹਾਲਾਂਕਿ ਸਮਝਦੇ ਅਸੀਂ ਇਸ ਤੋਂ ਉਲਟ ਹਾਂ। ਜਰਾ ਜਿੰਨੀ ਗੱਲ ਦਾ ਬੁਰਾ ਮੰਨ ਜਾਂਦੇ ਹਾਂ, ਛੇਤੀ ਬੋਰ ਹੋ ਜਾਂਦੇ ਹਾਂ, ਖੁਸ਼ਾਮਦ ਪਸੰਦ ਹਾਂ। ਕੀ ਅਸੀਂ ਇਹਨਾਂ ਅਸਲੀਅਤਾਂ ਤੇ ਸੱਚਾਈਆਂ ਨਾਲ, ਅਰਥਾਤ ਜੋ ਅਸੀਂ ਹਾਂ, ਜਿੱਦਾਂ ਦੇ ਹਾਂ, ਬਿਨਾਂ ਸਵੀਕਾਰ ਜਾਂ ਇਨਕਾਰ ਦੇ ਇਸ ਦੇ ਨਾਲ ਜੀ ਸਕਦੇ ਹਾਂ? ਉਤੇਜਿਤ, ਉਦਾਸ ਜਾਂ ਦੁਖੀ ਹੋਏ ਬਗੈਰ ਕੀ ਅਸੀਂ ਇਸ ਸਭ ਨਾਲ ਨਿਰੀਖਣ ਕਰ ਸਕਦੇ ਹਾਂ? ਹੁਣ ਆਪਣੇ ਆਪ ਨਾਲ ਇੱਕ ਹੋਰ ਸਵਾਲ ਕਰੋ। ਇਸ ਆਜ਼ਾਦੀ ਤੇ ਇਕਾਂਤ ਲਈ ਅਤੇ ਜੋ ਵੀ ਅਸੀਂ ਹਾਂ, ਉਸ ਅੰਦਰੂਨੀ ਢਾਂਚੇ ਦੇ ਸੰਪਰਕ ਵਿੱਚ ਆਉਣ ਲਈ ਕੀ ਸਮਾਂ ਜ਼ਰੂਰੀ ਹੈ? ਅਰਥਾਤ ਕੀ ਮੁਕਤੀ ਹੌਲੇ-ਹੌਲੇ ਹਾਸਲ ਕਰਨ ਵਾਲੀ ਚੀਜ਼ ਹੈ? ਹਰਗਿਜ਼ ਨਹੀਂ, ਕਿਉਂਕਿ ਜਿਉਂ ਹੀ ਸਮੇਂ ਦਾ ਸਵਾਲ ਖੜਾ ਕਰਦੇ ਹੋ, ਤੁਸੀਂ ਹੋਰ ਉਲਝਦੇ ਹੀ ਜਾਂਦੇ ਹੋ। ਤੁਸੀਂ ਹੌਲੀ-ਹੌਲੀ, ਕਦਮ ਦਰ ਕਦਮ ਮੁਕਤ ਨਹੀਂ ਹੋ ਸਕਦੇ। ਇਹ ਸਮੇਂ ਦੀ ਗੱਲ ਹੀ ਨਹੀਂ ਹੈ। ਅਗਲਾ ਸਵਾਲ ਹੈ ਕਿ ਤੁਸੀਂ ਉਸ ਮੁਕਤੀ ਦੇ ਬਾਰੇ ਸੁਚੇਤ ਹੋ ਸਕਦੇ ਹੋ? ਜੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਮੁਕਤ ਹੋ ਤਾਂ ਪੱਕਾ ਜਾਣ ਲਓ ਕਿ ਤੁਸੀਂ ਮੁਕਤ ਨਹੀਂ ਹੋ। ਇਹ ਉਸ ਆਦਮੀ ਵਾਂਗ ਹੈ ਜੋ ਕਹਿੰਦਾ ਹੈ ਮੈਂ ਖੁਸ਼ ਹਾਂ। ਜਿਸ ਘੜੀ ਉਹ ਕਹਿੰਦਾ ਹੈ ਕਿ ਮੈਂ ਖੁਸ਼ ਹਾਂ, ਉਹ ਉਸ ਦਾ ਚੀਜ਼ ਦੀ ਜਾਤ ਜਿਉਂ ਲੱਗਦਾ ਹੈ ਜੋ ਜਾ ਚੁੱਕੀ ਹੈ। ਆਜ਼ਾਦੀ ਸਿਰਫ ਸਹਿ ਸੁਆਹੀ ਘਟਦੀ ਹੈ, ਤੁਹਾਡੇ ਚਾਹੁਣ, ਤਰਸਣ ਤੇ ਇੱਛਾ ਕਰਨ ਨਾਲ ਨਹੀਂ। ਨਾ ਹੀ ਇਸ ਮੁਕਤੀ ਨੂੰ ਤੁਸੀਂ ਆਪਣੀਆਂ ਕਲਪਨਾਵਾਂ ਦੇ ਬਿੰਬ ਬਣਾ ਕੇ ਹਾਸਿਲ ਕਰ ਸਕਦੇ ਹੋ। ਮੁਕਤੀ ਦੇ ਦਰਵਾਜ਼ੇ ਤੇ ਦਸਤਕ ਦੇਣ ਲਈ ਮਨ ਨੂੰ ਸਮੇਂ ਤੋਂ ਪਾਰ ਜਾ ਕੇ ਜੀਵਨ ਨੂੰ, ਜੋ ਕਿ ਇੱਕ ਵਿਰਾਟ ਪ੍ਰਵਾਹ ਤੇ ਗਤੀ ਹੈ, ਦੇਖਣਾ ਮਿਥਣਾ ਪਏਗਾ। ਮੁਕਤੀ ਚੇਤਨਾ ਦੀਆਂ ਸੀਮਾਵਾਂ ਦੇ ਪਾਰ ਸ਼ੁਰੂ ਹੁੰਦੀ ਹੈ। ਸਮਾਂ, ਦੁੱਖ, ਮੌਤ। ਮੈਂ ਇੱਕ ਸਾਧਕ ਦੀ ਕਹਾਣੀ ਨਾਲ ਚਰਚਾ ਦੀ ਸ਼ੁਰੂਆਤ ਕਰਨੀ ਚਾਹਾਂਗਾ, ਜੋ ਪਰਮਾਤਮਾ ਕੋਲ ਜਾ ਕੇ ਸੱਚ ਦੀ ਸਿੱਖਿਆ ਦੀ ਮੰਗ ਕਰਦਾ ਹੈ। ਵਿਚਾਰਾ ਪਰਮਾਤਮਾ ਕੀ ਕਰਦਾ? ਉਸ ਨੇ ਇੱਕ ਤਰਕੀਬ ਸੋਚੀ ਤੇ ਕਿਹਾ ਕਿ ਭਾਈ, ਅੱਜ ਗਰਮੀ ਬਹੁਤ ਹੈ, ਇਸ ਲਈ ਮੈਨੂੰ ਬਹੁਤ ਪਿਆਸ ਲੱਗੀ ਹੈ। ਮੈਨੂੰ ਪਹਿਲਾਂ ਕਿਤੋਂ ਇੱਕ ਗਲਾਸ ਠੰਡਾ ਪਾਣੀ ਲਿਆ ਕੇ ਪਿਆ। ਉਹ ਸਾਧਕ ਸੰਨਿਆਸੀ ਪਾਣੀ ਦੀ ਖੋਜ ਵਿੱਚ ਨਿਕਲਿਆ ਤੇ ਰਸਤੇ ਵਿੱਚ ਜੋ ਪਹਿਲਾ ਘਰ ਆਇਆ, ਉਸ ਦਾ ਬੂਹਾ ਖੜਕਾਇਆ। ਇੱਕ ਬਹੁਤ ਹੀ ਸੁੰਦਰ ਇਸਤਰੀ ਨੇ ਦਰਵਾਜ਼ਾ ਖੋਲ੍ਹਿਆ। ਸੰਨਿਆਸੀ ਉਸ ਦੇ ਪ੍ਰੇਮ ਵਿੱਚ ਪੈ ਗਿਆ। ਦੋਨਾਂ ਨੇ ਸ਼ਾਦੀ ਕਰ ਲਈ ਤੇ ਫਿਰ ਕਈ ਬੱਚੇ। ਇੱਕ ਦਿਨ ਮੁਸਲਾਧਾਰ ਬਾਰਿਸ਼ ਸ਼ੁਰੂ ਹੋਈ।
ਜੋ ਕਈ ਦਿਨਾਂ ਤੱਕ ਨਾ ਰੁਕੀ। ਪਾਣੀ ਰੁਕਣ ਦਾ ਨਾਂ ਹੀ ਨਹੀਂ ਲੈਂਦਾ ਸੀ। ਨਦੀ, ਤਲਾਅ, ਗਲੀ ਕੁਚੇ ਸਭ ਪਾਣੀ ਨਾਲ ਭਰ ਗਏ। ਜਦ ਘਰ-ਬਾਰ ਪਾਣੀ ਵਿੱਚ ਡੁੱਬਣ ਲੱਗਾ ਤਾਂ ਉਸ ਗ੍ਰਸਤੀ ਬਣੇ ਸੰਨਿਆਸੀ ਨੇ ਆਪਣੇ ਬਾਲ-ਬੱਚੇ ਆਪਣੇ ਮੋਢਿਆਂ 'ਤੇ ਲੱਦ ਲਏ ਤੇ ਪਤਨੀ ਦਾ ਹੱਥ ਫੜ ਲਿਆ। ਪਰ ਜਦ ਪਾਣੀ ਉਸ ਨੂੰ ਵੀ ਰੋੜਨ ਲੱਗਾ ਤਾਂ ਉਹ ਚੀਖਿਆ, "ਹੇ ਭਗਵਾਨ, ਬਚਾਓ!" ਪਰਮਾਤਮਾ ਨੇ ਹਾਜ਼ਰ ਹੋ ਕੇ ਕਿਹਾ ਕਿ ਪਾਣੀ ਦਾ ਗਿਲਾਸ ਜੋ ਮੈਂ ਮੰਗਿਆ ਸੀ ਉਹ ਕਿੱਥੇ ਹੈ? ਇਹ ਇੱਕ ਚੰਗੀ ਕਹਾਣੀ ਹੈ ਕਿਉਂਕਿ ਇਹ ਦੱਸਦੀ ਹੈ ਕਿ ਅਸੀਂ ਕਿਸ ਤਰ੍ਹਾਂ ਸਮਾਂ ਦੀ ਭਾਸ਼ਾ ਵਿੱਚ ਹੀ ਸੋਚਦੇ ਹਾਂ। ਆਦਮੀ ਸਮੇਂ ਦੇ ਸਹਾਰੇ ਹੀ ਜੀਵਨ ਕੱਟਦਾ ਹੈ ਤੇ ਭਾਜ ਦੇ ਇੱਕ ਸੋਹਣੇ ਜਿਹੇ ਸਾਧਨ ਦੇ ਰੂਪ ਵਿੱਚ ਭਵਿੱਖ ਦੀ ਖੋਜ ਕਰ ਲੈਂਦਾ ਹੈ। ਅਸੀਂ ਸੋਚਦੇ ਹਾਂ ਕਿ ਜਿਵੇਂ ਜਿਵੇਂ ਸਮਾਂ ਲੰਘੇਗਾ ਸਾਡੇ ਵਿੱਚ ਤਬਦੀਲੀ ਹੁੰਦੀ ਜਾਏਗੀ, ਸਾਡੇ ਅੰਦਰ ਥੋੜ੍ਹੀ ਥੋੜ੍ਹੀ ਵਿਵਸਥਾ ਹੁੰਦੀ ਜਾਏਗੀ। ਪਰ ਵਿਵਸਥਾ ਤੇ ਸ਼ਾਂਤੀ ਸਮੇਂ ਦਾ ਮਸਲਾ ਨਹੀਂ ਹੈ ਜੋ ਸਾਨੂੰ ਹੌਲੀ ਹੌਲੀ ਕਰ ਲਵਾਂਗੇ ਦੇ ਅੰਦਾਜ਼ ਵਿੱਚ ਸੋਣਾ ਬੰਦ ਕਰ ਦੇਣਾ ਚਾਹੀਦਾ ਹੈ। ਸ਼ਾਂਤ ਹੋਣ ਲਈ ਕੱਲ੍ਹ ਦਾ ਕੋਈ ਵਜੂਦ ਨਹੀਂ, ਸ਼ਾਂਤ ਤੇ ਦਰੁਸਤ ਹੋਣੇ ਹੀ ਹੋਇਆ ਜਾ ਸਕਦਾ ਹੈ ਹੁਣੇ ਐਸੇ ਪਲ। ਜਦ ਖਤਰਾ ਤੁਹਾਡੇ ਸਾਹਮਣੇ ਹੋਵੇ ਤਾਂ ਸਮਾਂ ਗਾਇਬ ਹੋ ਜਾਂਦਾ ਹੈ। ਫਿਰ ਕਿਰਿਆ ਤਤਕਾਲ ਹੁੰਦੀ ਹੈ ਜਾਂ ਨਹੀਂ। ਪਰ ਅਸੀਂ ਆਪਣੀਆਂ ਬਹੁਤ ਸਾਰੀਆਂ ਸਮੱਸਿਆਵਾਂ ਦੇ ਖਤਰੇ ਨੂੰ ਨਹੀਂ ਦੇਖਦੇ, ਇਸ ਲਈ ਉਹਨਾਂ 'ਤੇ ਕਾਬੂ ਪਾਉਣ ਦਾ ਇੱਕਮਾਤਰ ਸਾਧਨ ਸਮੇਂ ਨੂੰ ਬਣਾ ਲੈਂਦੇ ਹਾਂ। ਪਰ ਸਮਾਂ ਤੋਂ ਵੱਡਾ ਧੋਖੇਬਾਜ਼ ਹੈ ਕਿਉਂਕਿ ਸਾਡੇ ਅੰਦਰ ਤਬਦੀਲੀ ਲਿਆਉਣ ਵਿੱਚ ਉਹ ਕੋਈ ਮਦਦ ਨਹੀਂ ਕਰਦਾ। ਸਮਾਂ ਤਾਂ ਇੱਕ ਪ੍ਰਵਾਹ ਹੈ, ਗਤੀ ਹੈ, ਜਿਸ ਨੂੰ ਇਨਸਾਨ ਨੇ ਅਤੀਤ, ਵਰਤਮਾਨ ਅਤੇ ਭਵਿੱਖ ਵਿੱਚ ਵੰਡ ਲਿਆ ਹੈ। ਜਦ ਤੱਕ ਉਹ ਇਸ ਵੰਡ ਨੂੰ ਕਾਇਮ ਰੱਖੇਗਾ ਉਨਾ ਚਿਰ ਉਹ ਸੰਘਰਸ਼ ਵਿੱਚ ਰਹੇਗਾ। ਕੀ ਸਿੱਖਣ ਲਈ ਵਕਤ ਦੀ ਕੋਈ ਲੋੜ ਹੈ? ਅਸੀਂ ਹਜ਼ਾਰਾਂ ਸਾਲਾਂ 'ਚ ਵੀ ਇਹ ਨਹੀਂ ਸਿੱਖ ਸਕੇ ਕਿ ਇੱਕ ਦੂਜੇ ਲਈ ਨਫ਼ਰਤ ਤੇ ਹਿੰਸਾ ਦੀ ਬਜਾਏ ਅਸੀਂ ਇੱਕ ਬਿਹਤਰ ਢੰਗ ਨਾਲ ਵੀ ਜੀ ਸਕਦੇ ਹਾਂ। ਤਾਂ ਹੀ ਸਾਡਾ ਜੀਵਨ ਇੰਨਾ ਔਖਾ ਤੇ ਵਾਹਿਯਾਤ ਹੈ। ਜੇ ਅਸੀਂ ਇਸ ਜ਼ਿੰਦਗੀ ਦਾ ਕੁਝ ਕਰਨਾ ਹੈ ਜਿਸ ਨੂੰ ਅਸੀਂ ਡਰਾਉਣੀ ਤੇ ਬੇਈਮਾਨੀ ਬਣਾ ਲਿਆ ਹੈ ਤਾਂ ਸਮੇਂ ਦੀ ਸਮੱਸਿਆ ਨੂੰ ਸਮਝਣਾ ਨਿਹਾਇਤ ਜ਼ਰੂਰੀ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਸਮੇਂ ਨੂੰ ਇੱਕ ਮਾਸੂਮ ਤੇ ਤਰੋਤਾਜ਼ਾ ਮਨ ਨਾਲ, ਜਿਸ ਦੀ ਚਰਚਾ ਪਹਿਲੇ ਹੋ ਚੁੱਕੀ ਹੈ, ਹੀ ਦੇਖਿਆ ਜਾ ਸਕਦਾ ਹੈ। ਆਪਣੀਆਂ ਸਮੱਸਿਆਵਾਂ ਦੀ ਸਹੀ ਸਮਝ ਨਾ ਹੋਣ ਕਰਕੇ ਅਸੀਂ ਇਹਨਾਂ ਦੀ ਭੁੱਲ ਭੁਲੱਈਆ 'ਚ ਭਟਕ ਗਏ ਹਾਂ। ਜੇ ਤੁਸੀਂ ਕਿਸੇ ਜੰਗਲ ਵਿੱਚ ਗਵਾਚ ਜਾਓ ਤਾਂ ਪਹਿਲਾ ਕੰਮ ਕੀ ਕਰੋਗੇ? ਪਹਿਲਾਂ ਤੁਸੀਂ ਉੱਥੇ ਦੇ ਉੱਥੇ ਖਲੋ ਜਾਂਦੇ ਹੋ ਕਿ ਅਜਿਹਾ ਨਹੀਂ ਹੈ। ਫਿਰ ਤੁਸੀਂ ਚਾਰੇ ਪਾਸੇ ਨਜ਼ਰ ਘੁਮਾ ਕੇ ਦੇਖਦੇ ਹੋ। ਪਰ ਜੀਵਨ ਵਿੱਚ ਜਿੰਨਾ ਤੁਸੀਂ ਉਲਝ ਕੇ ਭਟਕ ਜਾਂਦੇ ਹੋ ਓਨੀ ਹੀ ਤੁਹਾਡੀ ਦੌੜ ਭੱਜ ਵੱਧ ਜਾਂਦੀ ਹੈ ਅਤੇ ਤੁਸੀਂ ਬਦਹਵਾਸ ਹੋ ਕੇ ਚਾਰੇ ਪਾਸੇ ਕੁਝ ਲੱਭਣ ਲਈ ਦੌੜਦੇ ਹੋ। ਦੂਜੇ ਭਟਕ ਕੇ ਲੋਕਾਂ ਕੋਲੋਂ ਪੁੱਛਦੇ ਹੋ, ਉਹਨਾਂ ਮਗਰ ਦੌੜਨ ਲੱਗਦੇ ਹੋ। ਮੈਨੂੰ ਕੋਈ ਪੁੱਛੇ ਤਾਂ ਮੈਂ ਤਾਂ ਇਹੀ ਕਹਾਂਗਾ ਕਿ ਤੁਸੀਂ ਪਹਿਲਾਂ ਆਪਣੇ ਅੰਦਰ ਇੱਕਦਮ ਠਹਿਰ ਜਾਓ, ਬਿਲਕੁਲ ਰੁਕ ਜਾਓ। ਜਦ ਤੁਸੀਂ ਆਪਣੇ ਅੰਦਰ ਜਾਂ ਮਾਨਸਿਕ ਤੌਰ 'ਤੇ ਠਹਿਰ ਜਾਂਦੇ ਹੋ ਤਾਂ ਤੁਹਾਡਾ ਮਨ ਪੂਰੀ ਤਰ੍ਹਾਂ ਸ਼ਾਂਤ ਤੇ ਸਾਫ਼ ਹੋ ਜਾਂਦਾ ਹੈ। ਫਿਰ ਹੀ ਅਸਲ ਵਿੱਚ ਤੁਸੀਂ ਸਮੇਂ ਦੀ ਇਸ ਸਮੱਸਿਆ ਨੂੰ ਠੀਕ ਦੇਖ ਸਕਦੇ ਹੋ। ਸਮੇਂ ਦੇ ਦਾਇਰੇ ਵਿੱਚ ਹੀ ਸਾਰੀਆਂ ਸਮੱਸਿਆਵਾਂ ਦੀ ਜੜ੍ਹਾਂ ਹਨ। ਭਾਵ ਕਿ ਅਸੀਂ ਕਿਸੇ ਵੀ ਸਵਾਲ ਦਾ ਸਾਹਮਣਾ ਅੱਧੇ ਅਧੂਰੇ ਢੰਗ ਨਾਲ ਕਰਦੇ ਹਾਂ। ਸਮੱਸਿਆ ਨਾਲ ਸਾਡਾ ਅੱਧਾ ਅਧੂਰਾ ਸੰਪਰਕ ਹੀ ਸਮੱਸਿਆਵਾਂ ਨੂੰ ਪੈਦਾ ਕਰਦਾ ਹੈ। ਜਦ ਅਸੀਂ ਕਿਸੇ ਚੁਣੌਤੀ ਦਾ ਟੁਕੜਿਆਂ ਵਿੱਚ ਸਾਹਮਣਾ ਕਰਦੇ ਹਾਂ ਜਾਂ ਉਸ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਹਾਂ, ਅਰਥਾਤ ਜਦ ਅਸੀਂ ਪੂਰੇ ਧਿਆਨ ਨਾਲ ਉਸ ਚੁਣੌਤੀ ਦਾ ਸਾਹਮਣਾ ਨਹੀਂ ਕਰਦੇ ਤਾਂ ਅਸੀਂ ਸਮੱਸਿਆ ਖੜੀ ਕਰ ਲੈਂਦੇ ਹਾਂ। ਜਿੰਨਾ ਚਿਰ ਇਸ ਵੱਲ ਸਾਡੀ ਹੋਸ਼ ਤੇ ਤਵੱਜੋ ਅਧੂਰੀ ਰਹਿੰਦੀ ਹੈ, ਇਸ ਦੇ ਹੱਲ ਨੂੰ ਅੱਜ ਕੱਲ੍ਹ ਦੇ ਟਾਲਦੇ ਹਾਂ ਤਾਂ ਇਹ ਸਮੱਸਿਆ ਕਾਇਮ ਰਹਿੰਦੀ ਹੈ। ਕੀ ਤੁਸੀਂ ਜਾਣਦੇ ਹੋ ਕਿ ਸਮਾਂ ਕੀ ਹੈ? ਘੜੀ ਤੇ ਕੈਲੰਡਰ ਵਾਲਾ ਨਹੀਂ, ਬਲਕਿ ਉਹ ਸਮਾਂ ਜੋ ਸਾਡੇ ਮਨ ਵਿੱਚ ਬੈਠਾ ਹੈ। ਇਹ ਸਮਾਂ ਵਿਚਾਰਨ ਤੇ ਕਰਨ ਵਿਚਲਾ ਵਕਫਾ ਹੈ। ਸਾਫ਼ ਤੌਰ 'ਤੇ ਵਿਚਾਰ ਤੋਂ ਸਾਡਾ ਭਾਵ ਹੀ ਆਤਮ ਰੱਖਿਆ ਹੈ। ਸੁਰੱਖਿਅਤ ਬਣੇ ਰਹਿਣ ਦਾ ਭਾਵ ਕਰਨਾ ਉਸ ਵੇਲੇ ਹੁੰਦਾ ਹੈ। ਕਰਨਾ ਅਤੀਤ ਜਾਂ ਭਵਿੱਖ ਦਾ ਵਿਸ਼ਾ ਨਹੀਂ, ਕਰਨਾ ਹਮੇਸ਼ਾ ਤਤਕਾਲ ਹੁੰਦਾ ਹੈ।
ਪਰ ਕਰਨਾ ਬੜਾ ਖਤਰਨਾਕ ਤੇ ਅਨਿਸ਼ਚਿਤ ਹੈ। ਇਸ ਕਰਕੇ ਅਸੀਂ ਕਰਨ ਦੀ ਬਜਾਏ ਵਿਚਾਰ ਨੂੰ ਫੜ ਲੈਂਦੇ ਹਾਂ ਤੇ ਸਾਨੂੰ ਲੱਗਦਾ ਹੈ ਕਿ ਇਸੇ ਵਿੱਚ ਸਾਡੀ ਭਲਾਈ ਹੈ। ਇਹ ਤੁਸੀਂ ਆਪਣੇ ਅੰਦਰ ਦੇਖੋ, ਕੀ ਗਲਤ ਹੈ ਅਤੇ ਕੀ ਠੀਕ ਹੈ। ਤੁਸੀਂ ਇਸ ਦੀ ਇੱਕ ਧਾਰਨਾ ਬਣਾਈ ਹੋਈ ਹੈ ਅਤੇ ਆਪਣੇ ਤੇ ਸਮਾਜ ਬਾਰੇ ਤੁਸੀਂ ਇੱਕ ਨਜ਼ਰੀਆ ਘੜ ਲਿਆ ਹੈ। ਇਹਨਾਂ ਧਾਰਨਾਵਾਂ ਦੇ ਅਨੁਸਾਰ ਹੀ ਤੁਹਾਡੇ ਸਾਰੇ ਕੰਮ ਚੱਲਦੇ ਹਨ। ਇਸ ਕਰਕੇ ਤੁਹਾਡੇ ਕੰਮ ਇਹ ਲਈ ਨਾਲ ਬੱਝੇ ਰਹਿੰਦੇ ਹਨ ਜੋ ਉਸ 'ਤੇ ਖਰਾ ਉਤਰਨ ਦੀ ਕੋਸ਼ਿਸ਼ 'ਚ ਲੱਗੇ ਰਹਿੰਦੇ ਹਨ। ਇਸੇ ਲਈ ਸੰਘਰਸ਼ ਹੁੰਦਾ ਹੈ, ਪਹਿਲਾਂ ਧਾਰਨਾ, ਫਿਰ ਵਕਫਾ ਤੇ ਫਿਰ ਕਿਰਿਆ। ਇਸੇ ਅੰਤਰਾਲ ਵਿੱਚ ਸਮੇਂ ਦਾ ਪੂਰਾ ਵਿਸਤਾਰ ਹੈ ਤੇ ਇਹ ਅੰਤਰਾਲ ਹੀ ਵਿਚਾਰ ਹਨ। ਜਦ ਤੁਸੀਂ ਸੋਚਦੇ ਹੋ ਕਿ ਕੱਲ੍ਹ ਤੁਸੀਂ ਸੁਖੀ ਤੇ ਖੁਸ਼ ਹੋਵੋਗੇ ਤੇ ਉੱਥੇ ਤੁਸੀਂ ਆਪਣੀ ਇੱਕ ਖਿਆਲੀ ਤਸਵੀਰ ਬਣਾ ਲਈ ਹੈ। ਕੁਝ ਦੇਰ ਬਾਅਦ ਕਿਸੇ ਫਲ ਦੀ ਆਸ ਵੀ ਬਣ ਲਈ ਹੈ। ਵਿਚਾਰ ਦੇ ਪੂਰੇ ਕਰਮ ਨੂੰ ਇਸੇ ਤਰ੍ਹਾਂ ਸਮਝਿਆ ਜਾ ਸਕਦਾ ਹੈ। ਵਿਚਾਰ ਪਹਿਲਾਂ ਕਿਸੇ ਚੀਜ਼ ਨੂੰ ਦੇਖਦਾ ਹੈ, ਫਿਰ ਉਸ ਨੂੰ ਹਾਸਲ ਕਰਨ ਦੀ ਇੱਛਾ ਕਰਦਾ ਹੈ। ਇਸ ਇੱਛਾ ਨੂੰ ਕਈ ਵਿਚਾਰਾਂ ਤੋਂ ਸ਼ਕਤੀ ਮਿਲਦੀ ਹੈ ਤੇ ਅੰਤ ਨੂੰ ਉਹ ਵਿਚਾਰ ਕਹਿੰਦਾ ਹੈ ਕਿ ਕੱਲ੍ਹ ਮੈਂ ਸੁਖੀ ਤੇ ਖੁਸ਼ ਹੋ ਜਾਵਾਂਗਾ, ਕੱਲ੍ਹ ਮੈਨੂੰ ਸਫਲਤਾ ਮਿਲੇਗੀ, ਕੱਲ੍ਹ ਇਹ ਦੁਨੀਆ ਖੂਬਸੂਰਤ ਹੋ ਜਾਏਗੀ। ਇਸ ਤਰ੍ਹਾਂ ਵਿਚਾਰ ਇੱਕ ਵਕਫਾ ਪੈਦਾ ਕਰਦਾ ਹੈ। ਇਹ ਵਕਫਾ ਹੀ ਸਮਾਂ ਹੈ। ਹੁਣ ਅਸੀਂ ਪੁੱਛਦੇ ਹਾਂ ਕਿ ਕੀ ਅਸੀਂ ਸਮੇਂ ਨੂੰ ਰੋਕ ਸਕਦੇ ਹਾਂ? ਕੀ ਅਸੀਂ ਇੰਨੀ ਭਰਪੂਰਤਾ ਨਾਲ ਜੀ ਸਕਦੇ ਹਾਂ ਕਿ ਕੱਲ੍ਹ ਦਾ ਵਿਚਾਰ ਹੀ ਨਾ ਆਏ? ਕਿਉਂਕਿ ਸਮਾਂ ਹੀ ਤੇ ਦੁੱਖ ਹੈ। ਕੱਲ੍ਹ ਜਾਂ ਹਜ਼ਾਰਾਂ ਕੱਲ੍ਹ ਪਹਿਲਾਂ ਤੁਸੀਂ ਪਿਆਰ ਕੀਤਾ ਸੀ, ਜਾਂ ਤੁਹਾਡਾ ਸਾਥੀ ਸੀ ਜੋ ਵਿਛੜ ਗਿਆ ਹੈ ਪਰ ਉਸ ਦੀ ਯਾਦ ਰਹਿ ਗਈ ਹੈ ਅਤੇ ਤੁਸੀਂ ਉਸ ਖੁਸ਼ੀ ਤੇ ਗਮ ਬਾਰੇ ਸੋਚਦੇ ਹੋ। ਤੁਸੀਂ ਪਿੱਛੇ ਵੱਲ ਆਸ਼ਾ ਤੇ ਇੱਛਾ ਨਾਲ ਭਰੇ ਸੋਚਦੇ ਹੋ ਤੇ ਰਹਿ ਕੇ ਤੁਸੀਂ ਅਫਸੋਸ ਤੇ ਪਛਤਾਵੇ ਨਾਲ ਭਰ ਜਾਂਦੇ ਹੋ। ਇਸ ਤਰ੍ਹਾਂ ਵਿਚਾਰ ਬਾਰ-ਬਾਰ ਅਤੀਤ ਵੱਲ ਮੁੜ ਕੇ ਦੁੱਖ ਪੈਦਾ ਕਰਦਾ ਹੈ ਅਤੇ ਸਮੇਂ ਨੂੰ ਨਿਰੰਤਰਤਾ ਦਿੰਦਾ ਹੈ। ਜਿੰਨਾ ਚਿਰ ਵਿਚਾਰ ਨਾਲ ਪੈਦਾ ਹੋਏ ਸਮੇਂ ਦਾ ਅੰਤਰਾਲ ਕਾਇਮ ਹੈ, ਉਨਾ ਚਿਰ ਸੰਤਾਪ ਰਹੇਗਾ, ਨਿਰੰਤਰ ਡਰ ਰਹੇਗਾ। ਸੋ ਆਦਮੀ ਆਪਣੇ ਆਪ ਨੂੰ ਪੁੱਛਦਾ ਹੈ ਕਿ ਕੀ ਸਮੇਂ ਦੇ ਇਸ ਅੰਤਰਾਲ ਦਾ ਕੋਈ ਅੰਤ ਹੋ ਸਕਦਾ ਹੈ? ਜੇ ਤੁਸੀਂ ਪੁੱਛਦੇ ਹੋ ਕਿ ਕਦੇ ਇਸ ਦਾ ਅੰਤ ਵੀ ਹੋਏਗਾ, ਤਾਂ ਵਧੇਰੇ ਸੰਭਾਵਨਾ ਇਹੋ ਹੀ ਹੈ ਕਿ ਤੁਸੀਂ ਪਹਿਲਾਂ ਹੀ ਇੱਕ ਧਾਰਨਾ ਬਣਾ ਚੁੱਕੇ ਹੋ। ਇਸ ਲਈ ਸਫਲਤਾ ਤੇ ਪ੍ਰਾਪਤੀ ਦੀ ਭਾਸ਼ਾ ਵਿੱਚ ਸੋਚ ਰਹੇ ਹੋ। ਇਸ ਤਰ੍ਹਾਂ ਤੁਸੀਂ ਅੰਤਰਾਲ ਪੈਦਾ ਕਰਕੇ ਸਮੇਂ ਦੇ ਦੁਸ਼ਚੱਕਰ ਵਿੱਚ ਇੱਕ ਵਾਰ ਫੇਰ ਫਸ ਗਏ ਹੋ। ਹੁਣ ਅਸੀਂ ਮੌਤ ਦੇ ਸਵਾਲਾਂ ਨੂੰ ਲਈਏ। ਜ਼ਿਆਦਾਤਰ ਲੋਕਾਂ ਲਈ ਮੌਤ ਇੱਕ ਵਿਕਰਾਲ ਸਮੱਸਿਆ ਹੈ। ਮੌਤ ਤਾਂ ਤੁਸੀਂ ਜਾਣਦੇ ਹੀ ਹੋ ਕਿ ਹਰ ਰੋਜ਼ ਤੁਹਾਡੇ ਨਾਲ ਚੱਲ ਰਹੀ ਹੈ। ਕੀ ਤੁਸੀਂ ਇਸ ਦਾ ਸਾਹਮਣਾ ਇਸ ਤਰ੍ਹਾਂ ਕਰ ਸਕਦੇ ਹੋ ਜਿਵੇਂ ਕਿ ਇਹ ਕੋਈ ਸਮੱਸਿਆ ਨਾ ਹੋਵੇ? ਮੌਤ ਨੂੰ ਇਸ ਤਰ੍ਹਾਂ ਦੇਖਣ ਤੇ ਉਸ ਦਾ ਸਾਹਮਣਾ ਕਰਨ ਲਈ ਇਹ ਜ਼ਰੂਰੀ ਹੈ ਕਿ ਇਸ ਬਾਰੇ 'ਚ ਜੋ ਵਿਸ਼ਵਾਸ, ਜੋ ਉਮੀਦਾਂ ਤੇ ਡਰ ਤੁਸੀਂ ਪਾਲ ਰੱਖੇ ਹਨ, ਉਹਨਾਂ ਸਭਨਾਂ ਦਾ ਅੰਤ ਹੋ ਜਾਏ। ਤੁਸੀਂ ਇਸ ਦਾ ਸਾਹਮਣਾ ਇੱਕ ਸਿੱਟੇ, ਇੱਕ ਬਿੰਬ, ਇੱਕ ਪੂਰਵ ਕਲਪਿਤ ਚਿੰਤਾ ਦੇ ਨਾਲ ਕਰਦੇ ਹੋਏ ਹੋ। ਇਸ ਦਾ ਅਰਥ ਹੋਇਆ ਕਿ ਤੁਹਾਡੇ ਅਤੇ ਮੌਤ ਦੇ ਦਰਮਿਆਨ ਸਮੇਂ ਦਾ ਇੱਕ ਪਰਦਾ ਪੈ ਗਿਆ ਹੈ। ਸਮਾਂ ਦ੍ਰਿਸ਼ਟਾ ਅਤੇ ਦ੍ਰਿਸ਼ਟ ਦੇ ਵਿਚਕਾਰ ਦਾ ਫਾਸਲਾ ਹੈ। ਯਾਨੀ ਦ੍ਰਿਸ਼ਟਾ, ਤੁਸੀਂ ਉਸ ਦਾ ਸਾਹਮਣਾ ਕਰਨ ਤੋਂ ਡਰਦੇ ਹੋ ਜਿਸ ਨੂੰ ਮੌਤ ਕਿਹਾ ਜਾਂਦਾ ਹੈ। ਮੌਤ ਕੀ ਹੈ, ਇਹ ਕਿਸੇ ਨੂੰ ਨਹੀਂ ਪਤਾ। ਅਸੀਂ ਇਸ ਬਾਰੇ ਭਾਂਤ-ਭਾਂਤ ਦੀਆਂ ਉਮੀਦਾਂ ਤੇ ਸਿਧਾਂਤ ਇਕੱਠੇ ਕਰ ਰੱਖੇ ਹਨ। ਤੁਸੀਂ ਪੁਨਰ ਜਨਮ ਜਾਂ ਪੁਨਰ ਜੀਵਨ ਵਿੱਚ ਵਿਸ਼ਵਾਸ ਕਰਦੇ ਹੋ, ਜਾਂ ਤੁਸੀਂ ਆਤਮਾ ਦੀ ਹੋਂਦ ਵਿੱਚ ਵਿਸ਼ਵਾਸ ਕਰਦੇ ਹੋ, ਜੋ ਦੇਸ਼ ਤੇ ਕਾਲ ਤੋਂ ਪਰੇ ਇੱਕ ਅਧਿਆਤਮਕ ਸੱਤਾ ਮੰਨੀ ਜਾਂਦੀ ਹੈ। ਹੁਣ ਸਵਾਲ ਇਹ ਹੈ ਕਿ ਤੁਸੀਂ ਖੁਦ ਇਹ ਖੋਜ ਕੀਤੀ ਹੈ ਕਿ ਆਤਮਾ ਵਰਗੀ ਕੋਈ ਚੀਜ਼ ਹੈ ਵੀ ਕਿ ਨਹੀਂ, ਜਾਂ ਇਹ ਕੇਵਲ ਇੱਕ ਧਾਰਨਾ ਜਾਂ ਵਿਸ਼ਵਾਸ ਮਾਤਰ ਹੈ ਜੋ ਕਈ ਪੀੜ੍ਹੀਆਂ ਤੋਂ ਹੁੰਦਾ ਹੋਇਆ ਤੁਹਾਡੇ ਕੋਲ ਪਹੁੰਚਿਆ ਹੈ? ਕੀ ਵਿਚਾਰ ਤੋਂ ਪਰੇ ਕਿਸੇ ਸਥਾਈ ਤੇ ਲਗਾਤਾਰ ਰਹਿਣ ਵਾਲੀ ਸੱਤਾ ਦਾ ਕੋਈ ਵਜੂਦ ਹੈ? ਜੇ ਵਿਚਾਰ ਇਸ ਬਾਰੇ ਸੋਚ ਸਕਦਾ ਹੈ ਤਾਂ ਇਸ ਦਾ ਅਰਥ ਹੈ ਇਹ ਵਿਚਾਰ ਦੇ ਜਗਤ ਦੀ ਕੋਈ ਸ਼ੈ ਹੈ।
ਇਸ ਲਈ ਇਹ ਸਥਾਈ ਨਹੀਂ ਹੋ ਸਕਦੀ, ਕਿਉਂਕਿ ਵਿਚਾਰ ਦੇ ਜਗਤ ਤੇ ਸੀਮਾਵਾਂ ਦੇ ਅੰਦਰ ਕੁਝ ਵੀ ਸਥਾਈ ਨਹੀਂ ਹੈ। ਕੁਝ ਵੀ ਸਥਾਈ ਨਹੀਂ ਹੈ। ਇਹ ਜਾਣ ਲੈਣਾ ਇੱਕ ਅਸਾਧਾਰਨ ਗੱਲ ਹੈ। ਫਿਰ ਹੀ ਮਨ ਆਜ਼ਾਦ ਹੁੰਦਾ ਹੈ। ਫਿਰ ਤੁਸੀਂ ਦੇਖ ਸਕਦੇ ਹੋ ਕਿ ਉਸ ਵਿੱਚ ਅਸੀਮ ਆਨੰਦ ਹੈ। ਤੁਸੀਂ ਅਗਿਆਤ ਤੋਂ ਨਹੀਂ ਡਰ ਸਕਦੇ, ਉਸ ਦਾ ਤਾਂ ਤੁਹਾਨੂੰ ਪਤਾ ਹੀ ਨਹੀਂ। ਫਿਰ ਡਰ ਕਿਸ ਤੋਂ? ਮੌਤ ਸਿਰਫ ਇੱਕ ਸ਼ਬਦ ਹੈ। ਇਸ ਸ਼ਬਦ ਤੋਂ ਬਣੀ ਖਿਆਲੀ ਮੂਰਤ ਹੀ ਡਰ ਜਗਾਉਂਦੀ ਹੈ। ਆਪਣੇ ਮਨ ਤੋਂ ਮੌਤ ਦੀ ਖਿਆਲੀ ਮੂਰਤ ਨੂੰ ਹਟਾ ਕੇ ਕੀ ਫਿਰ ਤੁਸੀਂ ਮੌਤ ਨੂੰ ਦੇਖ ਸਕਦੇ ਹੋ? ਜਦ ਤੱਕ ਇਹ ਖਿਆਲੀ ਮੂਰਤ ਹੈ, ਉਸ ਤੋਂ ਪੈਦਾ ਹੁੰਦਾ ਵਿਚਾਰ ਹੈ, ਉਨਾ ਚਿਰ ਡਰ ਰਹੇਗਾ ਹੀ। ਫਿਰ ਅਕਸਰ ਤੁਸੀਂ ਜਾਂ ਤੇ ਮੌਤ ਦੇ ਡਰ ਨੂੰ ਤਰਕਸੰਗਤ ਬਣਾ ਲੈਂਦੇ ਹੋ ਤੇ ਜਾਂ ਇਸ ਅਟਲ ਸੱਚਾਈ ਦੇ ਖਿਲਾਫ ਰੁਕਾਵਟ ਖੜੀ ਕਰ ਲੈਂਦੇ ਹੋ, ਜਾਂ ਤੁਸੀਂ ਮੌਤ ਦੇ ਡਰ ਤੋਂ ਬਚਣ ਲਈ ਬੇਸ਼ੁਮਾਰ ਵਿਸ਼ਵਾਸਾਂ ਨੂੰ ਘੜ ਲੈਂਦੇ ਹੋ। ਇਸ ਤਰ੍ਹਾਂ ਤੁਹਾਡੇ ਤੇ ਜਿਸ ਤੋਂ ਤੁਸੀਂ ਡਰਦੇ ਹੋ ਉਸ ਵਿਚਕਾਰ ਇੱਕ ਦੂਰੀ, ਇੱਕ ਅੰਤਰ ਪੈਦਾ ਹੋ ਜਾਂਦਾ ਹੈ। ਦੇਸ਼ ਕਾਲ ਦੇ ਬਿਨਾਂ ਇਹਨਾਂ ਅੰਤਰਾਲ ਵਿੱਚ ਸੰਘਰਸ਼ ਹੋਣਾ ਨਿਸ਼ਚਿਤ ਹੈ, ਜਾਨੀ ਡਰ, ਚਿੰਤਾ ਤੇ ਸਵੈ ਤਰਸ। ਵਿਚਾਰ ਜੋ ਮੌਤ ਦੇ ਡਰ ਦਾ ਕਾਰਨ ਹੈ ਕਹਿੰਦਾ ਹੈ, ਆਓ ਮੌਤ ਨੂੰ ਰੋਕਣ ਦੀ ਕੋਸ਼ਿਸ਼ ਕਰੀਏ, ਇਸ ਨੂੰ ਟਾਲਦੇ ਰਹੀਏ, ਇਸ ਤੋਂ ਬਚ ਕੇ ਰਹੀਏ, ਜਦੋਂ ਤੱਕ ਹੋ ਸਕੇ ਇਸ ਨੂੰ ਆਪਣੇ ਤੋਂ ਦੂਰ ਰੱਖੀਏ, ਇਸ ਬਾਰੇ ਸੋਚੀਏ ਵੀ ਨਾ। ਪਰ ਫਿਰ ਵੀ ਤੁਸੀਂ ਉਸ ਬਾਰੇ ਸੋਚਦੇ ਹੋ। ਜਦ ਤੁਸੀਂ ਕਹਿੰਦੇ ਹੋ ਕਿ ਇਸ ਬਾਰੇ ਤੁਸੀਂ ਸੋਚੋਗੇ ਵੀ ਨਹੀਂ, ਤਾਂ ਤੁਸੀਂ ਪਹਿਲਾਂ ਹੀ ਸੋਚ ਚੁੱਕੇ ਹੁੰਦੇ ਹੋ ਕਿ ਇਸ ਤੋਂ ਕਿਵੇਂ ਬਚਿਆ ਜਾਵੇ। ਤੁਸੀਂ ਮੌਤ ਤੋਂ ਡਰਦੇ ਹੋ ਕਿਉਂਕਿ ਇਸ ਨੂੰ ਤੁਸੀਂ ਟਾਲ ਰੱਖਿਆ ਹੈ। ਅਸੀਂ ਜੀਵਨ ਤੇ ਮੌਤ ਨੂੰ ਵੱਖ ਕਰ ਰੱਖਿਆ ਹੈ। ਜੀਵਨ ਤੇ ਮੌਤ ਦਾ ਇਹ ਅੰਤਰਾਲ ਹੀ ਡਰ ਹੈ। ਇਹ ਅੰਤਰਾਲ ਸਮਾਂ ਡਰ ਕੱਢ ਕੇ ਹੀ ਹੈ। ਜਿਸ ਨੂੰ ਅਸੀਂ ਜਿਉਣਾ ਕਹਿੰਦੇ ਹਾਂ, ਉਹ ਹੈ ਰੋਜ਼ਾਨਾ ਦੇ ਦੁੱਖ, ਯਾਤਨਾਵਾਂ, ਅਪਮਾਨ ਅਤੇ ਉਲਝਣਾਂ ਤੇ ਸ਼ਾਇਦ ਹੀ ਕਦੀ ਪਲ ਭਰ ਲਈ ਆਨੰਦ ਦੇ ਸਾਗਰ ਵੱਲ ਕੋਈ ਝਰੋਖਾ ਖੁੱਲ੍ਹਦਾ ਹੈ। ਇਸ ਨੂੰ ਹੀ ਅਸੀਂ ਜਿਉਣਾ ਮੰਨ ਲਿਆ ਹੈ। ਅਸੀਂ ਉਸ ਮਰਨੇ ਤੋਂ ਡਰਦੇ ਹਾਂ ਜੋ ਅਸਲ ਵਿੱਚ ਇਸ ਦੁਰਦਸ਼ਾ ਤੇ ਦੁਰਗਤੀ ਦਾ ਅੰਤ ਹੈ। ਅਗਿਆਤ ਦਾ ਸਾਹਮਣਾ ਕਰਨ ਨਾਲੋਂ ਅਸੀਂ ਗਿਆਤ ਨਾਲ ਚੰਬੜੇ ਰਹਿਣਾ ਚੰਗਾ ਸਮਝਦੇ ਹਾਂ। ਗਿਆਤ ਅਰਥਾਤ ਸਾਡਾ ਘਰ, ਸਾਡਾ ਫਰਨੀਚਰ ਤੇ ਸਮਾਨ, ਸਾਡਾ ਪਰਿਵਾਰ, ਸਾਡੀ ਨੌਕਰੀ, ਸਾਡਾ ਪੇਸ਼ਾ, ਸਾਡਾ ਗਿਆਨ, ਸਾਡਾ ਚਰਿੱਤਰ, ਸਾਡਾ ਨਾਂ ਤੇ ਸਾਡਾ ਯਸ਼, ਸਾਡੇ ਦੇਵੀ ਦੇਵਤੇ, ਸਾਡਾ ਇਕੱਲਾਪਨ ਯਾਨੀ ਸੀਮਤ ਦਾਇਰੇ 'ਚ ਸੁੰਗੜੀ ਹੋਈ ਛੋਟੀ ਜਿਹੀ ਦੁਨੀਆ 'ਚ, ਜਿਸ ਦੇ ਅੰਦਰ ਅਸੀਂ ਅਤੇ ਸਾਡਾ ਜੀਵਨ ਇੱਕ ਕੋਹਲੂ ਦੇ ਬੈਲ ਵਾਂਗ ਚੱਕਰ ਕੱਟਦਾ ਰਹਿੰਦਾ ਹੈ। ਅਸੀਂ ਸੋਚਦੇ ਹਾਂ ਕਿ ਜਿਉਣਾ ਹੁਣੇ ਹੈ ਅਤੇ ਮਰਨਾ ਦੁੱਖ ਭਵਿੱਖ ਦੀ ਗੱਲ ਹੈ, ਪਰ ਅਸੀਂ ਇਸ ਤੇ ਕਦੀ ਸ਼ੰਕਾ ਨਹੀਂ ਕੀਤੀ ਕਿ ਰੋਜ਼ਾਨਾ ਦਾ ਇਹ ਸੰਘਰਸ਼ ਭਰਿਆ ਜੀਵਨ ਵੀ ਕੋਈ ਜੀਵਨ ਹੈ। ਸਾਡੀ ਉਤਸੁਕਤਾ ਤਾਂ ਕੇਵਲ ਇਸ ਗੱਲ ਵਿੱਚ ਹੈ ਕਿ ਪੁਨਰ ਜਨਮ ਹੁੰਦਾ ਹੈ ਕਿ ਨਹੀਂ, ਆਤਮਾ ਅਮਰ ਹੈ, ਇਸ ਦਾ ਕੋਈ ਸਬੂਤ ਕਿਵੇਂ ਲੱਭਿਆ ਜਾਵੇ। ਚਮਤਕਾਰ ਅਤੇ ਸਿੰਧੀਆਂ ਦਾ ਪ੍ਰਦਰਸ਼ਨ ਕਰਨ ਵਾਲੇ ਆਦਮੀ ਦੀ ਹੀ ਸਾਨੂੰ ਤਲਾਸ਼ ਰਹਿੰਦੀ ਹੈ। ਜੇ ਕੋਈ ਇੱਥੇ ਬੈਠੇ ਬੈਠੇ ਬਹੁਤ ਦੂਰ ਦੀਆਂ ਘਟਨਾਵਾਂ ਨੂੰ ਜਾਣ ਲੈਣ ਦਾ ਦਾਅਵਾ ਕਰੇ ਤਾਂ ਅਸੀਂ ਤੁਰੰਤ ਪ੍ਰਭਾਵਿਤ ਹੋ ਜਾਂਦੇ ਹਾਂ। ਪਰ ਅਸੀਂ ਇਹ ਨਹੀਂ ਪੁੱਛਦੇ, ਕਿ ਕਦੇ ਵੀ ਨਹੀਂ ਪੁੱਛਦੇ ਕਿ ਅਸੀਂ ਕਿਵੇਂ ਜੀਈਏ। ਹਰ ਰੋਜ਼ ਆਨੰਦ ਦੇ ਉਲਾਸ ਨਾਲ ਭਰ ਕੇ ਅਸੀਂ ਕਿਵੇਂ ਜੀਈਏ। ਸਾਰੇ ਦੁੱਖਾਂ ਤੇ ਨਿਰਾਸ਼ਾਵਾਂ ਸਮੇਤ ਇਸ ਜੀਵਨ ਜਿੱਦਾਂ ਦਾ ਹੈ, ਅਸੀਂ ਉਸ ਨੂੰ ਸਵੀਕਾਰ ਕਰ ਲਿਆ ਹੈ। ਅਸੀਂ ਇਸ ਦੇ ਆਦੀ ਹੋ ਚੁੱਕੇ ਹਾਂ ਅਤੇ ਮੌਤ ਨੂੰ ਹਰ ਹਾਲਤ ਵਿੱਚ ਆਪਣੇ ਤੋਂ ਦੂਰ ਹੀ ਰੱਖਣਾ ਚਾਹੁੰਦੇ ਹਾਂ। ਪਰ ਜੇ ਅਸੀਂ ਜਿਉਣਾ ਸਿੱਖ ਲਈਏ ਤਾਂ ਪਤਾ ਲੱਗੇਗਾ ਕਿ ਜਿਉਣ ਤੇ ਮੌਤ ਵਿੱਚ ਅਦਭੁਤ ਸਮਾਨਤਾ ਹੈ। ਬਿਨਾਂ ਮਰੇ ਤੁਸੀਂ ਜੀ ਹੀ ਨਹੀਂ ਸਕਦੇ। ਜੇ ਤੁਸੀਂ ਹਰ ਪਲ ਮਾਨਸਿਕ ਤਲ 'ਤੇ ਮਰਦੇ ਨਹੀਂ ਤਾਂ ਤੁਹਾਡਾ ਜੀਣਾ ਜਾਂ ਜਿਉਣਾ ਕੋਈ ਜਿਉਣਾ ਨਹੀਂ। ਇਹ ਕੋਈ ਬੌਧਿਕ ਵਿਰੋਧਾਭਾਸ ਨਹੀਂ ਹੈ। ਇੰਨੀ ਪੁਨਰਤਾ ਤੇ ਭਰਪੂਰਤਾ ਨਾਲ ਜਿਉਣਾ ਕਿ ਹਰ ਦਿਨ ਜਿਵੇਂ ਨਵੀਂ ਸੁੰਦਰਤਾ ਅਤੇ ਤਾਜ਼ਗੀ ਦਾ ਅਹਿਸਾਸ ਹੋਵੇ। ਇਸ ਲਈ ਬੀਤੇ ਹੋਏ ਕੱਲ੍ਹ ਦੀ ਹਰ ਚੀਜ਼ ਬਾਰੇ ਮਰ ਜਾਣਾ ਹੋਵੇਗਾ, ਨਹੀਂ ਤਾਂ ਤੁਸੀਂ ਸਿਰਫ ਮਸ਼ੀਨ ਵਾਂਗ ਜਿਉਂਦੇ ਰਹੋਗੇ ਤੇ ਇੱਕ ਮਸ਼ੀਨ ਮਨ ਕਦੇ ਨਹੀਂ ਜਾਣ ਸਕਦਾ ਕਿ ਪ੍ਰੇਮ ਕੀ ਹੈ, ਮੁਕਤੀ ਕੀ ਹੈ। ਸਾਡੇ 'ਚੋਂ ਬਹੁਤੇ ਲੋਕ ਮਰਨ ਤੋਂ ਡਰਦੇ ਹਨ ਕਿਉਂਕਿ ਸਾਨੂੰ ਪਤਾ ਹੀ ਨਹੀਂ ਕਿ ਜਿਉਣ ਦਾ ਅਰਥ ਕੀ ਹੈ। ਅਸੀਂ ਜਿਉਣਾ ਨਹੀਂ ਜਾਣਦੇ
ਇਸ ਲਈ ਅਸੀਂ ਮਰਨਾ ਵੀ ਨਹੀਂ ਜਾਣਦੇ। ਜਦ ਤੱਕ ਜਿਉਣ ਤੋਂ ਡਰਦੇ ਹਾਂ ਤਦ ਤੱਕ ਅਸੀਂ ਮੌਤ ਤੋਂ ਵੀ ਡਰਦੇ ਰਹਾਂਗੇ। ਜੋ ਆਦਮੀ ਜੀਵਨ ਤੋਂ ਨਹੀਂ ਡਰਦਾ ਉਹ ਪੂਰੀ ਤਰ੍ਹਾਂ ਅਸੁਰੱਖਿਅਤ ਹੋਣ ਤੋਂ ਵੀ ਨਹੀਂ ਡਰਦਾ, ਕਿਉਂਕਿ ਉਹ ਅੰਦਰੋਂ ਮਾਨਸਿਕ ਤੌਰ 'ਤੇ ਚੰਗੀ ਤਰ੍ਹਾਂ ਸਮਝਦਾ ਹੈ ਕਿ ਸੁਰੱਖਿਆ ਤਾਂ ਹੈ ਹੀ ਨਹੀਂ। ਜਦ ਕੋਈ ਸੁਰੱਖਿਆ ਨਹੀਂ ਹੁੰਦੀ ਤਾਂ ਅਨੰਤ ਵਿਸਥਾਰ ਤੇ ਫੈਲਾਅ ਹੁੰਦਾ ਹੈ। ਫਿਰ ਜੀਵਨ ਤੇ ਮੌਤ ਇੱਕੋ ਹੀ ਚੀਜ਼ ਹੈ। ਜੋ ਆਦਮੀ ਬਿਨਾਂ ਸੰਘਰਸ਼ ਜਿਉਂਦਾ ਹੈ, ਸੁੰਦਰਤਾ ਤੇ ਪ੍ਰੇਮ ਨਾਲ ਭਰਿਆ, ਉਸ ਨੂੰ ਮੌਤ ਦਾ ਡਰ ਨਹੀਂ ਹੁੰਦਾ, ਕਿਉਂਕਿ ਪ੍ਰੇਮ ਦਾ ਅਰਥ ਹੀ ਮਰ ਜਾਣਾ ਹੈ। ਜੇ ਤੁਸੀਂ ਹਰ ਗਿਆਤ ਚੀਜ਼ ਬਾਰੇ, ਤੁਹਾਡਾ ਪਰਿਵਾਰ, ਤੁਹਾਡੀਆਂ ਯਾਦਾਂ, ਹੁਣ ਤੱਕ ਦੇ ਤੁਹਾਡੇ ਅਨੁਭਵ, ਜੋ ਕੁਝ ਵੀ ਤੁਹਾਡੇ ਜ਼ਿਹਨ ਵਿੱਚ ਹੈ, ਮਰ ਜਾਓ ਤਾਂ ਮੌਤ ਤੁਹਾਨੂੰ ਸ਼ੁੱਧ ਤੇ ਨਿਰਮਲ ਕਰ ਦਿੰਦੀ ਹੈ। ਫਿਰ ਮੌਤ ਮਾਸੂਮੀਅਤ ਨੂੰ ਜਨਮ ਦਿੰਦੀ ਹੈ ਅਤੇ ਸਿਰਫ ਮਾਸੂਮ ਆਦਮੀ ਹੀ ਊਰਜਾ ਨਾਲ ਭਰਿਆ ਹੁੰਦਾ ਹੈ, ਨਾ ਕਿ ਉਹ ਆਦਮੀ ਜੋ ਕਿਸੇ ਵਿਸ਼ਵਾਸ ਨੂੰ ਫੜੀ ਬੈਠਾ ਹੋਵੇ ਜਾਂ ਉਸ ਨੂੰ ਜਾਣਨਾ ਚਾਹੁੰਦਾ ਹੈ ਕਿ ਮਰਨ ਤੋਂ ਬਾਅਦ ਕੀ ਹੁੰਦਾ ਹੈ। ਇਸ ਗੱਲ ਦਾ ਅਸਲ ਵਿੱਚ ਪਤਾ ਲਾਉਣ ਲਈ ਕਿ ਜਦੋਂ ਤੁਸੀਂ ਮਰਦੇ ਹੋ ਤਾਂ ਕੀ ਹੁੰਦਾ ਹੈ, ਤੁਹਾਨੂੰ ਮਰਨਾ ਪਵੇਗਾ। ਇਹ ਮਜ਼ਾਕ ਨਹੀਂ ਹੈ, ਤੁਹਾਨੂੰ ਮਰਨਾ ਪਵੇਗਾ। ਜਿਸਮਾਨੀ ਤੌਰ 'ਤੇ ਨਹੀਂ, ਸਗੋਂ ਮਾਨਸਿਕ ਤੌਰ 'ਤੇ। ਉਹਨਾਂ ਚੀਜ਼ਾਂ ਦੇ ਲਈ ਮਰ ਜਾਣਾ ਜਿਨ੍ਹਾਂ ਦਾ ਤੁਹਾਨੂੰ ਸਵਾਦ ਆਉਂਦਾ ਹੈ, ਤੇ ਉਹਨਾਂ ਚੀਜ਼ਾਂ ਲਈ ਜਿਨ੍ਹਾਂ ਬਾਰੇ ਤੁਹਾਡੇ ਅੰਦਰ ਕੁੜੱਤਣ ਭਰੀ ਹੈ। ਜੇ ਤੁਸੀਂ ਆਪਣੇ ਛੋਟੇ ਤੋਂ ਛੋਟੇ ਜਾਂ ਵੱਡੇ ਤੋਂ ਵੱਡੇ ਕਿਸੇ ਸੁੱਖ ਦੇ ਲਈ ਮਰ ਜਾਂਦੇ ਹੋ, ਬਿਨਾਂ ਕਿਸੇ ਜ਼ੋਰ ਜ਼ਬਰਦਸਤੀ ਜਾਂ ਬਹਿਸਬਾਜ਼ੀ ਦੇ, ਤਾਂ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਮਰਨਾ ਕੀ ਹੁੰਦਾ ਹੈ। ਮਰਨ ਦਾ ਮਤਲਬ ਹੈ ਇੱਕ ਅਜਿਹਾ ਮਨ ਜੋ ਆਪਣੇ ਆਪ ਤੋਂ ਪੂਰੀ ਤਰ੍ਹਾਂ ਖਾਲੀ ਹੈ। ਰੋਜ਼ਾਨਾ ਦੀਆਂ ਆਪਣੀਆਂ ਲਾਲਸਾਵਾਂ ਤੋਂ, ਸੁੱਖਾਂ ਤੇ ਪੀੜਾਂ ਤੋਂ ਮਰਨਾ ਇੱਕ ਨਵਾਂ ਹੋਣਾ ਹੈ। ਤਬਦੀਲੀ ਦੀ ਕੋਈ ਨਵੀਂ ਛਾਲ, ਜਿਵੇਂ ਸੋਚ ਉੱਕਾ ਹੀ ਕੰਮ ਨਹੀਂ ਕਰਦੀ, ਕਿਉਂਕਿ ਉਹ ਪੁਰਾਣੀ ਹੈ। ਜਦੋਂ ਮੌਤ ਘਟਦੀ ਹੈ ਤਾਂ ਅਸਲੋਂ ਹੀ ਕੁਝ ਨਵਾਂ ਹੁੰਦਾ ਹੈ। ਜਾਣੇ ਹੋਏ ਤੋਂ ਆਜ਼ਾਦੀ ਦਾ ਮਤਲਬ ਹੈ ਮਰਨਾ ਹੈ, ਤੇ ਫਿਰ ਤੁਸੀਂ ਜਿਉਂਦੇ ਹੋ। ਪ੍ਰੇਮ ਰਿਸ਼ਤਿਆਂ 'ਚ ਸੁਰੱਖਿਅਤ ਰਹਿਣ ਦੀ ਮੰਗ ਦੁੱਖ ਤੇ ਡਰ ਹੀ ਪੈਦਾ ਕਰਦੀ ਹੈ। ਸੁਰੱਖਿਆ ਦੀ ਇਹ ਮੰਗ ਦੀ ਹੀ ਸੁਰੱਖਿਆ ਦੀ ਸੱਦਾ ਹੈ। ਕੀ ਤੁਹਾਨੂੰ ਕਿਸੇ ਰਿਸ਼ਤੇ ਵਿੱਚ ਇਹ ਸੁਰੱਖਿਆ ਮਿਲੀ ਹੈ? ਕਿਸੇ ਵਿੱਚ ਵੀ ਜ਼ਿਆਦਾਤਰ ਲੋਕ ਪ੍ਰੇਮ ਸੰਬੰਧਾਂ ਵਿੱਚ ਖਾਸ ਕਰਕੇ ਇਹ ਸੁਰੱਖਿਆ ਚਾਹੁੰਦੇ ਹਨ ਕਿ ਅਸੀਂ ਹਮੇਸ਼ਾ ਇੱਕ ਦੂਜੇ ਨੂੰ ਪਿਆਰ ਕਰਦੇ ਰਹੀਏ। ਪਰ ਜਿੱਥੇ ਹਰੇਕ ਆਪਣੀ ਹੀ ਸੁਰੱਖਿਆ ਤੇ ਆਪਣਾ ਹੀ ਰਸਤਾ ਲੱਭ ਰਿਹਾ ਹੋਵੇ, ਕੀ ਉੱਥੇ ਪ੍ਰੇਮ ਹੋ ਸਕਦਾ ਹੈ? ਸਾਨੂੰ ਪ੍ਰੇਮ ਇਸ ਕਰਕੇ ਨਹੀਂ ਮਿਲਦਾ ਕਿਉਂਕਿ ਅਸੀਂ ਖੁਦ ਪ੍ਰੇਮ ਕਰਨਾ ਨਹੀਂ ਜਾਣਦੇ। ਪ੍ਰੇਮ ਕੀ ਹੈ? ਇਹ ਸ਼ਬਦ ਦੀ ਦੁਰਵਰਤੋਂ ਕਰਕੇ ਇਸ ਨੂੰ ਇੰਨਾ ਭ੍ਰਿਸ਼ਟ ਕਰ ਦਿੱਤਾ ਗਿਆ ਹੈ ਕਿ ਸੱਚ ਪੁੱਛੋ ਤਾਂ ਮੇਰੀ ਇਸ ਸ਼ਬਦ ਨੂੰ ਵਰਣਨ ਕਰਨ ਦੀ ਇੱਛਾ ਹੀ ਨਹੀਂ ਹੁੰਦੀ। ਜਿੱਥੇ ਦੇਖੋ ਹਰ ਕੋਈ ਪ੍ਰੇਮ ਦੀ ਚਰਚਾ ਕਰ ਰਿਹਾ ਹੈ। ਹਰ ਮੈਗਜ਼ੀਨ, ਰਸਾਲਾ, ਅਖਬਾਰ, ਹਰ ਧਰਮ ਪ੍ਰਚਾਰਕ ਪ੍ਰੇਮ ਤੇ ਬੋਲਦਾ ਜਾ ਰਿਹਾ ਹੈ। ਮੈਨੂੰ ਆਪਣੇ ਦੇਸ਼ ਨਾਲ ਪ੍ਰੇਮ ਹੈ, ਆਪਣੇ ਰਾਜੇ ਨਾਲ, ਇਸ ਪੁਸਤਕ ਨਾਲ, ਪਰਬਤ ਨਾਲ, ਸੁੱਖ ਨਾਲ ਪ੍ਰੇਮ ਹੈ। ਮੈਂ ਆਪਣੀ ਪਤਨੀ ਨੂੰ ਪ੍ਰੇਮ ਕਰਦਾ ਹਾਂ। ਮੈਨੂੰ ਪਰਮਾਤਮਾ ਨਾਲ ਪ੍ਰੇਮ ਹੈ। ਕੀ ਪ੍ਰੇਮ ਇੱਕ ਵਿਚਾਰ ਹੈ? ਜੇ ਹਾਂ, ਤਾਂ ਫਿਰ ਇਸ ਨੂੰ ਪੈਦਾ ਕੀਤਾ ਜਾ ਸਕਦਾ ਹੈ, ਪਾਲਿਆ ਪੋਸਿਆ ਤੇ ਸੰਵਾਰਿਆ ਜਾ ਸਕਦਾ ਹੈ, ਕਲਪਨਾ ਵਿੱਚ ਸਜਾਇਆ ਜਾ ਸਕਦਾ ਹੈ, ਇੱਛਾ ਮੁਤਾਬਕ ਘੁਮਾਇਆ ਫਿਰਾਇਆ ਜਾ ਸਕਦਾ ਹੈ ਤੇ ਮਨ ਮੁਤਾਬਕ ਤੋੜਿਆ ਮਰੋੜਿਆ ਜਾ ਸਕਦਾ ਹੈ। ਜਦ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਰੱਬ ਨਾਲ ਪ੍ਰੇਮ ਹੈ ਤਾਂ ਇਸ ਦਾ ਮਤਲਬ ਕੀ ਹੋਇਆ? ਮਤਲਬ ਇਹ ਕਿ ਤੁਸੀਂ ਖੁਦ ਨੂੰ, ਆਪਣੀ ਹੀ ਕਲਪਨਾ ਦੀ ਉਡਾਨ, ਆਪਣੇ ਹੀ ਖੁਆਬਾਂ ਖਿਆਲਾਂ ਨੂੰ ਕਿਸੇ ਪਾਕ ਪਵਿੱਤਰ ਪਰੰਪਰਾ ਨਾਲ ਜਾਮਾ ਪਵਾ ਕੇ ਪ੍ਰੇਮ ਕਰਦੇ ਹੋ। ਇਸ ਲਈ ਇਹ ਕਹਿਣਾ ਕਿ ਮੈਂ ਈਸ਼ਵਰ ਨੂੰ ਪ੍ਰੇਮ ਕਰਦਾ ਹਾਂ ਬਿਲਕੁਲ ਫਿਜ਼ੂਲ ਗੱਲ ਹੈ। ਜਦ ਤੁਸੀਂ ਈਸ਼ਵਰ ਦੀ ਪੂਜਾ ਕਰਦੇ ਹੋ ਤਾਂ ਅਸਲ ਵਿੱਚ ਤੁਸੀਂ ਆਪਣੀ ਹੀ ਪੂਜਾ ਕਰ ਰਹੇ ਹੁੰਦੇ ਹੋ, ਤੇ ਇਹ ਪ੍ਰੇਮ ਨਹੀਂ ਹੈ। ਕਿਉਂਕਿ ਇਨਸਾਨੀ ਜੀਵਨ ਦਾ ਅਹਿਮ ਮੁੱਦਾ ਪ੍ਰੇਮ ਸਾਡੀ ਪਕੜ ਵਿੱਚ ਨਹੀਂ ਆਉਂਦਾ। ਇਸ ਲਈ ਅਸੀਂ ਖਿਆਲਾਂ 'ਚ ਭਟਕ ਜਾਂਦੇ ਹਾਂ, ਭਾਵਨਾਵਾਂ 'ਚ ਬਹਿਕ ਜਾਂਦੇ ਹਾਂ। ਹੋ ਸਕਦਾ ਹੈ ਪ੍ਰੇਮ ਆਦਮੀ ਦੀਆਂ ਸਭ ਮੁਸ਼ਕਲਾਂ, ਪੀੜਾਂ, ਦੁੱਖਾਂ, ਸਮੱਸਿਆਵਾਂ ਦਾ ਪਰਮ ਹੱਲ ਹੋਵੇ, ਤਾਂ ਫਿਰ ਅਸੀਂ ਕਿਵੇਂ
ਕਿਵੇਂ ਪਤਾ ਲਾਈਏ ਕਿ ਪ੍ਰੇਮ ਕੀ ਹੈ? ਸਿਰਫ ਉਸ ਨੂੰ ਪਰਿਭਾਸ਼ਿਤ ਕਰਕੇ। ਧਰਮ ਪ੍ਰੇਮ ਦੀ ਇੱਕ ਪਰਿਭਾਸ਼ਾ ਦਿੰਦਾ ਹੈ ਤੇ ਸਮਾਜ ਦੂਸਰੀ। ਇੰਜ ਪ੍ਰੇਮ ਲਈ ਕਈ ਟਕਰਾਵਾਂ ਤੇ ਵਿਗਾੜਾਂ ਦਾ ਸ਼ਿਕਾਰ ਹੋ ਜਾਂਦਾ ਹੈ। ਕਿ ਪ੍ਰੇਮ ਦਾ ਅਰਥ ਹੈ ਕਿਸੇ ਦੀ ਪੂਜਾ, ਆਦਰ ਸਤਿਕਾਰ, ਭਾਵਨਾਵਾਂ ਦੀ ਸਾਂਝ ਜਾਂ ਕਿਸੇ ਨਾਲ ਹਮਬਿਸਤਰ ਹੋਣਾ, ਦੋਸਤੀ ਕਰਨਾ, ਇਹੋ ਸਭ। ਆਮ ਤੌਰ ਤੇ ਪ੍ਰੇਮ ਦਾ ਇਹੀ ਤੌਰ ਤਰੀਕਾ ਰਿਹਾ ਹੈ। ਇਹ ਇੰਨਾ ਜ਼ਿਆਦਾ ਵਿਅਕਤੀਗਤ, ਇੰਦਰਿਆਵੀ ਤੇ ਸੀਮਿਤ ਹੋ ਗਿਆ ਹੈ ਕਿ ਧਰਮਾਂ ਨੂੰ ਘੋਸ਼ਣਾ ਕਰਨੀ ਪਈ ਹੈ ਕਿ ਪ੍ਰੇਮ ਇਹ ਸਭ ਕੁਝ ਤੋਂ ਵੱਧ ਹੋਰ ਕੁਝ ਵੀ ਬਹੁਤ ਕੁਝ ਹੈ। ਜਿਸ ਨੂੰ ਇਨਸਾਨੀ ਪ੍ਰੇਮ ਕਹਿੰਦੇ ਹਾਂ, ਉਸ ਵਿੱਚ ਇਹ ਸਭ ਹੀ ਤਾਂ ਮਿਲਦਾ ਹੈ। ਸੁੱਖ, ਖਾਰਵਾਜੀ ਅਤੇ ਈਰਖਾ, ਦੂਸਰੇ ਤੇ ਮਲਕੀਅਤ ਜਤਾਉਣ ਦੀ ਖੁਆਇਸ਼, ਦੂਜੇ ਦੇ ਵਿਚਾਰਾਂ ਤੇ ਭਾਰੂ ਪੈਣ ਦੀ, ਦਖਲ ਦੇਣ ਦੀ, ਕਾਬੂ ਕਰਨ ਦੀ ਪ੍ਰਵਿਰਤੀ। ਇਹ ਸਭ ਦੀਆਂ ਗੁੰਝਲਾਂ ਨੂੰ ਦੇਖਦੇ ਹੋਏ ਉਹਨਾਂ ਨੇ ਕਿਹਾ ਹੈ ਕਿ ਇਸ ਸਭ ਤੋਂ ਵੱਖ ਵੀ ਪ੍ਰੇਮ ਦਾ ਕੋਈ ਵੱਖਰਾ ਰੂਪ ਜ਼ਰੂਰ ਹੋਏਗਾ, ਪਰਮ ਸੁੰਦਰ, ਅਲੌਕਿਕ, ਅਣਛੂਹਿਆ ਤੇ ਨਿਰਦੋਸ਼। ਪੂਰੇ ਸੰਸਾਰ ਵਿੱਚ ਅਖੌਤੀ ਪਵਿੱਤਰ ਪੁਰਖਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਔਰਤ ਵੱਲ ਝਾਕਣਾ ਸਰਾਸਰ ਗਲਤ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇ ਤੁਸੀਂ ਕਾਮ ਵਾਸਨਾ ਦਾ ਸੁੱਖ ਮਾਣਦੇ ਹੋ ਤਾਂ ਤੁਸੀਂ ਪਰਮਾਤਮਾ ਦੇ ਨੇੜੇ ਵੀ ਨਹੀਂ ਜਾ ਸਕਦੇ। ਇਸ ਲਈ ਉਹ ਲਗਾਤਾਰ ਇਸ ਨੂੰ ਨਕਾਰਦੇ ਹਨ, ਹਾਲਾਂਕਿ ਅੰਦਰੋਂ ਅੰਦਰ ਉਹ ਉਹਨਾਂ ਨੂੰ ਖਾਈ ਜਾ ਰਿਹਾ ਹੈ। ਸੰਸਾਰ ਦੀ ਸੁੰਦਰਤਾ ਉਹਨਾਂ ਵਿੱਚ ਵਾਸਨਾ ਜਗਾਉਂਦੀ ਹੈ ਤੇ ਉਹ ਆਪਣੀਆਂ ਅੱਖਾਂ ਤੱਕ ਫੋੜ ਲੈਂਦੇ ਹਨ ਤੇ ਆਪਣੀ ਜੀਭ ਤੱਕ ਕੱਟ ਲੈਂਦੇ ਹਨ। ਇਸ ਤਰ੍ਹਾਂ ਉਹ ਜਗਤ ਦੀ ਸੁੰਦਰਤਾ ਤੇ ਜੀਵਨ ਦੀ ਸਹਿਜਤਾ ਦੀ ਹੱਤਿਆ ਕਰ ਦਿੰਦੇ ਹਨ। ਅਜਿਹੇ ਲੋਕ ਦਿਲੋਂ ਮਨੋਂ ਬਿਲਕੁਲ ਕੰਗਾਲ ਹੋ ਚੁੱਕੇ ਹਨ, ਮਰ ਚੁੱਕੇ ਹਨ। ਉਹ ਖੁਸ਼ਕ ਇਨਸਾਨ ਹਨ। ਉਹਨਾਂ ਨੇ ਜੀਵਨ ਵਿੱਚੋਂ ਸੁੰਦਰਤਾ ਨੂੰ ਖਾਰਿਜ ਕਰ ਦਿੱਤਾ ਹੈ, ਕਿਉਂਕਿ ਸੁੰਦਰਤਾ ਕਿਤੇ ਨਾ ਕਿਤੇ ਔਰਤ ਨਾਲ ਜੁੜੀ ਹੋਈ ਹੈ। ਕਿ ਪ੍ਰੇਮ ਨੂੰ ਦੁਨਿਆਵੀ ਤੇ ਰੂਹਾਨੀ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ? ਇਸ਼ਕ ਹਕੀਕੀ ਤੇ ਇਸ਼ਕ ਮਜਾਜੀ ਵਿੱਚ ਵੰਡਿਆ ਜਾ ਸਕਦਾ ਹੈ? ਜਾਂ ਪ੍ਰੇਮ ਕੇਵਲ ਪ੍ਰੇਮ ਹੈ? ਕਿ ਪ੍ਰੇਮ ਸਿਰਫ ਇੱਕ ਨਾਲ ਹੀ ਹੁੰਦਾ ਹੈ, ਬਹੁਤਿਆਂ ਨਾਲ ਨਹੀਂ? ਜੇ ਮੈਂ ਕਹਾਂ ਕਿ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਤਾਂ ਕੀ ਇਹ ਪ੍ਰੇਮ ਸਿਰਫ ਤੁਹਾਡੇ ਲਈ ਹੈ, ਦੂਸਰੇ ਲਈ ਨਹੀਂ? ਕਿ ਪ੍ਰੇਮ ਨਿੱਜੀ ਜਾਂ ਗੈਰ ਨਿੱਜੀ ਹੁੰਦਾ ਹੈ, ਨੈਤਿਕ ਜਾਂ ਅਨੈਤਿਕ ਹੁੰਦਾ ਹੈ, ਪਰਿਵਾਰਿਕ ਜਾਂ ਗੈਰ ਪਰਿਵਾਰਿਕ ਹੁੰਦਾ ਹੈ? ਜੇ ਤੁਹਾਡਾ ਪ੍ਰੇਮ ਪੂਰੀ ਮਾਨਵ ਜਾਤੀ ਲਈ ਹੈ ਤਾਂ ਕੀ ਇਹ ਕਿਸੇ ਸੁੱਖ ਤੇ ਕਿਸੇ ਵਿਸ਼ੇਸ਼ ਵਿਅਕਤੀ ਲਈ ਵੀ ਹੋ ਸਕਦਾ ਹੈ? ਕੀ ਇਸ ਦਾ ਸੰਬੰਧ ਭਾਵਨਾਵਾਂ ਨਾਲ ਹੈ? ਕਿ ਪ੍ਰੇਮ ਸੁੱਖ ਤੇ ਵਾਸਨਾ ਹੈ? ਇਹ ਸਾਰੇ ਸਵਾਲ ਇਸ ਗੱਲ ਦੀ ਖਬਰ ਦਿੰਦੇ ਹਨ ਕਿ ਪ੍ਰੇਮ ਦੇ ਬਾਰੇ ਸਾਡੇ ਕੋਲ ਸਿਰਫ ਵਿਚਾਰ ਹੀ ਹਨ। ਇਹ ਐਸਾ ਹੋਣਾ ਚਾਹੀਦਾ ਹੈ, ਵੈਸਾ ਨਹੀਂ ਹੋਣਾ ਚਾਹੀਦਾ। ਜਿਸ ਤਰ੍ਹਾਂ ਦੇ ਨੇਮ ਕਾਨੂੰਨ ਸਾਡੀ ਤਹਿਜੀਬ ਦੇ ਰਚੇ ਹਨ, ਉਸੇ ਦਾਇਰੇ 'ਚ ਹੋਣਾ ਚਾਹੀਦਾ ਹੈ। ਇਹ ਖੋਜਬੀਨ ਕਰਨ ਲਈ ਕਿ ਪ੍ਰੇਮ ਕੀ ਹੈ, ਸਭ ਤੋਂ ਪਹਿਲਾਂ ਸਾਨੂੰ ਇਸ ਉੱਪਰ ਜੰਮੀ ਹੋਈ ਧੂੜ ਸਾਫ਼ ਕਰਨੀ ਹੋਵੇਗੀ, ਜੋ ਕਈ ਸਦੀਆਂ ਤੋਂ ਆਦਰਸ਼ਾਂ ਤੇ ਵਿਚਾਰਧਾਰਾਵਾਂ ਨੇ ਇਕੱਠੀ ਕੀਤੀ ਹੈ। ਕਿ ਪ੍ਰੇਮ ਇਹੋ ਜਿਹਾ ਹੋਣਾ ਚਾਹੀਦਾ ਹੈ, ਉਹੋ ਜਿਹਾ ਹੋਣਾ ਚਾਹੀਦਾ ਹੈ, ਇਹੋ ਜਿਹਾ ਨਹੀਂ ਹੋਣਾ ਚਾਹੀਦਾ। ਜਦ ਅਸੀਂ ਚੀਜ਼ਾਂ ਨੂੰ ਜੋ ਹੈ ਤੇ ਜੋ ਹੋਣਾ ਚਾਹੀਦਾ ਹੈ ਵਿੱਚ ਵੰਡ ਕੇ ਦੇਖਦੇ ਹਾਂ ਤਾਂ ਇਹ ਜੀਵਨ ਦੀਆਂ ਅੱਖਾਂ 'ਚ ਕੱਟਾ ਪਾਉਣ ਵਾਲੀ ਗੱਲ ਹੈ। ਹੁਣ ਮੈਂ ਕਿਵੇਂ ਪਤਾ ਕਰਾਂ ਕਿ ਪ੍ਰੇਮ ਦੀ ਇਹ ਲਾਟ ਕੀ ਹੈ? ਇਹ ਨਹੀਂ ਕਿ ਦੂਸਰੇ ਨੂੰ ਕਿਵੇਂ ਪੇਸ਼ ਕਰਾਂ, ਸਗੋਂ ਆਪਣੇ ਆਪ ਵਿੱਚ ਹੀ ਇਹ ਕੀ ਹੈ। ਸਭ ਤੋਂ ਪਹਿਲਾਂ ਤਾਂ ਧਰਮ, ਸਮਾਜ, ਸ਼ਾਸਤਰ, ਮਾਤਾ ਪਿਤਾ ਤੇ ਦੋਸਤ ਨੇ ਇਸ ਬਾਰੇ ਜੋ ਕੁਝ ਕਿਹਾ ਹੈ ਉਸ ਨੂੰ ਨਕਾਰ ਦੇਣਾ ਹੈ, ਕਿਉਂਕਿ ਮੈਂ ਖੁਦ ਆਪਣੇ ਲਈ ਇਹ ਖੋਜ ਕਰਨਾ ਚਾਹੁੰਦਾ ਹਾਂ ਕਿ ਪ੍ਰੇਮ ਕੀ ਹੈ। ਇਹ ਇੱਕ ਬਹੁਤ ਵੱਡਾ ਪ੍ਰਸ਼ਨ ਹੈ। ਹਰ ਆਦਮੀ ਇਸ ਨੂੰ ਆਪਣੇ ਢੰਗ ਨਾਲ ਹੱਲ ਕਰਨ 'ਚ ਲੱਗਿਆ ਹੋਇਆ ਹੈ। ਹਜ਼ਾਰ ਢੰਗ ਨਾਲ ਇਸ ਦੀ ਪਰਿਭਾਸ਼ਾ ਕੀਤੀ ਗਈ ਹੈ ਅਤੇ ਸ਼ਾਇਦ ਮੈਂ ਵੀ ਇਹਨਾਂ ਵਿੱਚੋਂ ਕਿਸੇ ਨਾ ਕਿਸੇ ਪਰਿਭਾਸ਼ਾ 'ਚ ਉਲਝ ਗਿਆ ਹਾਂ, ਆਪਣੀ ਪਸੰਦ ਜਾਂ ਨਾਪਸੰਦ ਮੁਤਾਬਕ। ਇਸ ਲਈ ਪ੍ਰੇਮ ਅਸਲ ਵਿੱਚ ਕੀ ਹੈ, ਇਸ ਜਾਣਨ ਲਈ ਕਿ ਮੈਨੂੰ ਸਭ ਤੋਂ ਪਹਿਲਾਂ ਖੁਦ ਨੂੰ ਆਪਣੇ ਹੀ ਝੁਕਾਵਾਂ ਤੇ ਪੂਰਵ ਧਾਰਨਾਵਾਂ ਤੋਂ ਮੁਕਤ ਨਹੀਂ ਕਰ ਲੈਣਾ ਚਾਹੀਦਾ। ਮੈਂ ਉਲਝਿਆ ਪਿਆ, ਆਪਣੀਆਂ ਇੱਛਾਵਾਂ ਤੇ ਵਾਸਨਾਵਾਂ ਦਾ ਮਾਰਿਆ। ਇਸ ਲਈ ਮੈਂ ਖੁਦ ਨੂੰ ਕਹਿੰਦਾ ਹਾਂ, ਪਹਿਲਾਂ ਆਪਣੇ ਭਰਮ ਤੇ ਉਲਝਣਾ ਦੂਰ ਕਰ ਲੈ। ਪ੍ਰੇਮ ਕੀ ਹੈ ਇਹ ਸ਼ਾਇਦ ਤੂੰ ਤਾਂ ਹੀ ਜਾਣ ਪਾਏਗਾ
ਜਦੋਂ ਤੂੰ ਇਹ ਜਾਣ ਜਾਏਗਾ ਕਿ ਪ੍ਰੇਮ ਕੀ ਨਹੀਂ ਹੈ। ਸਰਕਾਰ ਕਹਿੰਦੀ ਹੈ ਕਿ ਜੇ ਤੁਹਾਨੂੰ ਦੇਸ਼ ਨਾਲ ਪ੍ਰੇਮ ਹੈ ਤਾਂ ਜਾਓ ਮਰੋ ਤੇ ਮਾਰੋ। ਕੀ ਇਹ ਪ੍ਰੇਮ ਹੈ? ਧਰਮ ਕਹਿੰਦਾ ਹੈ ਜੇ ਤੁਹਾਨੂੰ ਪਰਮਾਤਮਾ ਨਾਲ ਪ੍ਰੇਮ ਹੈ ਤਾਂ ਕਾਮ ਵਾਸਨਾ ਨੂੰ ਮਾਰੋ। ਕੀ ਇਹ ਪ੍ਰੇਮ ਹੈ? ਕੀ ਪ੍ਰੇਮ ਇੱਛਾ ਹੈ, ਖੁਆਇਸ਼ ਹੈ? ਅੱਖਾਂ ਮਿਟ ਕੇ ਸਿਰ ਨਾ ਮਾਰੀ ਜਾਓ। ਸਾਡੇ ਵਿੱਚੋਂ ਬਹੁਤਿਆਂ ਲਈ ਵਾਸਨਾ ਤੇ ਸੁੱਖ ਹੀ ਪ੍ਰੇਮ ਹੈ। ਸੁੱਖ ਜੋ ਇੰਦਰੀਆਂ ਨਾਲ ਪ੍ਰਾਪਤ ਕੀਤਾ ਜਾਂਦਾ ਹੈ, ਸੁੱਖ ਜੋ ਕਾਮ ਵਾਸਨਾ ਦੀ ਖਿੱਚ ਦੀ ਤੇ ਪੂਰਤੀ ਤੋਂ ਮਿਲਦਾ ਹੈ। ਮੈਂ ਕਾਮ ਵਾਸਨਾ ਦਾ ਵਿਰੋਧੀ ਨਹੀਂ ਹਾਂ, ਪਰ ਕਾਮ ਵਾਸਨਾ ਹੈ ਕੀ, ਇਹ ਸਾਨੂੰ ਸਮਝਣਾ ਚਾਹੀਦਾ ਹੈ। ਕਾਮ ਵਾਸਨਾ ਦੇ ਸੁੱਖ ਵਿੱਚ ਹੁੰਦਾ ਕੀ ਹੈ? ਇਹੋ ਕਿ ਉੱਥੇ ਥੋੜ੍ਹੀ ਦੇਰ ਲਈ ਤੁਹਾਡਾ ਆਪਣਾ ਆਪ ਪੂਰੀ ਤਰ੍ਹਾਂ ਖਤਮ ਹੋ ਜਾਂਦਾ ਹੈ। ਉੱਥੇ ਤੁਹਾਡੀ ਮੈਂ ਵਿਦਾ ਹੋ ਜਾਂਦੀ ਹੈ। ਇਸ ਕਰਕੇ ਉੱਥੇ ਤੁਹਾਡੀ ਚਿੰਤਾ, ਪਰੇਸ਼ਾਨੀ, ਕੋਈ ਸਮੱਸਿਆ, ਕੁਝ ਵੀ ਨਹੀਂ ਬਚਦਾ। ਪਰ ਇਹ ਸਭ ਥੋੜ੍ਹੇ ਚਿਰ ਲਈ ਹੁੰਦਾ ਹੈ ਤੇ ਫਿਰ ਉਹੀ ਪਰੇਸ਼ਾਨੀਆਂ ਭਰੀ ਉਸ ਪੁਰਾਣੀ ਦੁਨੀਆ ਵਿੱਚ ਮੁੜ ਆਉਂਦੇ ਹੋ। ਕਾਮ ਵਾਸਨਾ ਦੇ ਇਸ ਸੁੱਖ ਨੂੰ ਤੁਸੀਂ ਬਾਰ-ਬਾਰ ਦੁਹਰਾਉਣਾ ਚਾਹੁੰਦੇ ਹੋ ਤਾਂ ਕਿ ਤੁਸੀਂ ਉਸ ਹਾਲਤ ਵਿੱਚ ਮੁੜ ਪਹੁੰਚ ਜਾਓ ਜਿੱਥੇ ਕੋਈ ਚਿੰਤਾ, ਫਿਕਰ, ਨਾ ਕੋਈ ਆਪਾ। ਹਰ ਆਦਮੀ ਸੋਚਦਾ ਹੈ ਕਿ ਉਹ ਆਪਣੀ ਪਤਨੀ ਨੂੰ ਪ੍ਰੇਮ ਕਰਦਾ ਹੈ। ਇਹ ਪ੍ਰੇਮ ਵਿੱਚ ਕਾਮ ਵਾਸਨਾ ਦਾ ਸੁੱਖ ਜੜਿਆ ਹੋਇਆ ਹੈ ਅਤੇ ਇਹ ਸੁੱਖ ਵੀ ਕੀ ਘਰ ਵਿੱਚ ਖਾਣਾ ਬਣਾਉਣ ਲਈ, ਬੱਚਿਆਂ ਦੀ ਦੇਖਭਾਲ ਲਈ ਕੋਈ ਹੈ। ਤੁਸੀਂ ਆਪਣੀ ਪਤਨੀ 'ਤੇ ਨਿਰਭਰ ਰਹਿੰਦੇ ਹੋ। ਉਸ ਨੂੰ ਆਪਣਾ ਸਰੀਰ ਤੇ ਆਪਣੀਆਂ ਭਾਵਨਾਵਾਂ ਤੁਹਾਡੇ ਹਵਾਲੇ ਕੀਤੀਆਂ ਹੋਣੀਆਂ ਹਨ। ਸੰਕਟ ਵੇਲੇ ਉਹ ਤੁਹਾਨੂੰ ਪ੍ਰੇਰਨਾ ਤੇ ਹੌਸਲਾ ਦਿੰਦੀ ਹੈ। ਇਹ ਸਭ ਕਰਕੇ ਤੁਹਾਨੂੰ ਆਪਣੀ ਸੁਖਾਵੀਂ ਤੇ ਸੁਰੱਖਿਅਤ ਹਾਲਤ ਦਾ ਬੋਧ ਹੁੰਦਾ ਹੈ। ਫਿਰ ਇੱਕ ਦਿਨ ਉਹ ਤੁਹਾਥੋਂ ਬੋਰ ਹੋ ਜਾਂਦੀ ਹੈ ਅਤੇ ਤੁਹਾਨੂੰ ਛੱਡ ਕੇ ਕਿਸੇ ਹੋਰ ਨਾਲ ਚਲੀ ਜਾਂਦੀ ਹੈ। ਫਿਰ ਤੁਸੀਂ ਆਪਣਾ ਆਪ ਖੋ ਬੈਠਦੇ ਹੋ। ਇਹ ਹਾਲਤ, ਜਿਸ ਨੂੰ ਈਰਖਾ ਕਿਹਾ ਜਾਂਦਾ ਹੈ, ਤੁਹਾਥੋਂ ਬਰਦਾਸ਼ਤ ਨਹੀਂ ਹੁੰਦੀ। ਦਰਦ ਹੁੰਦਾ ਹੈ, ਹਿੰਸਾ, ਘਿਰਣਾ ਤੇ ਚਿੰਤਾ ਵੱਧ ਖਾਂਦੀ ਹੈ। ਕੀ ਤੁਸੀਂ ਕਹਿ ਸਕਦੇ ਹੋ ਕਿ ਤੁਸੀਂ ਉਸ ਨਾਲ ਫਿਰ ਵੀ ਪ੍ਰੇਮ ਕਰਦੇ ਹੋ? ਜਦ ਵੀ ਤੁਸੀਂ ਆਪਣੀ ਪਤਨੀ ਨੂੰ ਆਪਣੇ ਪ੍ਰੇਮ ਦਾ ਯਕੀਨ ਦਿਵਾਉਂਦੇ ਹੋ, ਤੁਸੀਂ ਅਸਲ ਵਿੱਚ ਕਹਿ ਰਹੇ ਹੁੰਦੇ ਹੋ ਕਿ ਜਿੰਨਾ ਚਿਰ ਤੂੰ ਮੇਰੀ ਬਣ ਕੇ ਰਹੇਂਗੀ, ਮੈਂ ਤੈਨੂੰ ਪ੍ਰੇਮ ਕਰਦਾ ਰਹਾਂਗਾ, ਪਰ ਜਦ ਤੂੰ ਮੇਰੀ ਨਹੀਂ ਰਹੇਂਗੀ ਤਾਂ ਮੈਂ ਤੈਨੂੰ ਨਫ਼ਰਤ ਕਰਨ ਲੱਗਾਂਗਾ। ਜਦ ਤੱਕ ਮੈਨੂੰ ਇਸ ਗੱਲ ਦਾ ਭਰੋਸਾ ਹੈ ਕਿ ਤੂੰ ਮੇਰੀਆਂ ਕਾਮ ਵਾਸਨਾ ਤੇ ਹੋਰ ਜ਼ਰੂਰਤਾਂ ਪੂਰੀਆਂ ਕਰਦੀ ਹੈ, ਮੈਂ ਪ੍ਰੇਮ ਤੇਰੇ ਲਈ ਬਣਿਆ ਰਹੇਗਾ। ਪਰ ਜਦੋਂ ਤੂੰ ਮੇਰੀ ਮੰਗ ਪੂਰੀ ਨਾ ਕੀਤੀ, ਉਸ ਵੇਲੇ ਮੈਂ ਤੈਨੂੰ ਚਾਹੁਣਾ ਬੰਦ ਕਰ ਦੇਵਾਂਗਾ। ਇਸ ਤਰ੍ਹਾਂ ਤੁਹਾਡੇ ਦੋਵਾਂ ਵਿੱਚ ਸਦਾ ਇੱਕ ਵਿਰੋਧ ਤੇ ਅਲਗਾਵ ਬਣਿਆ ਰਹਿੰਦਾ ਹੈ। ਜਦ ਤੁਸੀਂ ਕਿਸੇ ਦੂਸਰੇ ਤੋਂ ਵੱਖਰਾ ਤੇ ਅਲੱਗ ਮਹਿਸੂਸ ਕਰਦੇ ਹੋ ਤੇ ਉੱਥੇ ਪ੍ਰੇਮ ਨਹੀਂ ਹੁੰਦਾ। ਪਰ ਜੇ ਤੁਸੀਂ ਆਪਣੀ ਪਤਨੀ ਨਾਲ ਇਸ ਤਰ੍ਹਾਂ ਜੀ ਰਹੇ ਹੋ ਕਿ ਵਿਚਾਰ ਤੁਹਾਡੇ ਅੰਦਰ ਸਵੈ ਵਿਰੋਧੀ ਹਾਲਤ ਪੈਦਾ ਨਹੀਂ ਕਰਦਾ, ਬੇਸ਼ੁਮਾਰ ਲੜਾਈਆਂ ਪੈਦਾ ਨਹੀਂ ਕਰਦਾ, ਫਿਰ ਸ਼ਾਇਦ ਤੁਸੀਂ ਜਾਣ ਸਕੋ ਕਿ ਪ੍ਰੇਮ ਕੀ ਹੈ। ਫਿਰ ਤੁਸੀਂ ਤੇ ਤੁਹਾਡੀ ਪਤਨੀ ਪੂਰੀ ਤਰ੍ਹਾਂ ਆਜ਼ਾਦ ਹੋਵੋਗੇ। ਪਰ ਜੇ ਤੁਸੀਂ ਆਪਣੇ ਸਾਰੇ ਸੁੱਖਾਂ ਲਈ ਉਸ 'ਤੇ ਨਿਰਭਰ ਹੋ ਤਾਂ ਤੁਸੀਂ ਉਸ ਦੇ ਗੁਲਾਮ ਹੋ। ਇਸ ਲਈ ਜਦੋਂ ਕੋਈ ਆਦਮੀ ਸੱਚਮੁੱਚ ਪ੍ਰੇਮ ਕਰਦਾ ਹੈ ਤਾਂ ਉੱਥੇ ਮੁਕਤੀ ਹੋਵੇਗੀ, ਸਿਰਫ ਦੂਜੇ ਤੋਂ ਹੀ ਨਹੀਂ ਸਗੋਂ ਖੁਦ ਤੋਂ ਵੀ। ਕਿਸੇ ਦਾ ਹੋ ਕੇ ਰਹਿਣਾ ਅਰਥਾਤ ਮਾਨਸਿਕ ਪੋਸ਼ਣ ਕਿਸੇ ਦੂਜੇ ਤੋਂ ਹਾਸਿਲ ਕਰਨਾ, ਉਸ 'ਤੇ ਨਿਰਭਰ ਰਹਿਣਾ। ਇਸ ਹਾਲਤ 'ਚ ਚਿੰਤਾ, ਗੁਨਾਹ ਦਾ ਅਹਿਸਾਸ, ਈਰਖਾ ਤੇ ਡਰ ਹੋਏਗਾ ਹੀ, ਅਤੇ ਜਦੋਂ ਤੱਕ ਡਰ ਹੈ ਉਦੋਂ ਤੱਕ ਪ੍ਰੇਮ ਦਾ ਵਜੂਦ ਨਹੀਂ ਹੋ ਸਕਦਾ। ਦੁੱਖ ਤੋਂ ਬੋਝਲ ਮਨ ਕਦੇ ਨਹੀਂ ਜਾਣ ਸਕੇਗਾ ਕਿ ਪ੍ਰੇਮ ਕੀ ਹੈ। ਭਾਵੁਕਤਾ ਦਾ ਪ੍ਰੇਮ ਨਾਲ ਕੁਝ ਲੈਣਾ ਦੇਣਾ ਨਹੀਂ। ਇਸੇ ਤਰ੍ਹਾਂ ਪ੍ਰੇਮ ਦਾ ਇੱਛਾ ਤੇ ਸੁੱਖ ਨਾਲ ਕੋਈ ਸੰਬੰਧ ਨਹੀਂ। ਪ੍ਰੇਮ ਵਿਚਾਰ ਦੀ ਉਪਜ ਨਹੀਂ ਹੈ, ਵਿਚਾਰ ਅਤੀਤ ਹੈ। ਵਿਚਾਰ ਤੋਂ ਪ੍ਰੇਮ ਪੈਦਾ ਨਹੀਂ ਹੋ ਸਕਦਾ। ਤੁਸੀਂ ਈਰਖਾ ਦੀ ਬਾੜ ਅੰਦਰ ਪ੍ਰੇਮ ਦਾ ਬੂਟਾ ਨਹੀਂ ਲਗਾ ਸਕਦੇ। ਈਰਖਾ ਤਾਂ ਅਤੀਤ ਨਾਲ ਜੁੜੀ ਹੈ। ਪ੍ਰੇਮ ਤੇ ਹਮੇਸ਼ਾ ਜੀਵੰਤ ਵਰਤਮਾਨ ਹੁੰਦਾ ਹੈ। ਮੈਂ ਪ੍ਰੇਮ ਕਰਾਂਗਾ ਜਾਂ ਮੈਂ ਪ੍ਰੇਮ ਕੀਤਾ ਸੀ, ਇਹ ਪ੍ਰੇਮ ਨਹੀਂ ਹੈ। ਜੇ ਤੁਹਾਡੇ ਅੰਦਰ ਪ੍ਰੇਮ ਹੈ ਤਾਂ ਤੁਸੀਂ ਕਿਸੇ ਦੇ ਪਿੱਛੇ ਨਹੀਂ ਭੱਜਦੇ। ਪ੍ਰੇਮ ਕਿਸੇ ਦਾ ਹੁਕਮ ਨਹੀਂ ਮੰਨਦਾ। ਪ੍ਰੇਮ 'ਚ ਨਾ ਆਦਰ ਹੁੰਦਾ ਹੈ, ਨਾ ਅਨਾਦਰ।
ਕੀ ਤੁਹਾਨੂੰ ਪਤਾ ਹੈ ਕਿ ਪ੍ਰੇਮ ਦਾ ਅਰਥ ਅਜਿਹਾ ਪ੍ਰੇਮ ਜਿਸ ਵਿੱਚ ਨਫ਼ਰਤ, ਈਰਖਾ ਤੇ ਕ੍ਰੋਧ ਨਾ ਹੋਵੇ, ਦੂਸਰੇ ਦੇ ਸੋਚਣ, ਵਿਚਾਰਨ ਤੇ ਕੰਮ ਕਰਨ ਦੇ ਢੰਗ ਵਿੱਚ ਦਖਲ ਦੇਣ ਦੀ ਇੱਛਾ ਨਾ ਹੋਵੇ, ਤੁਲਨਾ ਤੇ ਨਿੰਦਿਆ ਦਾ ਭਾਵ ਨਾ ਹੋਵੇ। ਕੀ ਤੁਹਾਨੂੰ ਅਜਿਹੇ ਪ੍ਰੇਮ ਦਾ ਪਤਾ ਹੈ? ਜਿੱਥੇ ਪ੍ਰੇਮ ਹੈ ਕੀ ਉੱਥੇ ਤੁਲਨਾ ਹੋ ਸਕਦੀ ਹੈ? ਜਦ ਤੁਸੀਂ ਕਿਸੇ ਵਿਅਕਤੀ ਨੂੰ ਪੂਰੇ ਮਨ, ਦਿਲ ਤੇ ਸਰੀਰ ਅਰਥਾਤ ਪੂਰੇ ਵਜੂਦ ਨਾਲ ਪ੍ਰੇਮ ਕਰਦੇ ਹੋ ਤਾਂ ਕੀ ਉੱਥੇ ਤੁਲਨਾ ਲਈ ਜਗ੍ਹਾ ਬਚਦੀ ਹੈ? ਜਦ ਉਸ ਪ੍ਰੇਮ ਵਿੱਚ ਤੁਸੀਂ ਆਪਣੇ ਆਪ ਨੂੰ ਪੂਰੇ ਦਾ ਪੂਰਾ ਸਮਰਪਿਤ ਕਰ ਦਿੰਦੇ ਹੋ ਤਾਂ ਉੱਥੇ ਦੂਸਰਾ ਬਚਦਾ ਹੀ ਨਹੀਂ ਹੈ। ਕੀ ਪ੍ਰੇਮ 'ਚ ਫਰਜ਼ ਜਾਂ ਜ਼ਿੰਮੇਵਾਰੀ ਹੈ? ਜਾਂ ਇਹ ਸ਼ਬਦ ਪ੍ਰੇਮ ਦੇ ਕੋਸ਼ ਵਿੱਚ ਪਾਏ ਹੀ ਨਹੀਂ ਜਾਂਦੇ? ਜਦ ਤੁਸੀਂ ਫਰਜ਼ਵਸ ਹੋ ਕੇ ਕੁਝ ਕਰਦੇ ਹੋ ਤਾਂ ਕੀ ਉਸ ਵਿੱਚ ਜ਼ਰਾ ਵੀ ਪ੍ਰੇਮ ਹੁੰਦਾ ਹੈ? ਫਰਜ਼ ਵਿੱਚ ਕੋਈ ਪ੍ਰੇਮ ਨਹੀਂ ਹੁੰਦਾ। ਫਰਜ਼ ਦੇ ਜਿਸ ਜੰਜਾਲ ਵਿੱਚ ਆਦਮੀ ਫਸਿਆ ਹੈ ਉਹ ਉਸ ਨੂੰ ਬਰਬਾਦ ਕਰ ਰਿਹਾ ਹੈ। ਜਦ ਤੁਸੀਂ ਫਰਜ਼ ਦੀ ਮਜਬੂਰੀ ਵਿੱਚ ਕੁਝ ਕਰਦੇ ਹੋ ਉਦੋਂ ਤੁਹਾਨੂੰ ਉਸ ਨਾਲ ਪਿਆਰ ਨਹੀਂ ਹੁੰਦਾ। ਜਿੱਥੇ ਪ੍ਰੇਮ ਹੁੰਦਾ ਹੈ ਫਰਜ਼ ਤੇ ਜ਼ਿੰਮੇਵਾਰੀ ਵਰਗਾ ਕੁਝ ਨਹੀਂ ਹੁੰਦਾ। ਬਦਕਿਸਮਤੀ ਕਰਕੇ ਜ਼ਿਆਦਾਤਰ ਮਾਂ-ਬਾਪ ਇਹੀ ਸੋਚਦੇ ਹਨ ਕਿ ਉਹ ਆਪਣੇ ਬੱਚਿਆਂ ਲਈ ਜ਼ਿੰਮੇਦਾਰ ਹਨ। ਜ਼ਿੰਮੇਵਾਰ ਤੋਂ ਉਹਨਾਂ ਦਾ ਮਤਲਬ ਬੱਚਿਆਂ ਨੂੰ ਇਹ ਦੱਸਣਾ ਹੈ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ ਕਰਨਾ ਚਾਹੀਦਾ, ਉਹਨਾਂ ਨੂੰ ਕੀ ਬਣਨਾ ਚਾਹੀਦਾ ਹੈ, ਕੀ ਨਹੀਂ ਬਣਨਾ ਚਾਹੀਦਾ। ਮਾਂ-ਬਾਪ ਚਾਹੁੰਦੇ ਹਨ ਕਿ ਜਦ ਬੱਚੇ ਵੱਡੇ ਹੋਣ ਤਾਂ ਸਮਾਜ ਵਿੱਚ ਉਹਨਾਂ ਨੂੰ ਸੁਰੱਖਿਅਤ ਸਥਾਨ ਮਿਲੇ। ਦਰਅਸਲ ਉਹਨਾਂ ਦਾ ਅਰਥ ਹੈ ਆਪਣੇ ਬੱਚਿਆਂ ਨੂੰ ਸਮਾਜਿਕ ਮਾਣ-ਸਨਮਾਨ ਦੇ ਯੋਗ ਬਣਾਉਣਾ, ਕਿਉਂਕਿ ਉਹ ਖੁਦ ਵੀ ਤੇ ਮਾਣ-ਸਨਮਾਨ ਦੀ ਹੀ ਪੂਜਾ ਕਰਦੇ ਹਨ। ਮੈਨੂੰ ਜਾਪਦਾ ਹੈ ਜਿੱਥੇ ਵੀ ਮਾਣ-ਸਨਮਾਨ ਹੈ ਉੱਥੇ ਸ਼ਾਂਤੀ ਨਹੀਂ ਹੋ ਸਕਦੀ, ਕਿਉਂਕਿ ਇੱਜ਼ਤਦਾਰ ਲੋਕਾਂ ਨੂੰ ਸਿਰਫ ਮੁਕੰਮਲ ਵਰਜੂਆਂ ਬਣਨ ਨਾਲ ਹੀ ਮਤਲਬ ਹੁੰਦਾ ਹੈ। ਜਦ ਇਹ ਲੋਕ ਆਪਣੇ ਬੱਚਿਆਂ ਨੂੰ ਸਮਾਜਿਕ ਢਾਂਚੇ ਦੇ ਅਨੁਕੂਲ ਅਰਥਾਤ ਉਸ ਦਾ ਇੱਕ ਅੰਗ ਬਣਨ ਲਈ ਤਿਆਰ ਕਰਦੇ ਹਨ ਤਾਂ ਉਹ ਜੰਗ, ਘੋਲ ਤੇ ਬੇਰਹਿਮੀ ਦੀ ਨੀਂਹ ਮਜ਼ਬੂਤ ਕਰ ਰਹੇ ਹੁੰਦੇ ਹਨ। ਕੀ ਤੁਸੀਂ ਇਸ ਨੂੰ ਹੀ ਪ੍ਰੇਮ ਤੇ ਦੇਖਭਾਲ ਕਰਨਾ ਕਹਿੰਦੇ ਹੋ? ਸੱਚ ਪੁੱਛੋ ਤਾਂ ਬੱਚਿਆਂ ਦੀ ਦੇਖਭਾਲ ਉੱਦਾਂ ਦਾ ਕੰਮ ਹੈ ਜਿੱਦਾਂ ਤੁਸੀਂ ਸੱਜਰੇ ਲਾਏ ਬੂਟੇ ਦੀ ਦੇਖਭਾਲ ਕਰਦੇ ਹੋ, ਉਸ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਦੇ ਹੋ, ਸਮੇਂ ਸਿਰ ਪਾਣੀ ਦਿੰਦੇ ਹੋ, ਆਲੇ ਦੁਆਲੇ ਦੀ ਮਿੱਟੀ ਨੂੰ ਸਾਫ਼ ਸੁਥਰਾ ਰੱਖਦੇ ਹੋ, ਯਾਨੀ ਕਿ ਤੁਸੀਂ ਪੂਰੀ ਕੋਮਲਤਾ ਤੇ ਸਾਵਧਾਨੀ ਨਾਲ ਉਸ ਦੀ ਦੇਖਭਾਲ ਕਰਦੇ ਹੋ। ਪਰ ਜਦ ਤੁਸੀਂ ਆਪਣੇ ਬੱਚਿਆਂ ਨੂੰ ਸਮਾਜ ਦੇ ਅਨੁਕੂਲ ਬਣਨ ਲਈ ਤਿਆਰ ਕਰਦੇ ਹੋ ਤਾਂ ਅਸਲ ਵਿੱਚ ਉਹਨਾਂ ਨੂੰ ਮਾਰਨ ਲਈ ਤਿਆਰ ਕਰਦੇ ਹੋ। ਜੇ ਤੁਹਾਨੂੰ ਆਪਣੇ ਬੱਚਿਆਂ ਨਾਲ ਸੱਚਮੁੱਚ ਪ੍ਰੇਮ ਹੈ ਤਾਂ ਤੁਸੀਂ ਧਰਤੀ ਤੋਂ ਜੰਗ ਨੂੰ ਹਮੇਸ਼ਾ ਲਈ ਖਤਮ ਕਰ ਦਿਓਗੇ। ਜੇ ਤੁਹਾਡਾ ਕੋਈ ਸੱਜਣ ਪਿਆਰਾ ਮਰ ਜਾਂਦਾ ਹੈ ਤਾਂ ਤੁਸੀਂ ਅਥਰੂ ਕੋਰਦੇ ਹੋ। ਇਹ ਅਥਰੂ ਤੁਸੀਂ ਆਪਣੇ ਲਈ ਕੋਰਦੇ ਹੋ ਜਾਂ ਉਸ ਲਈ ਜੋ ਚੱਲ ਵਸਿਆ ਹੈ? ਤੁਸੀਂ ਆਪਣੇ ਲਈ ਰੋ ਰਹੇ ਹੋ ਜਾਂ ਦੂਸਰੇ ਲਈ? ਕੀ ਤੁਸੀਂ ਕਦੀ ਦੂਸਰੇ ਲਈ ਵੀ ਰੋਏ ਹੋ? ਜਦ ਤੁਹਾਡਾ ਪੁੱਤਰ ਲੜਾਈ ਦੇ ਮੋਰਚੇ ਤੇ ਮਾਰਿਆ ਜਾਂਦਾ ਹੈ ਤਾਂ ਕੀ ਤੁਸੀਂ ਉਸ ਲਈ ਰੋਂਦੇ ਹੋ? ਜਦੋਂ ਤੁਸੀਂ ਰੋਂਦੇ ਹੋ ਕੀ ਉਹ ਅਥਰੂ ਸਵੈ ਤਰਸ ਚੋਂ ਨਿਕਲਦੇ ਹਨ ਜਾਂ ਕਿ ਇੱਕ ਆਦਮੀ ਲਈ ਜੋ ਮਰਿਆ ਹੈ? ਜੇ ਤੁਸੀਂ ਆਪਣੇ ਤੇ ਤਰਸ ਕਰਕੇ ਰੋ ਰਹੇ ਹੋ ਤਾਂ ਇਹਨਾਂ ਅਥਰੂਆਂ ਦਾ ਕੋਈ ਮੁੱਲ ਨਹੀਂ ਹੈ, ਕਿਉਂਕਿ ਫਿਰ ਤੁਹਾਡਾ ਮਤਲਬ ਆਪਣੇ ਆਪ ਲਈ ਹੁੰਦਾ ਹੈ। ਤੇ ਜੇ ਤੁਸੀਂ ਇਸ ਲਈ ਰੋ ਰਹੇ ਹੋ ਕਿਉਂਕਿ ਉਸ ਆਦਮੀ ਤੋਂ ਤੁਸੀਂ ਹਮੇਸ਼ਾ ਲਈ ਵਿਛੜ ਗਏ ਹੋ, ਜਿਸ ਤੋਂ ਤੁਸੀਂ ਇੰਨੀਆਂ ਉਮੀਦਾਂ ਲਾਈਆਂ ਸਨ, ਤਾਂ ਅਸਲ ਵਿੱਚ ਇਹ ਨਹੀਂ। ਸੋ ਜੇ ਤੁਸੀਂ ਆਪਣੇ ਭਰਾ ਲਈ ਰੋਂਦੇ ਹੋ ਤਾਂ ਕੀ ਇਹ ਸੰਭਵ ਹੈ ਤੁਸੀਂ ਸੱਚਮੁੱਚ ਉਸ ਲਈ ਰੋਵੋ? ਆਪਣੇ ਲਈ ਰੋਣਾ ਤੇ ਬਹੁਤ ਆਸਾਨ ਹੈ, ਕਿਉਂਕਿ ਕੋਈ ਹਮੇਸ਼ਾ ਦੇ ਲਈ ਤੁਹਾਨੂੰ ਇਕੱਲਾ ਛੱਡ ਕੇ ਚਲਾ ਗਿਆ। ਜ਼ਾਹਰ ਹੈ ਕਿ ਤੁਸੀਂ ਇਸ ਕਰਕੇ ਰੋ ਰਹੇ ਹੋ ਕਿਉਂਕਿ ਤੁਹਾਡਾ ਦਿਲ ਦੁਖਿਆ ਤੇ ਮਨ ਭਾਰੀ ਹੈ। ਪਰ ਇਸ ਦੁੱਖ ਅਫਸੋਸ ਉਸ ਲਈ ਨਹੀਂ ਹੈ, ਸਗੋਂ ਇਸ ਕਰਕੇ ਹੈ ਕਿਉਂਕਿ ਤੁਹਾਨੂੰ ਆਪਣੇ ਤੇ ਤਰਸ ਆ ਰਿਹਾ ਹੈ। ਇਹ ਸਵੈ ਤਰਸ ਤੁਹਾਨੂੰ ਸਖਤ, ਮੁੜ ਤੇ ਸੰਵੇਦਨਸ਼ੀਲ ਬਣਾ ਦਿੰਦਾ ਹੈ। ਜੇ ਤੁਹਾਨੂੰ ਆਪਣੇ ਹੀ ਖੋਲ 'ਚ ਸੰਗੋੜ ਦਿੰਦਾ ਹੈ। ਜਦ ਤੁਸੀਂ ਆਪਣੇ ਲਈ ਰੋਂਦੇ ਹੋ ਤਾਂ ਕੀ ਇਹ ਪ੍ਰੇਮ ਹੈ? ਰੋਂਦੇ ਇਸ ਲਈ ਹੋ ਕਿ ਹੁਣ ਇਕੱਲੇ ਰਹਿ ਗਏ, ਕਿਸੇ ਦਾ ਸੰਗ ਸਾਥ ਛੁੱਟ ਗਿਆ,
ਤੁਹਾਡੀ ਸ਼ਕਤੀ ਜਾਂਦੀ ਰਹੀ। ਹੁਣ ਤੁਸੀਂ ਆਪਣੀ ਕਿਸਮਤ ਨੂੰ ਕੋਸ ਰਹੇ ਹੋ, ਜੀਵਨ ਨੂੰ ধিਕਾਰ ਰਹੇ ਹੋ, ਉੱਥੇ ਸਾਹਾਂ ਨਾਲ ਹੰਝੂ ਬਹਾ ਰਹੇ ਹੋ। ਜੇ ਤੁਸੀਂ ਇਸ ਨੂੰ ਸਹੀ ਸਮਝ ਲਓ, ਜਿਸ ਦਾ ਅਰਥ ਇਸ ਨਾਲ ਸਪਸ਼ਟ ਤੇ ਪ੍ਰਤੱਖ ਰੂਪ ਵਿੱਚ ਸੰਪਰਕ ਵਿੱਚ ਆਉਣਾ, ਜਿਵੇਂ ਤੁਸੀਂ ਕਿਸੇ ਦਰਖਤ, ਖੰਭੇ ਜਾਂ ਹੱਥ ਨੂੰ ਛੂਹ ਰਹੇ ਹੋ, ਤਾਂ ਤੁਸੀਂ ਦੇਖੋਗੇ ਕਿ ਦੁੱਖ ਤਾਂ ਅਸੀਂ ਖੁਦ ਹੀ ਸਿਰਜ ਰਹੇ ਹਾਂ। ਦੁੱਖ ਵਿਚਾਰ ਦੀ ਪੈਦਾਇਸ਼ ਹੈ, ਦੁੱਖ ਸਮੇਂ ਦਾ ਨਤੀਜਾ ਹੈ। ਮੰਨ ਲਓ 3 ਸਾਲ ਪਹਿਲਾਂ ਮੇਰਾ ਇੱਕ ਭਰਾ ਸੀ ਜੋ ਮੇਰਾ ਇੱਕੋ ਇੱਕ ਸੰਗੀ ਸਾਥੀ ਸੀ, ਸਹਾਰਾ ਸੀ। ਹੁਣ ਉਹ ਨਹੀਂ ਰਿਹਾ, ਹੁਣ ਮੈਂ ਇਕੱਲਾ ਰਹਿ ਗਿਆ ਤੇ ਇਕੱਲਾਪਨ ਦਾ ਦੁੱਖ ਸਹਾਰ ਰਿਹਾ ਹਾਂ। ਇਸ ਦੁਨੀਆ ਵਿੱਚ ਕੋਈ ਨਹੀਂ ਜੋ ਮੈਨੂੰ ਤਸੱਲੀ ਦੇਵੇ, ਮੇਰਾ ਜੀ ਬਹਿਲਾਏ ਤੇ ਮੈਨੂੰ ਪਿਆਰ ਨਾ ਨਿੱਘ ਦੇਵੇ। ਤੇ ਇਹ ਸਭ ਸੋਚਦੇ ਹੀ ਮੇਰੀਆਂ ਅੱਖਾਂ ਅਥਰੂਆਂ ਨਾਲ ਭਰ ਜਾਂਦੀਆਂ ਹਨ। ਇਹ ਸਭ ਕੁਝ ਤੁਸੀਂ ਆਪਣੇ ਅੰਦਰ ਦੇਖਣਾ ਚਾਹੋ ਤਾਂ ਦੇਖ ਸਕਦੇ ਹੋ। ਤੇ ਦੇਖਣ ਦਾ ਅਰਥ ਹੈ ਇੱਕੋ ਵਾਰ, ਇੱਕੋ ਝਲਕ ਵਿੱਚ ਪੂਰੇ ਦਾ ਪੂਰਾ ਦੇਖਣਾ। ਇਹ ਨਹੀਂ ਕਿ ਇਤਮੀਨਾਨ ਨਾਲ ਬੈਠ ਕੇ ਇੱਕ ਦਾ ਵਿਸ਼ਲੇਸ਼ਣ ਕਰਦੇ ਜਾਓ। ਤੁਸੀਂ ਇੱਕ ਪਲ ਵਿੱਚ ਇਸ ਨਿਗੁਣੀ ਤੇ ਤੁੱਛ ਮੈਂ ਦੇ ਪੂਰੇ ਢਾਂਚੇ ਤੇ ਸੁਭਾਅ ਨੂੰ ਦੇਖ ਸਕਦੇ ਹੋ। ਮੇਰੇ ਹੰਝੂ, ਮੇਰਾ ਪਰਿਵਾਰ, ਮੇਰਾ ਦੇਸ਼, ਮੇਰਾ ਧਰਮ, ਮੇਰਾ ਵਿਸ਼ਵਾਸ, ਮੇਰਾ ਸੁੱਖ ਦੁੱਖ, ਸਾਰੀ ਦੀ ਸਾਰੀ ਕੁਰੂਪਤਾ ਅਤੇ ਇਹ ਸਭ ਤੁਹਾਡੇ ਅੰਦਰ ਹੈ। ਜਦ ਤੁਸੀਂ ਇਸ ਨੂੰ ਮਨ ਨਾਲ ਨਹੀਂ ਸਗੋਂ ਦਿਲ ਦੀ ਗਹਿਰਾਈ 'ਚੋਂ ਦੇਖਦੇ ਹੋ, ਤਾਂ ਤੁਹਾਡੇ ਹੱਥ ਵਿੱਚ ਉਹ ਕੁੰਜੀ ਆ ਜਾਂਦੀ ਹੈ ਜੋ ਸਾਰੇ ਦੁੱਖਾਂ ਦਾ ਅੰਤ ਕਰ ਦਿੰਦੀ ਹੈ। ਪ੍ਰੇਮ ਤੇ ਦੁੱਖ ਦਾ ਕੋਈ ਰਿਸ਼ਤਾ ਨਹੀਂ ਹੈ, ਪਰ ਈਸਾਈ ਜਗਤ ਨੇ ਦੁੱਖ ਨੂੰ ਆਦਰਸ਼ ਦਾ ਦਰਜਾ ਦੇ ਦਿੱਤਾ ਹੈ। ਦੁੱਖ ਰੂਪ ਸੂਲੀ ਨੂੰ ਪ੍ਰਤੀਕ ਬਣਾ ਕੇ ਉਹ ਉਸ ਦੀ ਪੂਜਾ ਕਰਦੇ ਹਨ। ਉਹਨਾਂ ਦਾ ਭਾਵ ਹੈ ਕਿ ਜੇ ਦੁੱਖ ਤੋਂ ਬਚਣਾ ਚਾਹੁੰਦੇ ਹੋ ਤਾਂ ਇੱਕੋ ਇੱਕ ਰਾਹ ਹੈ। ਇਹ ਹੈ ਧਾਰਮਿਕ ਜਗਤ ਦਾ ਵਿਗੜਿਆ ਤੇ ਸ਼ੋਸ਼ਣਕਾਰੀ ਢਾਂਚਾ। ਪਰ ਜਦ ਤੁਸੀਂ ਪੁੱਛਦੇ ਹੋ ਕਿ ਪ੍ਰੇਮ ਕੀ ਹੈ, ਕਿਤੇ ਇਸ ਦਾ ਉੱਤਰ ਤੁਹਾਨੂੰ ਡਰਾ ਨਾ ਦੇਵੇ। ਹੋ ਸਕਦਾ ਹੈ ਪ੍ਰੇਮ ਦਾ ਅਰਥ ਤੁਹਾਡੇ ਜੀਵਨ ਵਿੱਚ ਇੱਕ ਵੱਡੀ ਉਥਲ-ਪੁਥਲ ਮਚਾ ਦੇਵੇ, ਬਸੇ ਬਸਾਏ ਘਰ ਪਰਿਵਾਰ ਨੂੰ ਤੋੜ ਦੇਵੇ। ਤੁਹਾਨੂੰ ਇਹ ਬੋਧ ਹੋ ਸਕਦਾ ਹੈ ਕਿ ਤੁਸੀਂ ਆਪਣੇ ਪਤੀ, ਪਤਨੀ ਜਾਂ ਬੱਚਿਆਂ ਨਾਲ ਕਦੇ ਪ੍ਰੇਮ ਕੀਤਾ ਹੀ ਨਹੀਂ। ਜਰਾ ਆਪਣੇ ਅੰਦਰ ਝਾਕ ਕੇ ਪੁੱਛੋ ਕਿ ਕੀ ਤੁਸੀਂ ਉਹਨਾਂ ਨੂੰ ਪ੍ਰੇਮ ਕੀਤਾ ਹੈ। ਜੋ ਤੁਸੀਂ ਹੁਣ ਤੱਕ ਬਣਾਇਆ ਹੈ ਉਸ ਨੂੰ ਸ਼ਾਇਦ ਨੇਸਤੋ ਨਾਬੂਦ ਕਰਨਾ ਪਏ। ਸ਼ਾਇਦ ਤੁਸੀਂ ਫਿਰ ਕਦੀ ਮੰਦਰ ਨਾ ਜਾ ਸਕੋ। ਜਿਵੇਂ ਕੋਈ ਪ੍ਰੇਮ ਦੇ ਅਸਲ ਅਰਥ ਦੀ ਖੋਜ ਕਰਦਾ ਜਾਂਦਾ ਹੈ, ਉਸ ਨੂੰ ਪਤਾ ਲੱਗਦਾ ਹੈ ਕਿ ਡਰ ਪ੍ਰੇਮ ਨਹੀਂ ਹੈ, ਨਿਰਭਰਤਾ ਪ੍ਰੇਮ ਨਹੀਂ ਹੈ, ਈਰਖਾ ਪ੍ਰੇਮ ਨਹੀਂ ਹੈ, ਕਿਸੇ ਤੇ ਹੱਕ ਜਮਾਉਣਾ ਤੇ ਮਲਕੀਅਤ ਪ੍ਰੇਮ ਨਹੀਂ ਹੈ, ਫਰਜ਼ ਅਤੇ ਜ਼ਿੰਮੇਦਾਰੀ ਪ੍ਰੇਮ ਨਹੀਂ ਹੈ, ਸਵੈ ਤਰਸ ਪ੍ਰੇਮ ਨਹੀਂ ਹੈ, ਪ੍ਰੇਮ ਹਾਸਲ ਨਾ ਕਰ ਸਕਣ ਦਾ ਦਰਦ ਵੀ ਪ੍ਰੇਮ ਨਹੀਂ ਹੈ। ਪ੍ਰੇਮ ਘਿਰਨਾ ਦਾ ਵਿਪਰੀਤ ਨਹੀਂ ਹੈ, ਜਿੱਦਾਂ ਨਿਮਰਤਾ ਅਹੰਕਾਰ ਦਾ ਉਲਟ ਨਹੀਂ ਹੈ। ਤੇ ਜੇ ਤੁਸੀਂ ਇਹਨਾਂ ਸਭਨਾਂ ਨੂੰ ਖਤਮ ਕਰ ਸਕੋ, ਜ਼ੋਰ ਜ਼ਬਰਦਸਤੀ ਨਾਲ ਨਹੀਂ, ਸਗੋਂ ਐਵੇਂ ਜਿਵੇਂ ਬਾਰਿਸ਼ ਪੱਤਿਆਂ ਦੇ ਪਈ ਧੂੜ ਨੂੰ ਧੋ ਦਿੰਦੀ ਹੈ, ਫਿਰ ਸ਼ਾਇਦ ਤੁਸੀਂ ਸਹਿਜੇ ਹੀ ਪ੍ਰੇਮ ਦੇ ਇਹ ਅਦਭੁਤ ਤੇ ਅਨੂਠੇ ਫੁੱਲ ਦਾ ਦੀਦਾਰ ਕਰ ਪਾਓ, ਜਿਸ ਨੂੰ ਹਾਸਲ ਕਰਨ ਲਈ ਹਰ ਇਨਸਾਨ ਤਰਸ ਰਿਹਾ ਹੈ। ਜੇ ਤੁਹਾਡੇ ਹਿਰਦੇ 'ਚ ਪ੍ਰੇਮ ਨਹੀਂ ਖਿੜਿਆ, ਤੁਪਕਾ ਨਹੀਂ, ਸਗੋਂ ਜੇ ਤੁਸੀਂ ਇਸ ਵਿੱਚ ਪੂਰੀ ਤਰ੍ਹਾਂ ਸਰੋਬਾਰ ਨਾ ਹੋਏ, ਲਬਾਲਬ ਨਹੀਂ ਭਰੇ, ਤਾਂ ਸੰਸਾਰ ਦਾ ਵਿਨਾਸ਼ ਹੋਣਾ ਹੀ ਹੈ। ਬੌਧਿਕ ਰੂਪ ਵਿੱਚ ਤੇ ਤੁਸੀਂ ਜਾਣਦੇ ਹੀ ਹੋ ਕਿ ਇਨਸਾਨ ਵਿੱਚ ਏਕਤਾ ਅਤਿਅੰਤ ਜ਼ਰੂਰੀ ਹੈ ਤੇ ਪ੍ਰੇਮ ਇਸ ਦਾ ਇੱਕੋ ਇੱਕ ਰਸਤਾ ਹੈ। ਪ੍ਰੇਮ ਕਿੱਦਾਂ ਕਰੀਏ, ਇਹ ਤੁਹਾਨੂੰ ਕੌਣ ਦੱਸੇਗਾ? ਕੀ ਕੋਈ ਜਾਣਕਾਰ ਹੈ ਤੇ ਸਪੈਸ਼ਲਿਸਟ ਜਾਂ ਕੋਈ ਪ੍ਰਣਾਲੀ ਪੱਧਤੀ ਤੁਹਾਨੂੰ ਇਹ ਸਿਖਾ ਸਕਦੀ ਹੈ ਕਿ ਪ੍ਰੇਮ ਕਿਵੇਂ ਕਰੀਏ? ਜੇ ਕੋਈ ਤੁਹਾਨੂੰ ਪ੍ਰੇਮ ਕਰਨਾ ਸਿਖਾਉਂਦਾ ਹੈ ਤਾਂ ਉਹ ਪ੍ਰੇਮ ਨਹੀਂ ਹੋ ਸਕਦਾ। ਕੀ ਤੁਸੀਂ ਇਹ ਕਹਿ ਸਕਦੇ ਹੋ ਕਿ ਮੈਂ ਪ੍ਰੇਮ ਦਾ ਅਭਿਆਸ ਕਰਾਂਗਾ, ਮੈਂ ਹਰ ਰੋਜ਼ ਬੈਠ ਕੇ ਇਸ ਦਾ ਚਿੰਤਨ ਤੇ ਮਨਨ ਕਰਾਂਗਾ, ਮੈਂ ਭਲਾ ਮਾਨਸ ਤੇ ਦਿਆਲੂ ਹੋਣ ਦਾ ਅਭਿਆਸ ਕਰਾਂਗਾ ਅਤੇ ਦੂਸਰਿਆਂ ਦਾ ਧਿਆਨ ਰੱਖਣ ਦੀ ਪੂਰੀ ਵਾਹ ਲਗਾ ਦਿਆਂਗਾ? ਕੀ ਤੁਸੀਂ ਪ੍ਰੇਮ ਲਈ ਖੁਦ ਨੂੰ ਅਨੁਸ਼ਾਸਿਤ ਰੱਖ ਸਕਦੇ ਹੋ, ਇੱਛਾ ਸ਼ਕਤੀ ਦੀ ਵਰਤੋਂ ਕਰ ਸਕਦੇ ਹੋ? ਜੇ ਤੁਸੀਂ ਖੁਦ ਨੂੰ ਅਨੁਸ਼ਾਸਨ ਵਿੱਚ ਰੱਖਦੇ ਹੋ ਤੇ ਇੱਛਾ ਸ਼ਕਤੀ ਦੀ ਵਰਤੋਂ ਕਰਦੇ ਹੋ, ਤਾਂ ਪ੍ਰੇਮ ਤੁਹਾਡੀ ਪਹੁੰਚ ਤੋਂ ਬਾਹਰ ਚਲਾ ਜਾਂਦਾ ਹੈ। ਪ੍ਰੇਮ ਦੀ ਕਿਸੇ ਪ੍ਰਣਾਲੀ ਤੇ ਪੱਧਤੀ ਨੂੰ ਅਪਣਾਉਣ ਨਾਲ
ਤੁਸੀਂ ਬਸ ਖੂਬ ਚਾਲਾਕ ਹੋ ਸਕਦੇ ਹੋ, ਥੋੜ੍ਹੇ ਰਹਿਮਦਿਲ, ਥੋੜ੍ਹੇ ਅਹਿੰਸਕ ਹੋ ਜਾਵੋ, ਪਰ ਇਹਨਾਂ ਸਭ ਗੱਲਾਂ ਦਾ ਪ੍ਰੇਮ ਨਾਲ ਕੋਈ ਲੈਣ ਦੇਣ ਨਹੀਂ ਹੈ। ਇਸ ਸੰਸਾਰ ਰੂਪੀ ਉਜਾੜ ਵਿੱਚ ਪ੍ਰੇਮ ਹੈ ਹੀ ਨਹੀਂ, ਕਿਉਂਕਿ ਇੱਥੇ ਸੁੱਖ ਭੋਗ ਤੇ ਖੁਆਇਸ਼ਾਂ ਦੀ ਹੀ ਚੌਧਰ ਹੈ। ਪਰ ਪ੍ਰੇਮ ਬਿਨਾਂ ਤੁਹਾਡੇ ਜੀਵਨ ਦਾ ਹਰ ਦਿਨ ਬੇਮਾਨੀ ਹੈ। ਜੇ ਸੁੰਦਰਤਾ ਨਹੀਂ ਤਾਂ ਤੁਹਾਡੇ ਕੋਲ ਪ੍ਰੇਮ ਵੀ ਨਹੀਂ ਹੋਏਗਾ। ਸੁੰਦਰਤਾ ਉਹ ਨਹੀਂ ਜਿਸ ਨੂੰ ਤੁਸੀਂ ਦੇਖਦੇ ਹੋ। ਇੱਕ ਸੁੰਦਰ ਬਿਰਖ, ਇੱਕ ਸੁੰਦਰ ਤਸਵੀਰ, ਇੱਕ ਸੁੰਦਰ ਭਵਨ ਜਾਂ ਇੱਕ ਸੁੰਦਰ ਨਾਰੀ ਨਹੀਂ ਹੈ। ਸੁੰਦਰਤਾ ਤਾਂ ਹੀ ਹੁੰਦੀ ਹੈ ਜੇ ਤੁਹਾਡੇ ਦਿਲੋਂ ਦਿਮਾਗ ਨੂੰ ਪਤਾ ਹੋਵੇ ਕਿ ਪ੍ਰੇਮ ਕੀ ਹੈ। ਪ੍ਰੇਮ ਤੇ ਸੁੰਦਰਤਾ ਦੇ ਬੋਧ ਤੋਂ ਬਿਨਾਂ ਸਦਗੁਣ ਦਾ ਵਜੂਦ ਨਹੀਂ। ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਤੁਸੀਂ ਜੋ ਮਰਜ਼ੀ ਕਰੋ, ਸਮਾਜ ਸੁਧਾਰ ਕਰੋ, ਗਰੀਬਾਂ ਨੂੰ ਖਾਣਾ ਖਿਲਾਓ, ਤੁਸੀਂ ਸਿਰਫ ਗੜਬੜਾ ਕਲੇਸ਼ 'ਚ ਵਾਧਾ ਹੀ ਕਰੋਗੇ, ਕਿਉਂਕਿ ਪ੍ਰੇਮ ਤੋਂ ਸੱਖਣਾ ਦਿਲੋਂ ਦਿਮਾਗ ਕੋਝਾ ਤੇ ਦਰਿਦਰ ਹੈ। ਪਰ ਇੱਕ ਵਾਰ ਜਦ ਤੁਸੀਂ ਪ੍ਰੇਮ ਤੇ ਸੁੰਦਰਤਾ ਨਾਲ ਭਰ ਜਾਂਦੇ ਹੋ, ਫਿਰ ਤੁਸੀਂ ਜੋ ਵੀ ਕਰੋ ਉਹੀ ਠੀਕ ਹੁੰਦਾ ਹੈ। ਜੇ ਤੁਸੀਂ ਪ੍ਰੇਮ ਦੀ ਸੰਬੰਧਾਂ ਨੂੰ ਪਾ ਲਿਆ ਹੈ, ਫਿਰ ਜੋ ਚਾਹੇ ਕਰ ਸਕਦੇ ਹੋ, ਕਿਉਂਕਿ ਫਿਰ ਪ੍ਰੇਮ ਸਭ ਸਮੱਸਿਆਵਾਂ ਦਾ ਹੱਲ ਬਣ ਜਾਂਦਾ ਹੈ। ਹੁਣ ਅਸੀਂ ਉਸ ਬਿੰਦੂ 'ਤੇ ਪਹੁੰਚ ਗਏ ਹਾਂ ਜਿੱਥੇ ਇਹ ਪੁੱਛਣਾ ਬਣਦਾ ਹੈ ਕਿ ਬਿਨਾਂ ਅਨੁਸ਼ਾਸਨ, ਸੰਕਲਪ ਤੇ ਜ਼ੋਰ ਜ਼ਬਰਦਸਤੀ ਦੇ ਜਾਂ ਬਿਨਾਂ ਕਿਸੇ ਪੁਸਤਕ, ਗੁਰੂ ਅਤੇ ਮਾਰਗਦਰਸ਼ਕ ਦੇ ਮਨ ਆਪਣੇ ਆਪ ਹੀ ਪ੍ਰੇਮ ਦਾ ਦੀਦਾਰ ਕਰ ਸਕਦਾ ਹੈ, ਜਿਵੇਂ ਕਦੀ ਅਚਾਨਕ ਹੀ ਛੁਪਦੇ ਸੂਰਜ ਦਾ ਨਜ਼ਾਰਾ ਸਾਹਮਣੇ ਆ ਜਾਵੇ। ਮੇਰੀ ਨਜ਼ਰ ਵਿੱਚ ਇੱਕ ਚੀਜ਼ ਬਹੁਤ ਮਹੱਤਵਪੂਰਨ ਹੈ, ਉਹ ਹੈ ਪ੍ਰਚੰਡ ਜੋਸ਼, ਜਿਸ ਦਾ ਕੋਈ ਟੀਚਾ ਨਹੀਂ। ਜੋਸ਼ ਜੋ ਪ੍ਰਤੀਬੱਧਤਾ ਜਾਂ ਲਗਾਓ ਤੋਂ ਪੈਦਾ ਨਹੀਂ ਹੁੰਦਾ। ਜੋਸ਼ ਜੋ ਵਾਸਨਾ ਨਹੀਂ। ਜੋ ਆਦਮੀ ਇਹ ਨਹੀਂ ਜਾਣਦਾ ਕਿ ਜੋਸ਼ ਕੀ ਹੈ, ਉਹ ਕਦੇ ਪ੍ਰੇਮ ਨੂੰ ਨਹੀਂ ਜਾਣ ਸਕੇਗਾ, ਕਿਉਂਕਿ ਪ੍ਰੇਮ ਉਦੋਂ ਹੀ ਹੁੰਦਾ ਹੈ ਜਦੋਂ ਬੇਖੁਦੀ ਹੋਵੇ। ਜੋ ਮਨ ਕੁਝ ਲੱਭ ਰਿਹਾ ਹੈ, ਉਹ ਜੋਸ਼ ਨਾਲ ਭਰਿਆ ਨਹੀਂ ਹੋ ਸਕਦਾ, ਅਤੇ ਪ੍ਰੇਮ ਦੇ ਦਰਸ਼ਨਾਂ ਲਈ ਸਾਰੀ ਦੌੜ ਭੱਜ ਬੰਦ ਹੋਣੀ ਲਾਜ਼ਮੀ ਹੈ। ਇਹ ਦਰਸ਼ਨ ਅਣਜਾਣੇ ਹੀ ਹੁੰਦੇ ਹਨ। ਇਹ ਕਿਸੇ ਅਨੁਭਵ ਤੇ ਕੋਸ਼ਿਸ਼ ਦਾ ਫਲ ਨਹੀਂ ਹੁੰਦੇ। ਤੁਸੀਂ ਦੇਖੋਗੇ ਕਿ ਅਜਿਹਾ ਪ੍ਰੇਮ ਸਮੇਂ ਤੋਂ ਪਰੇ ਹੈ। ਅਜਿਹਾ ਪ੍ਰੇਮ ਨਿੱਜੀ ਵੀ ਹੈ, ਉਸ ਤੋਂ ਪਰੇ ਵੀ ਹੈ, ਇੱਕ ਲਈ ਵੀ ਤੇ ਅਨੇਕਾਂ ਲਈ ਵੀ। ਇਹ ਇੱਕ ਫੁੱਲ ਦੀ ਖੁਸ਼ਬੂ ਵਾਂਗ ਹੈ। ਜੇ ਤੁਸੀਂ ਚਾਹੋ ਤਾਂ ਇਸ ਦਾ ਆਨੰਦ ਲੈ ਸਕਦੇ ਹੋ, ਜੇ ਚਾਹੋ ਤਾਂ ਪਾਸਾ ਵੱਟ ਕੇ ਨਿਕਲ ਸਕਦੇ ਹੋ। ਇਹ ਫੁੱਲ ਹਰੇਕ ਲਈ ਹੈ, ਤੇ ਉਸ ਲਈ ਵੀ ਜੋ ਇਸ ਨੂੰ ਪਿਆਰ ਨਾਲ ਸੁੰਘਦਾ ਹੈ ਅਤੇ ਨਿਹਾਰਦਾ ਹੈ। ਕੋਈ ਬਹੁਤ ਨਜ਼ਦੀਕ ਹੋਵੇ ਤਾਂ ਜਾਂ ਕਿਤੇ ਦੂਰ, ਕੋਈ ਫੁੱਲ ਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਉਹ ਖੁਦ ਖੁਸ਼ਬੂ ਨਾਲ ਭਰਿਆ ਹੈ। ਸੋ ਉਹ ਬਿਨਾਂ ਕਿਸੇ ਭੇਦਭਾਵ ਦੇ ਆਪਣੀ ਖੁਸ਼ਬੂ ਸਭਨਾਂ ਨੂੰ ਵੰਡਦਾ ਹੈ। ਪ੍ਰੇਮ ਹਰ ਪਲ ਨਵੀਂ, ਤਾਜ਼ੀ ਤੇ ਜਿਉਣੀ ਜਾਗਦੀ ਸ਼ੈ ਹੈ। ਇਸ ਦਾ ਨਾ ਕੋਈ ਅਤੀਤ ਹੈ, ਨਾ ਕੋਈ ਭਵਿੱਖ। ਇਹ ਸੋਚਾਂ ਦੇ ਰਾਮਰੌਲੇ ਤੋਂ ਬਿਲਕੁਲ ਪਰੇ ਹੈ। ਸਿਰਫ ਮਾਸੂਮ ਮਨ ਹੀ ਜਾਣ ਸਕਦਾ ਹੈ ਕਿ ਪ੍ਰੇਮ ਕੀ ਹੈ, ਅਤੇ ਅਜਿਹਾ ਮਾਸੂਮ ਮਨ ਉਸ ਸੰਸਾਰ ਵਿੱਚ ਵੀ ਜੀ ਸਕਦਾ ਹੈ ਜੋ ਮਾਸੂਮ ਨਹੀਂ ਹੈ। ਇਹ ਲਾਸਾਨੀ ਚੀਜ਼ ਨੂੰ ਬੰਦੇ ਨੇ ਬੇਸ਼ੁਮਾਰ ਢੰਗਾਂ ਨਾਲ ਖੋਜਿਆ ਹੈ, ਪੂਜਾ ਪਾਠ ਨਾਲ, ਤਿਆਗ ਨਾਲ, ਕਾਮ ਵਾਸਨਾ ਤੇ ਸੰਬੰਧਾਂ 'ਚ, ਹਰ ਤਰ੍ਹਾਂ ਦੇ ਸੁੱਖ ਦੁੱਖ ਵਿੱਚ ਵੀ। ਪਰ ਉਹ ਨਾ ਤਾਂ ਲੱਭਦੀ ਹੈ। ਜਦ ਸੋਚ ਆਪਣੇ ਆਪ ਨੂੰ ਸਮਝ ਲੈਂਦੀ ਹੈ, ਫਿਰ ਸਹਿਜ ਸੁਭਾਵਿਕ ਹੀ ਮਿਟ ਜਾਂਦੀ ਹੈ। ਫਿਰ ਪ੍ਰੇਮ ਦਾ ਕੋਈ ਵਿਪਰੀਤ ਨਹੀਂ ਹੁੰਦਾ, ਫਿਰ ਪ੍ਰੇਮ ਵਿੱਚ ਕੋਈ ਟਕਰਾਅ ਨਹੀਂ ਹੁੰਦਾ। ਤੁਸੀਂ ਪੁੱਛ ਸਕਦੇ ਹੋ ਕਿ ਜੇ ਅਜਿਹਾ ਪ੍ਰੇਮ ਮੇਰੇ ਅੰਦਰ ਪੁੰਗਰ ਜਾਏ ਤੇ ਮੇਰੀ ਪਤਨੀ ਦਾ, ਮੇਰੇ ਬੱਚਿਆਂ ਤੇ ਮੇਰੇ ਪਰਿਵਾਰ ਦਾ ਕੀ ਹੋਏਗਾ? ਉਹਨਾਂ ਨੂੰ ਤੇ ਸੁਰੱਖਿਆ ਚਾਹੀਦੀ ਹੀ ਹੈ। ਤੁਸੀਂ ਅਜਿਹਾ ਸਵਾਲ ਤਾਂ ਹੀ ਉਠਾ ਰਹੇ ਹੋ ਕਿਉਂਕਿ ਤੁਸੀਂ ਸੋਚਾਂ ਦੇ ਦਾਇਰੇ 'ਚੋਂ ਬਾਹਰ ਕਦੇ ਗਏ ਹੀ ਨਹੀਂ, ਚੇਤਨਾ ਦੇ ਘੇਰੇ ਤੋਂ ਬਾਹਰ ਕਦੇ ਕਦਮ ਹੀ ਨਹੀਂ ਰੱਖਿਆ। ਬਸ ਇੱਕ ਵਾਰ ਤੁਸੀਂ ਇਹਨਾਂ 'ਚੋਂ ਬਾਹਰ ਚਲੇ ਜਾਓ, ਤੁਸੀਂ ਅਜਿਹਾ ਸਵਾਲ ਫਿਰ ਕਦੇ ਨਹੀਂ ਕਰੋਗੇ, ਕਿਉਂਕਿ ਫਿਰ ਤੁਸੀਂ ਜਾਣ ਜਾਓਗੇ ਕਿ ਪ੍ਰੇਮ ਕੀ ਹੈ। ਜਿਸ ਵਿੱਚ ਵਿਚਾਰ ਮਿਟ ਜਾਂਦੇ ਹਨ, ਸੋ ਸਮਾਂ ਵੀ ਮਿਟ ਜਾਂਦਾ ਹੈ। ਤੁਸੀਂ ਸਮੋਹਿਤ ਹੋ ਕੇ ਭਾਵੇਂ ਇਹ ਗੱਲ ਪੜ੍ਹ ਜਾਓ,
ਪਰ ਅਸਲ ਵਿੱਚ ਸੋਚਾਂ ਤੇ ਸਮੇਂ ਤੋਂ ਪਾਰ ਜਾਣ ਦਾ ਭਾਵ ਹੈ ਦੁੱਖਾਂ ਤੋਂ ਪਾਰ ਜਾਣਾ, ਜਿਸ ਦਾ ਅਰਥ ਹੈ ਇੱਕ ਵੱਖਰੇ ਧਰਾਤਲ ਦਾ ਅਹਿਸਾਸ ਜਿਸ ਨੂੰ ਪ੍ਰੇਮ ਕਹਿੰਦੇ ਹਨ। ਪਰ ਤੁਸੀਂ ਨਹੀਂ ਜਾਣਦੇ ਇਸ ਅਨੂਠੇ ਸਰੋਤ ਕੋਲ ਜਾਈਏ ਕਿਵੇਂ। ਤੁਸੀਂ ਕੀ ਕਰੋਗੇ ਜਦ ਤੁਹਾਨੂੰ ਪਤਾ ਹੀ ਨਹੀਂ ਕਿ ਕਰਨਾ ਕੀ ਹੈ? ਤਾਂ ਤੁਸੀਂ ਕੁਝ ਨਹੀਂ ਕਰਦੇ। ਕੀ ਅਜਿਹਾ ਨਹੀਂ? ਬਿਲਕੁਲ ਕੁਝ ਨਹੀਂ। ਫਿਰ ਤੁਸੀਂ ਆਪਣੇ ਅੰਦਰ ਬਿਲਕੁਲ ਸ਼ਾਂਤ ਹੁੰਦੇ ਹੋ। ਇਸ ਦਾ ਭਾਵ ਤੁਸੀਂ ਸਮਝ ਰਹੇ ਹੋ। ਇਸ ਦਾ ਅਰਥ ਹੈ ਤੁਸੀਂ ਕੁਝ ਖੋਜ ਨਹੀਂ ਰਹੇ, ਕੁਝ ਚਾਹ ਨਹੀਂ ਰਹੇ, ਕਿਸੇ ਪਿੱਛੇ ਦੌੜ ਨਹੀਂ ਰਹੀ। ਤੁਹਾਡੇ ਅੰਦਰ ਦਾ ਕੇਂਦਰ ਮਿਟ ਗਿਆ ਹੈ ਤੇ ਹੁਣ ਪ੍ਰੇਮ ਵਿਰਾਜਮਾਨ ਹੈ।